ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ, ਤੁਹਾਡਾ ਸਾਰਿਆਂ ਦਾ ਸਵਾਗਤ ਤਰਕ ਦਲੀਲ ਦੇ ਵਿੱਚ। ਮੇਰੇ ਨਾਲ ਨੇ ਬਲਕਾਰ ਸਿੰਘ ਜੀ। ਪੰਜਾਬ ਮੇਲ USA TV ਚੈਨਲ ਦੇ ਪਿਆਰੇ ਦਰਸ਼ਕੋ, ਨਿੱਘੀ ਜੀ ਆਇਆਂ ਨੂੰ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿਸ ਤਰ੍ਹਾਂ ਕਹਿੰਦੇ ਨੇ ਕਿ ਸੂਰਜ ਦੀ ਕਿਰਨ ਜਦੋਂ ਸਵੇਰੇ ਆਪਣੇ ਵਿਹੜਿਆਂ 'ਚ ਪ੍ਰਵੇਸ਼ ਕਰਦੀ ਹੈ ਤਾਂ ਅਸੀਂ ਬੜੇ ਮਾਲਾਮਾਲ ਹੋ ਜਾਂਦੇ ਹਾਂ ਕਿ ਅੱਜ ਦਿਨ ਚੜ੍ਹਿਆ, ਔਰ ਦਿਨ ਦੇ ਵਿੱਚ ਅਸੀਂ ਜੋ ਕੰਮ ਕਰਨੇ ਉਹਦੀ ਇੱਕ ਅਸੀਂ ਤ੍ਰਿਸ਼ਟ ਬਣਾ ਲੈਂਦੇ ਹਾਂ, ਔਰ ਅਸੀਂ ਸਾਰੀ ਦਿਹਾੜੀ ਆਪਣੇ ਕੰਮਾਂ 'ਚ ਉਸੇ ਤਰ੍ਹਾਂ ਹੀ ਮਸਰੂਫ ਰਹਿੰਦੇ ਹਾਂ। ਪਰ ਪੰਜਾਬ ਵਿੱਚ ਅੱਜ ਕੱਲ੍ਹ ਨਵੀਂ ਸਰਕਾਰ ਆਉਣ ਨਾਲ ਵੀ ਬੜੇ ਨਵੇਂ ਮਸਲੇ, ਨਵੇਂ ਖਿਆਲ, ਨਵੇਂ ਮਾਮਲੇ, ਨਵੇਂ ਮੁੱਦੇ ਸਾਡੇ ਸਨਮੁਖ ਹੁੰਦੇ ਆ, ਤਾਂ ਅਸੀਂ ਚਾਹੁੰਦੇ ਹਾਂ ਕਿ ਉਹ ਮੁੱਦੇ ਇਸ ਤਰ੍ਹਾਂ ਸੋਲਵ ਹੋਣ ਜਿਹਦੇ 'ਚ ਸਾਰੇ ਲੋਕਾਂ ਨੂੰ ਫਾਇਦਾ ਹੋਵੇ। ਤੇ ਜਿੰਨੇ ਲੋਕ ਇੱਥੇ ਬੈਠੇ ਨੇ ਪੰਜਾਬ 'ਚ ਤੇ ਜਿਹੜੇ ਬਾਹਰ ਵੀ ਸਾਡੇ ਦੂਰ ਦਰਾਡੇ ਦੇਸ਼ਾਂ ਪ੍ਰਦੇਸ਼ਾਂ 'ਚ ਬੈਠੇ ਨੇ, ਉਹ ਵੀ ਇਹਨਾਂ ਮੁੱਦਿਆਂ ਤੋਂ ਜਾਣੂ ਹੋਣ। ਤੇ ਇਹਨਾਂ ਮੁੱਦਿਆਂ ਦੀ ਅਸੀਂ ਗੱਲ ਕਰਾਂਗੇ ਇਕੱਠੇ ਹੋ ਕੇ। ਤੇ ਮੇਰੇ ਨਾਲ ਬੈਠੇ ਨੇ ਸੰਜੀਵ ਖੰਨਾ ਜੀ। ਔਰ ਖੰਨਾ ਜੀ, ਮੈਂ ਚਾਹੁੰਦਾ ਕਿ ਜਿਹੜੇ ਉਹ ਮੁੱਦੇ ਪੰਜਾਬ 'ਚ ਇੱਕ ਦੋ ਦਿਨਾਂ 'ਚ ਵਾਪਰੇ ਆ, ਔਰ ਉਹ ਮੁੱਦੇ ਖਾਸ ਤੌਰ 'ਤੇ ਇੰਨੇ ਬੜੇ ਇੰਪੋਰਟੈਂਟ ਆ, ਅਸੀਂ ਚਾਹੁੰਦੇ ਹਾਂ ਕਿ ਸਾਡੇ ਦਰਸ਼ਕ ਇਹਨਾਂ ਤੋਂ ਜਾਣੂ ਹੋਣ। ਉਹ ਹੈ ਕਿਹੜੇ ਕਿਹੜੇ ਵੱਲ? ਪਹਿਲੀ ਗੱਲ ਤਾਂ ਇਹ ਬਲਕਾਰ ਜੀ ਕਿ ਇੰਪੋਰਟੈਂਟ ਗੱਲ ਇਹ ਹੁੰਦੀ ਹੈ ਕਿ ਕੋਈ ਵੀ ਕੰਮ ਕਰਨਾ ਹੋਵੇ, ਕੋਈ ਵੀ ਯੋਜਨਾ ਬਣਾਉਣੀ ਹੋਵੇ, ਤੁਹਾਨੂੰ ਸਭ ਤੋਂ ਪਹਿਲਾਂ ਫਾਈਨਾਂਸ ਚਾਹੀਦਾ। ਬਿਲਕੁਲ, ਫਾਈਨਾਂਸ ਤੋਂ ਬਿਨਾਂ ਕੁਝ ਨਹੀਂ ਕਰ ਸਕਦੇ ਤੁਸੀਂ। ਪੈਸਾ ਧੇਲਾ ਪੱਲੇ ਹੋਏਗਾ ਤਾਂ ਹੀ ਮੇਲੇ ਜਾਓਗੇ, ਨਹੀਂ ਤਾਂ ਮੇਲਾ ਘਰ ਬਹਿ ਕੇ ਕਰੀ ਜਾਓ, ਉਹਦਾ ਕੋਈ ਫਾਇਦਾ ਨਹੀਂ, ਲੱਡੂਆਂ ਦਾ ਸਵਾਦ ਨਹੀਂ ਹੋਣਾ। ਪੱਲੇ ਨਹੀਂ ਧੇਲਾ ਤੇ ਕਰਦੀ ਮੇਲਾ। ਬਿਲਕੁਲ, ਮੇਲੇ ਨਾਲ ਪੈਸਾ ਜ਼ਰੂਰੀ ਹੈ। ਲਾਹੌਰ ਦੇ ਸ਼ੌਕੀਨ ਤੇ ਬੂਝੇ ਵਿੱਚ ਗਾਜਰਾਂ, ਇਹ ਵੀ ਨਾ ਹੋਵੇ ਹੈ ਨਾ। ਵਾਈਟ ਜੈਕਟਸ, ਐਮਪਟੀ ਪਾਕਟਸ। ਸੋ ਉਹ ਪਾਕਟਸ ਦੇ ਵਿੱਚ ਮਾਲ ਹੋਣਾ ਚਾਹੀਦਾ। ਉਹਦੇ ਵਾਸਤੇ ਕਈ ਸੋਰਸਿਸ ਨੇ ਸਟੇਟ ਦੇ ਕੋਲ ਜਿੱਥੋਂ ਪੈਸਾ ਕਮਾਉਂਦੀ ਆ। ਔਰ ਸਭ ਤੋਂ ਜ਼ਿਆਦਾ ਐਕਸਾਈਜ਼ ਡਿਊਟੀ ਜਿਹੜੀ ਸਾਨੂੰ ਵਾਈਨ ਤੋਂ ਮਿਲਦੀ ਆ, ਔਰ ਐਕਸਾਈਜ਼ ਡਿਊਟੀ ਦੇ ਨਾਲ ਅਸੀਂ ਆਪਣੇ ਕਾਫੀ ਤਰੱਕੀ ਦੇ ਕੰਮ ਵੀ ਕਰਦੇ ਆ। ਕਈ ਵਾਰ ਤਾਂ ਕਈ ਲੋਕ ਮਜ਼ਾਕ ਵੀ ਕਰਦੇ ਨੇ, ਕਹਿੰਦੇ ਅੱਛਾ ਜੀ ਤੁਸੀਂ ਹਮੇਸ਼ਾ ਕਹਿੰਦੇ ਹੋ ਕਿ ਡਰਿੰਕ ਕਰਨ ਵਾਲੇ ਜਿਹੜੇ ਨੇ ਉਹ ਮਾੜੇ ਹੁੰਦੇ ਨੇ। ਕਹਿੰਦਾ ਮਾੜੇ ਥੋੜ੍ਹਾ ਹੁੰਦੇ ਨੇ, ਉਹ ਇੰਨਾ ਐਕਸਾਈਜ਼ ਡਿਊਟੀ ਦਿੰਦੇ ਨੇ ਤਾਂ ਦੇਸ਼ ਦੀ ਤਰੱਕੀ ਦੇ ਵਿੱਚ ਉਹਨਾਂ ਦਾ ਵੀ ਖਾਸ ਯੋਗਦਾਨ ਹੈ ਜਿਹੜੇ ਡਰਿੰਕ ਕਰਦੇ ਨੇ। ਸੋ ਉਸ ਯੋਗਦਾਨ ਨੂੰ ਸਾਨੂੰ ਭੁੱਲਣਾ ਨਹੀਂ ਚਾਹੀਦਾ। ਸੋ ਹੁਣ ਐਕਸਾਈਜ਼ ਦੇ ਵਿੱਚ ਜਿਹੜੀ ਸੈਂਟਰ ਗੌਰਮੈਂਟ ਹੈ ਉਹ ਥੋੜ੍ਹੀ ਬੈਕਫੁੱਟ 'ਤੇ ਜਾ ਰਹੀ ਆ ਕਿ ਅਸੀਂ ਜ਼ਿਆਦਾ ਇਸ ਪੂਲ ਦੇ ਵਿੱਚ ਪੈਸਾ ਨਹੀਂ ਦੇ ਸਕਦੇ। ਸਟੇਟ ਨੂੰ ਆਪਣੇ ਲੈਵਲ 'ਤੇ ਆਪ ਆਪਣੇ ਅਰੇਂਜਮੈਂਟਸ ਕਰਨੇ ਪੈਣਗੇ। ਤਾਂ ਸਾਡੇ ਜਿਹੜੇ ਫਾਈਨੈਂਸ ਮਿਨਿਸਟਰਸ ਨੇ, ਸੀਤਾ ਰਮੰਨਾ ਜੀ ਜੋ ਨੈਸ਼ਨਲ ਲੈਵਲ ਦੇ ਉੱਤੇ ਕੰਮ ਕਰਦੇ ਨੇ ਸਾਡੇ ਦੇਸ਼ ਦੇ ਵਿੱਤ ਮੰਤਰੀ ਨੇ, ਉਹ ਕਹਿੰਦੇ ਨੇ ਕਿ ਇਹਦੇ ਨਾਲ ਸਟੇਟਸ ਨੂੰ ਕੋਈ ਖਾਸ ਫਰਕ ਨਹੀਂ ਪੈਣਾ ਜਾਂ ਬਿਲਕੁਲ ਫਰਕ ਨਹੀਂ ਪੈਣਾ। ਪਰ ਇਹ ਲੱਗਦਾ ਕਿ ਕਹਿਣ ਦੀ ਗੱਲ ਹੈ, ਫਰਕ ਕਿਉਂ ਨਹੀਂ ਪੈਣਾ ਜਦੋਂ ਪੂਲ ਦੇ ਵਿੱਚ, ਸੈਂਟਰਲ ਪੂਲ ਦੇ ਵਿੱਚੋਂ ਤੁਹਾਨੂੰ ਨਹੀਂ ਮਿਲੇਗਾ ਤੁਹਾਡਾ ਜੋ ਬਣਦਾ ਅਧਿਕਾਰ ਹੈ ਜਾਂ ਬਣਦਾ ਹਿੱਸਾ ਨਹੀਂ ਮਿਲੇਗਾ ਜੋ ਸਟੇਟਸ ਨੂੰ ਮਿਲਣਾ ਚਾਹੀਦਾ, ਤਾਂ ਉਸ ਤੋਂ ਬਾਅਦ ਫਰਕ ਤਾਂ ਪਏਗਾ। ਹੁਣ ਉਸ ਫਰਕ ਦੇ ਨਾਲ ਅਸੀਂ ਨਜਿੱਠਣਾ ਕਿਵੇਂ, ਜਿਹੜਾ ਫਰਕ ਪੈਣਾ ਉਸ ਕਮੀ ਨੂੰ ਅਸੀਂ ਪੂਰਾ ਕਿਵੇਂ ਕਰਨਾ ਹੈ, ਇਹ ਇੱਕ ਖਾਸ ਮਸਲਾ ਹੈ। ਔਰ ਅਸੀਂ ਦੇਖਦੇ ਹਾਂ ਕਿ ਜੋ ਖਜ਼ਾਨੇ ਦੀ ਹਾਲਾਤ ਨੇ ਇਸ ਵਕਤ, ਸਾਨੂੰ ਇੱਕ ਇੱਕ ਪੈਸਾ, ਇੱਕ ਇੱਕ ਰੁਪਈਆ ਸਾਨੂੰ ਬਚਾ ਕੇ ਰੱਖਣਾ ਪੈਣਾ, ਤਾਂ ਹੀ ਜਾ ਕੇ ਅਸੀਂ ਕਿਤੇ ਖੜੇ ਹੋ ਸਕਦੇ ਹਾਂ। ਨਹੀਂ ਤਾਂ ਕਿੰਨੀ ਦੇਰ ਤੱਕ ਅਸੀਂ ਲੋਕਾਂ ਦੇ ਕੋਲੋਂ ਜਾਂ ਦੂਸਰੀਆਂ ਸੰਸਥਾਵਾਂ ਕੋਲੋਂ ਜਾਂ ਬੈਂਕਾਂ ਕੋਲੋਂ ਜਾਂ ਦੂਸਰੇ ਦੇਸ਼ਾਂ ਕੋਲੋਂ ਵਿਆਜ ਲੈ ਕੇ ਆਪਣਾ ਸਟੇਟ ਗੌਰਮੈਂਟ ਦਾ ਕੰਮ ਚਲਾਉਂਦੇ ਰਹਾਂਗੇ। ਜ਼ਰੂਰ, ਇਹ ਮਸਲਾ ਪੂਰਾ ਹਿੰਦੁਸਤਾਨ ਦਾ ਕੌਮੀ ਮਸਲਾ, ਔਰ ਜਿਹਦੇ 'ਚ ਕੇਂਦਰ ਨੇ ਇੱਕ ਵਾਰੀ ਇਹ ਅਨਾਉਂਸ ਕਰ ਦਿੱਤਾ, ਮੈਡਮ ਸੀਤਾ ਰਮਨ ਨੇ ਜਿਹੜੇ ਫਾਈਨਾਂਸ ਮਿਨਿਸਟਰ ਆ, ਕਿ ਇਹਦੇ 'ਚ ਐਕਸਾਈਜ਼ ਡਿਊਟੀ ਜਿਹੜੀ ਉਹਦੇ ਨਾਲ ਜਿਹੜਾ ਅਸੀਂ ਹਿੱਸਾ ਆਪਣਾ ਉਹ ਆਪਣਾ ਸੈਂਟਰ ਵੱਲੋਂ ਦਿੱਤਾ ਜਾਊਗਾ। ਔਰ ਉਹਦੇ ਨਾਲ ਤੇਲ ਦੋਵੇਂ ਥੋੜ੍ਹੇ ਥੋੜ੍ਹੇ ਸਸਤੇ ਕੀਤੇ, ਜਿਨ੍ਹਾਂ 'ਚ 9.5 ਰੁਪਏ ਪੈਟਰੋਲ, 6 ਰੁਪਏ ਡੀਜ਼ਲ, ਅਤੇ ਇਹਦੇ ਨਾਲ ਹੋਰ ਜਿਹੜੀਆਂ ਚੀਜ਼ਾਂ ਨੇ ਉਹ ਵੀ ਕੁਛ ਸਸਤੀਆਂ ਹੋਣਗੀਆਂ। ਗੈਸ ਸਿਲੰਡਰ ਵੀ 200 ਰੁਪਏ ਥੱਲੇ ਚਲੇ ਗਿਆ, ਕਿਉਂਕਿ ਜਿਹੜਾ ਗੈਸ ਸਿਲੰਡਰ ਇਹ ਤਾਂ ਰੋਜ਼ਮਰਰਾ ਦੀ ਜ਼ਿੰਦਗੀ 'ਚ ਵਰਤਿਆ ਜਾਣ ਵਾਲਾ ਰਸੋਈ ਦੇ ਵਿੱਚ ਹੈ, ਇਹ ਤੋਂ ਬਗੈਰ ਗੁਜ਼ਾਰਾ ਨਹੀਂ। ਹੁਣ ਲੋਕ ਲੱਕੜਾਂ ਬਾਲਣੋਂ ਤਾਂ ਹਟ ਗਿਆ, ਚਾਹੇ ਪੰਜਾਬ ਹੋਵੇ, ਚਾਹੇ ਮਦਰਾਸ ਹੋਵੇ, ਚਾਹੇ ਕਰਨਾਟਕ ਹੋਵੇ, ਲੋਕ ਸੁੱਖ ਰਹਿਣੇ ਹੋ ਗਏ, ਸਹੂਲਤਾਂ ਜੋ ਆ ਗਈਆਂ। ਤਾਂ ਲੋਕ ਚਾਹੁੰਦੇ ਆ ਕਿ ਇਸੇ ਤਰ੍ਹਾਂ ਜਿੱਦਾਂ ਇੱਕ ਵਾਰੀ ਚਲਾਇਆ ਲਾਈਟਰ ਚਲਾ ਕੇ, ਤਾਂ ਤੁਸੀਂ ਸ਼ੁਰੂ ਕਰ ਦਿਓ ਜੋ ਉੱਥੇ ਦੁੱਧ ਉਬਾਲਣਾ, ਸਬਜ਼ੀ ਜੋ ਉਬਾਲਣੀ ਆ, ਜੋ ਤੁਸੀਂ ਬਣਾਉਣਾ, ਸਾਰਾ ਕੁਛ, ਰੋਟੀਆਂ ਪਕਾਉਣੀਆਂ, ਸਾਰਾ ਕੁਛ ਮਿੰਟਾਂ ਦਾ ਕੰਮ ਸਕਿੰਟਾਂ 'ਚ ਹੁੰਦਾ। ਔਰ ਇਹਦਾ ਕਰਕੇ ਇਹਨਾਂ ਨੇ 200 ਰੁਪਏ ਥੱਲੇ ਲੈਂਦਾ ਉਜਵਲਾ ਇਹ ਸਕੀਮ ਆ, ਉਹਦੇ 'ਚ ਇਹਨਾਂ ਨੇ ਕੀਤਾ, ਉਹ ਵੀ ਸਬਸਿਡੀ ਦੇ ਤੌਰ 'ਤੇ ਹੀ ਆਊਗਾ ਸਾਰਾ ਕੁਛ। ਔਰ ਇਹ ਇੱਕ ਲੋਕਾਂ ਨੇ ਇਹਨੂੰ ਵੈਲਕਮ ਕੀਤਾ, ਕਿਉਂਕਿ ਸਾਰੀਆਂ ਚੀਜ਼ਾਂ ਜਿਹੜੀਆਂ ਰੋਜ਼ ਵਰਤੋਂ 'ਚ ਆਉਣ ਵਾਲੀਆਂ ਸੀਗੀਆਂ। ਪੰਜਾਬ 'ਚ ਅੱਗੇ ਜਦੋਂ ਕਾਂਗਰਸ ਸਰਕਾਰ ਸੀ, ਇਹਨਾਂ 10 ਰੁਪਏ ਥੱਲੇ ਤੇਲ ਆਇਆ ਸੀਗਾ। ਰੇਤਾ ਦਾ ਵੀ ਥੋੜ੍ਹਾ ਜਿਹਾ ਇਹਨਾਂ ਨੇ ਕੀਤਾ ਕੰਮ, ਔਰ ਬਿਜਲੀ ਦੇ ਬਿੱਲਾਂ ਦਾ ਵੀ ਕੰਮ ਕੀਤਾ। ਤੇ ਜਦੋਂ ਰਾਹਤ ਮਿਲਦੀ ਲੋਕਾਂ ਨੂੰ, ਜਿਹਦੇ ਲੋਕ ਜਨਤਾ ਸਾਰੀ ਇਕੱਠਿਆਂ ਨੂੰ ਜਦੋਂ ਇਹ ਕੋਈ ਨਾ ਕੋਈ ਸਹੂਲਤ ਮਿਲਦੀ ਹੈ, ਲੋਕ ਖੁਸ਼ੀ ਮਨਾਉਂਦੇ ਆ, ਲੋਕ ਖੁਸ਼ ਹੁੰਦੇ ਆ। ਇਸ ਸਹੂਲਤ ਦਾ ਪਾਕਿਸਤਾਨ ਤੱਕ ਵੀ ਚਰਚਾ ਹੋਇਆ ਕਿ ਤੇਲ ਪੰਜਾਬ 'ਚ ਨਹੀਂ, ਸਾਰੇ ਹਿੰਦੁਸਤਾਨ 'ਚ ਹੀ ਸਸਤਾ ਹੋ ਗਿਆ, ਕਿਉਂਕਿ ਲੋਕਾਂ ਦਾ ਜਿਹੜਾ ਕੰਮ ਸੀ ਰੋਜ਼ ਤੇਲ ਤੋਂ ਬਗੈਰ ਤਾਂ ਚੱਲਿਆ ਨਹੀਂ ਜਾਂਦਾ। ਜਦੋਂ ਵੀ ਆਪਾਂ ਗੱਡੀ ਲੈ ਕੇ ਜਾਵਾਂਗੇ
ਜਦੋਂ ਆਪਾਂ ਸਕੂਟਰ ਬਾਹਰ ਕੱਢਾਂਗੇ, ਜੋ ਵੀ ਅਸੀਂ ਕਹਾਂਗੇ। ਹੁਣ ਸਾਈਕਲਾਂ 'ਤੇ ਤਾਂ ਆਪਾਂ ਰਹਿੰਦੇ ਨਹੀਂ, ਸਾਈਕਲ ਚਲਾਉਣੋਂ ਆਪਾਂ ਹਟ ਗਏ ਹਾਂ, ਤੁਰਨੋਂ ਵੀ ਆਪਾਂ ਹਟ ਗਏ ਹਾਂ, ਕਿਉਂਕਿ ਇਸੇ ਕਰਕੇ ਜਿਸ ਤਰ੍ਹਾਂ ਆਪਣੀ ਖੇਤੀ ਅੱਗੇ ਨੂੰ ਚਲੀ ਗਈ ਹੈ ਅਤੇ ਉਸੇ ਤਰ੍ਹਾਂ ਆਪਣੇ ਰੋਜ਼ਮर्रा ਦੀ ਜਿਹੜੀਆਂ ਕੰਮ ਨੇ ਉਹ ਵੀ ਆਪਾਂ ਪਿੱਛੇ ਆ ਗਏ ਹਾਂ। ਤੁਰਨਾ ਵੀ ਭੁੱਲ ਗਏ ਔਰ ਉਸੇ ਤਰ੍ਹਾਂ ਦੇ ਪੁਸ਼ਾਕਾਂ ਆਪਣੀਆਂ ਭੁੱਲ ਗਏ। ਜਿੱਦਾਂ ਆਪਾਂ ਫਤੂਈਆਂ ਪਾਉਂਦੇ ਸੀਗੇ, ਉਸ ਚਾਦਰੇ ਪਾਉਂਦੇ ਸੀਗੇ ਖੁੱਲ੍ਹੇ ਖੁੱਲ੍ਹੇ, ਉਹ ਨਹੀਂ। ਹੁਣ ਆਪਣੀ ਪੁਸ਼ਾਕਾਂ 'ਚ ਵੀ ਬਦਲੀ ਆ ਗਈ। ਇਸ ਕਰਕੇ ਪੈਸਾ ਜ਼ਿਆਦਾ ਹੋਇਆ। ਜਿਸ ਤਰ੍ਹਾਂ ਆਪਾਂ ਅੱਗੇ ਗੱਲ ਕਰ ਰਹੇ ਸੀ ਕਿ ਪੈਸੇ ਤੋਂ ਬਗੈਰ ਤਾਂ ਨਹੀਂ ਕੋਈ ਬਾਤ ਜਿਹੜੀ ਪੂਰੀ ਨਹੀਂ ਹੁੰਦੀ ਅਤੇ ਕੋਈ ਬੁਝਾਰਤ ਪੂਰੀ ਨਹੀਂ ਹੁੰਦੀ। ਪੈਸਾ ਪੈਸਾ ਵਾ, ਪੈਸੇ ਨਾਲ ਹੀ ਗੱਲ ਚੱਲਦੀ ਆ। ਹੁਣ ਇਹ ਸੈਂਟਰ ਨੇ ਜਿੱਥੇ ਕੀਤਾ ਉਹਦੇ 'ਚ ਵੈਟ ਇਹਨਾਂ ਨੇ ਕਿਹਾ ਸਟੇਟਾਂ ਨੂੰ ਕਿ ਤੁਸੀਂ ਇਹ 'ਚ ਘੱਟ ਆਪਣਾ ਉਹ ਟੈਕਸ ਮਾਫ ਕਰ ਦਿਓ ਵੈਟ ਦਾ, ਪਰ ਜਿਹਦੇ ਵਿੱਚ ਕੁਝ ਸਟੇਟ ਅੜ ਗਏ ਆ। ਅਜੇ ਪੰਜਾਬ ਵਿੱਚ ਵੀ ਕੋਈ ਡਿਸੀਜਨ ਨਹੀਂ ਹੋਇਆ ਉਸੇ ਤਰ੍ਹਾਂ ਦਾ ਗਾ, ਕਿਉਂਕਿ ਪੰਜਾਬ 'ਚ ਕਿਸਾਨੀ ਦਾ ਬੋਲਬਾਲਾ ਹੈਗਾ, ਕਿਉਂਕਿ ਇਹਨਾਂ ਨੇ ਕਿਸਾਨਾਂ ਨੇ ਸਾਰੀਆਂ ਜਿਹੜੀਆਂ ਮੰਗਾਂ ਪਹਿਲਾਂ ਆਪਣੀਆਂ ਮਨਾਈਆਂ ਸਾਰੀਆਂ, ਔਰ ਉਹ ਮਨਾਉਣ ਤੋਂ ਬਾਅਦ ਹੁਣ ਅਜੇ MSP ਦਾ ਤਾਂ ਅਜੇ ਰੌਲਾ ਹੈਗਾ, ਕਿਉਂਕਿ ਉਹ ਸੈਂਟਰ 'ਚ ਗਈ ਆ, ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਸਬਮਿਟ ਹੋ ਗਈ ਆ, ਉਹ ਤਾਂ ਗੱਲ ਪੂਰੀ ਹੋ ਜੂਗੀ। ਪਰ ਹੁਣ ਰਹੀ ਗੱਲ ਜਿਹੜੀ ਆ ਟੈਕਸ ਆ, ਇਹਦੇ 'ਚ ਟੈਕਸ ਜਿਹੜੇ ਦਿੱਤੇ ਸੈਂਟਰ ਨੇ, ਉਹ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਆਪਣਾ ਹਿੱਸਾ ਆਪਣੇ ਕੋਲ ਲਾਵਾਂਗੇ, ਪਰ ਉਹ 'ਚ ਮੈਡਮ ਸੀਤਾਰਮਨ ਦੀ ਗੱਲ ਜਿਹੜੀ ਹੈ, P ਚਿਦੰਬਰਮ ਨੇ ਵੀ ਗੱਲ ਨੂੰ ਉਹਨੂੰ ਕੱਟਿਆ। ਉਹ ਵੀ ਫਾਈਨਾਂਸ ਮਿਨਿਸਟਰ ਰਹਿ ਚੁੱਕੇ ਕਾਂਗਰਸ ਦੇ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਉਹਨਾਂ ਨੇ ਕਿਹਾ ਸੀ ਪਹਿਲਾਂ ਵੀ ਕਾਂਗਰਸ ਜਿਹੜੀ ਸਰਕਾਰ ਹੈ ਸੈਂਟਰ ਦੀ, ਇਹ 'ਚੋਂ ਇੰਨਾ ਹਿੱਸਾ ਨਹੀਂ ਦੇਊਗੀ, ਇਹ ਸਾਰਾ ਬੋਝ ਸਟੇਟ 'ਤੇ ਪਊਗਾ। ਪਰ ਉਹਨਾਂ ਨੇ ਗਲਤੀ ਮੰਨੀ ਕਿ ਨਹੀਂ, ਇਹ ਗੱਲ ਜਿਹੜੀ ਹੈ ਸੈਂਟਰ ਦੀ ਹੈ, ਸੈਂਟਰ ਪੈਸਾ ਜਿਹੜਾ ਤੁਹਾਨੂੰ ਦੇ ਰਿਹਾ ਟੈਕਸ ਦੇ ਤੌਰ 'ਤੇ, ਉਹ ਜਿਹੜਾ ਬੋਝ ਆ ਪੰਜਾਬ ਦੇ ਜਾਂ ਕਿਸੇ ਸਟੇਟ 'ਤੇ ਨਹੀਂ ਪਊਗਾ। ਪਰ ਉਹਦੇ 'ਚ ਕਈ ਸਟੇਟ ਨੇ ਗੱਲ ਇਹ ਤੋਂ ਮੁਨਕਰ ਹੋਇਆ ਕਿ ਅਸੀਂ ਨਹੀਂ ਦੇਵਾਂਗੇ, ਕਿਉਂਕਿ ਫਾਈਨੈਂਸ਼ੀਅਲ ਪਾਵਰ ਬਹੁਤ ਸਟੇਟਾਂ ਦੀ ਉਨੀ ਹੈ ਨਹੀਂ ਪਾਵਰਫੁੱਲ। ਜਿੱਦਾਂ ਹੁਣ ਆਪਾਂ ਪੰਜਾਬ ਤੋਂ ਗਏ ਵੇਖ ਲਈਏ, ਉਹ ਦੀਵੇ ਥੱਲੇ ਹਨੇਰੇ ਵਾਲੀ ਗੱਲ, ਪੰਜਾਬ 'ਚ ਜਿਹੜਾ ਫਾਈਨੈਂਸ਼ੀਅਲ ਤੌਰ 'ਤੇ ਉਹਨਾਂ ਨਹੀਂ ਹੈਗਾ, ਜਦੋਂ ਕਿ ਮੰਗਾਂ ਚੋਖੀਆਂ ਵਾ ਪਰ ਪੈਸਾ ਚੋਖਾ ਨਹੀਂ। ਪੈਸਾ ਖਜ਼ਾਨਾ ਉਸੇ ਤਰ੍ਹਾਂ ਹੀ ਆ, ਉਹ ਤਬਲੇ ਜਿੱਦਾਂ ਮੂੰਹ ਦੇ ਕਰਕੇ ਗਏ ਆ, ਉਹ ਖੜਕ ਰਹੇ ਖਾਲੀ। ਔਰ ਉਹਦੇ 'ਚ ਹੁਣ ਜ਼ਮੀਨਾਂ ਦਾ ਆ ਰਿਹਾ ਪੈਸਾ, ਜ਼ਮੀਨਾਂ ਤੋਂ ਆਊਗਾ, ਕਿਉਂਕਿ ਕੁਝ ਕਿਸਾਨ ਮੰਨ ਗਏ ਆ। ਕੁਝ ਪਿੰਡਾਂ 'ਚ ਜਿਹੜੇ ਆ, ਇੱਕ ਪਿੰਡ ਦਾ ਆਇਆ ਰੌਲਾ, ਉਹ ਮੁੰਡਾ ਪਿੰਡ ਹੈਗਾ, ਉੱਥੇ 417 ਏਕੜ ਜ਼ਮੀਨ ਸੀ। ਉਹ ਕਿਸਾਨਾਂ ਨੇ ਕਿਹਾ ਕਿ ਅਸੀਂ ਦੇ ਦਾਂਗੇ ਜ਼ਮੀਨ ਤੁਹਾਨੂੰ ਉਹ 'ਚ, ਪਰ ਇਹ ਹੈਗਾ ਕਿ ਸਾਨੂੰ ਠੇਕੇ 'ਤੇ ਦੁਬਾਰਾ ਦਿਓ ਤੁਸੀਂ ਉਹਦੇ 'ਚੋਂ। ਦੂਜੀ ਗੱਲ, ਜਿਹੜੇ ਪੰਚਾਇਤ ਮੰਤਰੀ ਨੇ ਉਹਨਾਂ ਨੇ ਵੀ ਇਹ ਮੰਨਿਆ ਕਿ ਜਿਹੜੇ ਉਹਨਾਂ ਦੇ ਘਰ ਬਣੇ ਉਹਦੇ 'ਤੇ, ਉਹ ਘਰ ਉਸੇ ਤਰ੍ਹਾਂ ਰਹਿਣਗੇ, ਘਰਾਂ 'ਚ ਉਹ ਰਹਿ ਸਕਦੇ ਆ, ਉਹਦੇ 'ਚ ਅਸੀਂ ਕੋਈ ਵਸੂਲ ਨਹੀਂ ਕਰਾਂਗੇ ਪੈਸਾ, ਘਰ ਉਹਨਾਂ ਦੇ ਆ, ਪਰ ਜ਼ਮੀਨ ਜਿਹੜੀ ਉਹ ਅਸੀਂ ਆਪਣੇ ਕਬਜ਼ੇ 'ਚ ਲਵਾਂਗੇ। ਚਲੋ ਇਹ ਸਾਧਨ ਬਣ ਰਹੇ ਆ। ਮੈਂ ਇੱਕ ਸਾਧਨ ਪੰਚਾਇਤੀ ਜ਼ਮੀਨਾਂ, ਜਿਹੜੀ ਸਰਕਾਰ ਦੀਆਂ ਜ਼ਮੀਨਾਂ ਜਿਹੜੀਆਂ ਹਥਿਆ ਕੇ ਲੋਕ ਬੈਠੇ ਸੀਗੇ, ਉਹਨਾਂ ਦੀ ਗੱਲ ਕਰ ਰਹੇ। ਪਰ ਖੰਨਾ ਜੀ ਇੱਕ ਗੱਲ ਦੇਖੋ, ਲੋਕ ਕਿੰਨੇ ਫਿਰ ਵੀ ਸਾਫ਼ ਸੁਥਰੇ ਅਤੇ ਇਮਾਨਦਾਰ ਆ। ਇਹ ਲੋਕ ਉਸੇ ਤਰ੍ਹਾਂ ਮੰਨ ਗਏ ਸਰਕਾਰ ਦੀ ਗੱਲ, ਕਿਤੇ ਰੌਲਾ ਨਹੀਂ ਪਿਆ। ਜਦੋਂ ਕਿ ਇੱਕ ਟੈਂਡੈਂਸੀ ਹੈ ਪੰਜਾਬ ਦੀ ਕਿ ਜ਼ਮੀਨ ਦੀ ਜਿਹੜੀ ਹੈ ਲੜਾਈ, ਬਹੁਤ ਵੱਡੀ ਲੜਾਈ ਹੁੰਦੀ ਹੈ। ਜੱਟ ਜਦੋਂ ਲੜਦੇ ਸਾਂਝੀ ਵੱਟ ਤੋਂ ਲੜ ਜਾਂਦੇ, ਉੱਥੇ ਕਤਲ ਹੋ ਜਾਂਦੇ, ਉੱਥੇ ਗੋਲੀ ਚੱਲ ਜਾਂਦੀ ਹੈ। ਪਰ ਦੇਖ ਲਓ ਕਿ 400 ਕਿੱਲੇ, 300 ਕਿੱਲੇ, ਇਸ ਵੇਲੇ 1200 ਜਿਹੜਾ ਕਿੱਲਾ ਜ਼ਮੀਨ ਜਿਹੜੀ ਹੈਗੀ ਹੈ ਆਪਣੇ ਸਰਕਾਰ ਦੇ ਹੱਥ 'ਚ ਆ ਗਈ ਹੈ। ਅਤੇ ਇਹਨਾਂ ਇਸੇ ਕਰਕੇ ਰੋਕ ਲਾ ਦਿੱਤੀ ਹੈ ਕਿ ਅਗਲੀਆਂ ਜਿਹੜੀਆਂ ਜ਼ਮੀਨਾਂ ਹੌਲੀ ਹੌਲੀ ਆਉਣਗੀਆਂ। 6 ਲੱਖ ਜ਼ਮੀਨ, ਜਿਹੜੀ 6 ਲੱਖ ਏਕੜ ਜ਼ਮੀਨ ਲੋਕਾਂ ਨੇ ਹਥਿਆਈ ਹੈ, ਖਾਸ ਕਰਕੇ ਦਰਿਆਵਾਂ ਦੇ ਕੰਢਿਆਂ 'ਤੇ। ਪਰ ਜਦੋਂ ਅਸੀਂ ਗੱਲ ਤਾਂ ਇਹ ਕਰ ਰਹੇ ਹਾਂ ਕਿ ਇਹਨਾਂ ਦੇ ਜਿਹੜੇ ਟੈਕਸ ਜਿਹੜੇ ਜ਼ਿਆਦਾ ਬੋਝ ਹੋਊਗਾ ਸਾਰਿਆਂ 'ਤੇ, ਔਰ ਉਹਦੇ 'ਚ ਪੰਜਾਬ ਦੀ ਹਾਲਤ ਅਜੇ ਡਾਵਾਂਡੋਲ ਆ। ਇਸ ਕਰਕੇ ਡਾਵਾਂਡੋਲ ਹੈ ਕਿ ਸਥਿਤੀ ਜਿਹੜੀ ਹੈਗੀ ਆ, ਜਿਹੜੀ ਆਰਥਿਕ ਸਥਿਤੀ, ਉਹ ਬੁਰੀ ਤਰ੍ਹਾਂ ਜਿਹੜੀ ਫੇਲ ਹੋਈ ਪਈ ਆ। ਜਦੋਂ ਕਿ ਹੁਣ ਇਹਨਾਂ ਨੇ ਕਿਹਾ ਵਾ ਭਗਵੰਤ ਮਾਨ ਜੀ ਨੇ ਕਿ ਅਸੀਂ ਜਿਹੜੇ ਬੀਬੀਆਂ ਦੇ ਜਿਹੜੇ ਕਿਰਾਇਆ ਸੀਗਾ ਬੱਸਾਂ ਦਾ, ਉਹ ਵੀ ਇਹਨਾਂ ਨੇ ਵਾਪਸ ਲਿਆ। ਉਹਦੇ ਵਿੱਚ ਇਸ ਕਰਕੇ ਕਿ ਜਿਹੜੀਆਂ ਬੱਸਾਂ ਚੱਲਦੀਆਂ ਸੀਗੀਆਂ, ਉਹਦੇ 'ਚ ਜਿਹੜੇ ਟਿਕਟਾਂ ਕੱਟਣ ਵਾਲੇ ਸੀਗੇ, ਜਾਂ ਜਿਹੜੇ ਡਰਾਈਵਰ ਸੀਗੇ, ਜਾਂ ਜਿਹੜੇ ਉਹ ਲੋਕ ਸੀਗੇ ਉਹ ਕੈਜੂਅਲ ਸੀਗਾ, ਜਾਂ ਜਿਹੜੇ ਰੈਗੂਲਰ ਸੀ, ਉਹਨਾਂ ਨੂੰ ਪੂਰੀ ਤਨਖਾਹ ਨਹੀਂ ਸੀ ਮਿਲ ਰਹੀ। ਉਹ ਵੀ ਪੰਜਾਬ ਰੋਡਵੇਜ਼ ਵੀ ਘਾਟੇ 'ਚ ਜਾ ਰਹੀ ਸੀ। ਇਸ ਕਰਕੇ ਜਾ ਰਹੀ ਜਦੋਂ ਟਿਕਟਾਂ ਹੀ ਮੁਫਤ ਜੀਆਂ, ਬੀਬੀਆਂ ਤੇ ਜਾ ਕੇ ਬਹਿੰਦੀਆਂ, ਉਹਨਾਂ ਆਪਣੇ ਕਿਸੇ ਨੇ ਪੇਕੇ ਜਾਣਾ, ਕਿਸੇ ਨੇ ਆਪਣੀ ਧੀ ਕੋ ਜਾਣਾ, ਕਿਸੇ ਨੇ ਆਪਣੇ ਭਰਾ ਨੂੰ ਮਿਲਣ ਜਾਣਾ, ਉਹ ਜਾ ਰਹੀਆਂ। ਅਤੇ ਜਿਹੜੇ ਘਰ ਵਾਲੇ ਮਰਦ ਆ, ਉਹ ਵਿਚਾਰੇ ਆਪਣੇ ਘਰਾਂ ਦਾ ਕੰਮ ਕਰਦੇ ਸੀਗੇ। ਇਹ ਵੀ ਗੱਲ ਸੀ ਕਿ ਜਦੋਂ ਮੁਫਤ ਦੀ ਸੇਵਾ ਮਿਲਦੀ ਆ, ਉਦੋਂ ਤੁਹਾਨੂੰ ਆਵਾਜਾਈ ਜ਼ਿਆਦਾ ਵੱਧ ਜਾਂਦੀ ਹੈ। ਮੰਨ ਲਓ ਕਿ ਤੁਹਾਨੂੰ ਇੱਥੇ ਸ਼ਹਿਰ ਦੇ ਵਿੱਚ ਕਹਿੰਦੇ ਲੋਕਲ ਬੱਸਾਂ ਜਿਹੜੀਆਂ ਸਾਰੀਆਂ ਖਾਲੀ ਹੈਗੀਆਂ, ਖਾਸ ਕਰਕੇ ਬੀਬੀਆਂ ਲਈ ਆਵਾਜਾਈ ਫ੍ਰੀ ਹੈਗੀ, ਤਾਂ ਅਸੀਂ ਸਾਰੀ ਜਿਹੜੀ ਬੱਸਾਂ 'ਤੇ ਚੜ੍ਹੇ ਰਹਾਂਗੇ, ਆਉਣ ਜਾਣ ਰਹਾਂਗੇ ਅਤੇ ਕੰਮ ਭੁੱਲ ਜਾਵਾਂਗੇ। ਕਿਉਂਕਿ ਇਸ ਕਰਕੇ ਹੈਗਾ ਯਾਰ ਫ੍ਰੀ ਹੈ, ਜਿੱਥੇ ਆਪਣਾ ਮਨ ਨਹੀਂ ਵੀ ਕਰਦਾ ਉੱਥੇ ਵੀ ਜਾਵਾਂਗੇ, ਯਾਰ ਚੱਲ ਜੀਏ। ਜਿੱਥੇ ਵਿਆਹ 'ਚ ਲੋਕਾਂ ਨੇ ਚਾਹੁੰਦੇ ਜਾਣਾ, ਉੱਥੇ 10 ਵੀ ਚੱਲ ਜਾਂਦੇ ਆ, ਚੱਲ ਆਵਾਜਾਈ ਫ੍ਰੀ ਹੈਗਾ, ਕੋਈ ਗੱਲ ਨਹੀਂ। ਇਹ ਆਵਾਜਾਈ ਦੇ ਸਾਧਨਾਂ ਦੀ ਗੱਲ ਹੈ। ਅਤੇ ਜਿਹੜੀ ਗੱਲ ਪੰਜਾਬ ਸਟੇਟ ਦੀ ਹੈ, ਇਹ ਵੀ ਇਸੇ ਕਰਕੇ ਥੋੜ੍ਹੀ ਮਾਂਦੀ ਪੈ ਗਈ। ਮਾਂਦੀ ਮਤਲਬ ਕਮਜ਼ੋਰ ਪੈ ਗਈ ਆ ਪੈਸੇ ਦੁੱਖੋਂ। 100 ਗੱਲਾਂ ਅਸੀਂ ਡਰਾਇੰਗ ਰੂਮ 'ਚ ਬਹਿ ਕੇ ਡਿਸਕਸ ਕਰ ਲਈਏ, ਔਰ ਉਹਨਾਂ ਨੂੰ ਨਿਪਰੇ ਚਾੜ੍ਹਨ ਲਈ ਪੈਸਾ ਪਿੱਛੇ ਹੁੰਦਾ, ਫਿਰ ਗੱਲ ਕਿੱਥੇ ਫੇਲ ਹੋ ਜਾਂਦੀ ਹੈ, ਯਾਰ ਪੈਸਾ ਕਿੱਥੋਂ ਆਊਗਾ। ਕਿੰਨੀਆਂ ਸਕੀਮਾਂ ਭਗਵੰਤ ਮਾਨ ਜੀ ਨੇ ਉਲੀਕੀਆਂ,
ਔਰ ਉਹਦੇ ਵਿੱਚ ਇਹਨਾਂ ਨੇ ਕਿਹਾ ਕਿ ਅਸੀਂ ਹੁਣ ਚਾਹੁੰਦੇ ਹਾਂ ਕਿ ਪੰਜਾਬ ਦੀ ਜਿਹੜੀ ਹੈ ਖੁਸ਼ਹਾਲੀ ਵੱਲ ਵਧੇ। ਖੁਸ਼ਹਾਲੀ ਵੱਲ ਤਾਂ ਦੀ ਵਧੂਗਾ ਜੇ ਉਹਦੇ ਜੇਬ 'ਚ ਕੁਛ ਹੋਊਗਾ। ਜੇਬ 'ਤੇ ਤਾਂ ਹੈ ਕੁਛ ਨਹੀਂਗਾ। ਬਾਹਰ ਹੁਣ ਸੈਂਟਰ ਨੇ ਇੰਨਾ ਪੈਸਾ ਨਹੀਂ ਦੇਣਾ, ਕਿਉਂਕਿ ਸੈਂਟਰ ਨੇ ਹੁਣ ਜਿਹੜੇ 2 ਚੀਜ਼ਾਂ 3 ਦੇਤੀਆਂ ਜਿਹਦਾ ਤੁਸੀਂ ਹੁਣੇ ਜ਼ਿਕਰ ਕੀਤਾ। ਤੇਲ ਸਸਤੇ ਹੋ ਗਿਆ, ਟੈਕਸ ਜਿਹੜਾ ਉਹਨਾਂ ਨੇ ਆਪਾਂ ਵਾਪਸ ਲੈ ਲਿਆ, ਜਿਹੜਾ ਉਹ ਸੈਂਟਰ ਨੇ ਸੀਤਾਰਮਨ ਨੇ ਕਹਿ ਦਿੱਤਾ ਵਾ। ਔਰ ਹੁਣ ਪੰਜਾਬ ਗੌਰਮੈਂਟ ਦਾ ਬਜਟ ਵੀ ਆ ਰਿਹਾ, ਅਗਲੇ ਮਹੀਨੇ ਪਹਿਲੀ ਤੋਂ ਬਜਟ ਸ਼ੁਰੂ ਹੋ ਜਾਣਾ, ਜਿਹਦੇ ਰਿਐਕਸ਼ਨ ਲਏ ਉਹਨਾਂ ਨੇ ਪੰਜਾਬ ਦੇ ਲੋਕਾਂ ਦੇ, ਬੀਬੀਆਂ ਦੇ ਵਿੱਚ ਰਿਐਕਸ਼ਨ ਦਿੱਤੇ ਆ, ਪ੍ਰਤੀਕਿਰਿਆਵਾਂ ਦਿੱਤੀਆਂ। ਪਰ ਇਹ ਗੱਲ ਆ ਕੇ ਫਿਰ ਉੱਥੇ ਆ ਕੇ ਖਤਮ ਹੋ ਜਾਂਦੀ ਆ ਕਿ ਜਿੱਥੋਂ ਪੈਸਾ ਹੀ ਨਹੀਂ। ਹੁਣ ਬਜਟ ਦੇ ਵਿੱਚ ਖਾਸ ਤੌਰ 'ਤੇ ਸਾਫ਼ ਜਿਹੜਾ ਹੋ ਜਾਣਾ, ਉਹ ਅਧਿਆਇ ਨਵਾਂ ਲਿਖਿਆ ਜਾਣਾ ਕਿ ਲੋਕਾਂ ਦੀ ਆਹ ਡਿਮਾਂਡ ਹੈ, ਲੋਕਾਂ ਨੇ ਆਹ ਮੰਗਿਆ, ਪਰ ਲੋਕਾਂ ਦੀ ਜਿਹੜੀ ਰਾਏ ਆ ਉਹ ਨੇਪਰੇ ਨਹੀਂ ਚੜ੍ਹ ਸਕੀ ਕਿਉਂਕਿ ਪੈਸਾ ਹੀ ਪੱਲੇ ਹੈ ਨਹੀਂਗਾ। ਇਸ ਕਰਕੇ ਅਰਥ ਸ਼ਾਸਤਰੀ ਵੀ ਇਸ ਗੱਲ ਤੋਂ ਪਿੱਛੇ ਹਟ ਜਾਂਦੇ ਆ। ਗੱਲ ਤਾਂ ਆ ਕੇ ਉੱਥੇ ਮੁੱਕਦੀ। ਕੋਈ ਪਲਾਨਿੰਗ ਬਣੂਗੀ, ਕੋਈ ਆਪਾਂ ਪੁਲ ਬਣਾ ਰਹੇ ਹਾਂ ਜਾਂ ਕੋਈ ਸੜਕ ਬਣਾ ਰਹੇ ਹਾਂ ਜਾਂ ਕੋਈ ਆਪਾਂ ਸਕੂਲ ਬਣਾ ਰਹੇ ਹਾਂ, ਉਹਦੇ ਵਿੱਚ ਇਨਫਰਾਸਟ੍ਰਕਚਰ ਚਾਹੀਦਾ ਵਾ। ਤਦ ਕਰਕੇ ਹੈਗਾ। ਸਕੂਲਾਂ ਦੀ ਵੀ ਗੱਲ ਸੁਣ ਲਓ, ਸਕੂਲਾਂ 'ਚ ਵੀ ਇਹੀ ਹਾਲ ਹੈਗਾ। ਉੱਥੇ ਬੋਰਡਾਂ ਥੱਲੇ ਬੱਚੇ ਪੜ੍ਹਦੇ ਆ, ਜਿਹੜੇ ਮਕਾਨ ਨੇ ਉਹ ਟੁੱਟੇ ਪਏ ਆ। ਪਰ ਜਿਹੜੇ ਸਾਡੇ ਪ੍ਰਵਾਸੀ ਭਾਰਤੀ ਉਹ ਥੋੜ੍ਹਾ ਬਹੁਤ ਹੈਲਪ ਕਰ ਰਹੇ ਆ। ਪ੍ਰਵਾਸੀ ਭਾਰਤੀ ਜਿਹੜੇ ਆ ਰਹੇ ਪੰਜਾਬ 'ਚ, ਉਹਨਾਂ ਨੇ ਕਈ ਸਕੂਲ ਬਣਾਏ ਵੀ ਆ। ਸਕੂਲਾਂ 'ਚ ਫੱਟੇ ਬਸਤੀਆਂ ਦਿੱਤੀ ਵੀ, ਕਿਤਾਬਾਂ ਵੀ ਦਿੱਤੀਆਂ, ਯੂਨੀਫਾਰਮ ਵੀ ਦਿੱਤੀਆਂ, ਬੜਾ ਕੁਝ ਦਿੱਤਾ ਵਾ। ਔਰ ਉਹ ਚਾਹੁੰਦੇ ਨੇ ਕਿ ਪੰਜਾਬ 'ਚ ਜੇ ਖੁਸ਼ਹਾਲੀ ਆਉਂਦੀ ਤਾਂ ਸਾਡੇ ਸਕੂਲਾਂ ਰਹੀ ਆਊ, ਵਿਦਿਆ ਰਹੀ ਜਾਊਗੇ, ਵਿਦਿਆ ਪੜ੍ਹਨਗੇ ਤਦ ਹੀ ਹੈਗਾ। ਸੜਕਾਂ ਬਣਨ ਨਾਲ ਨਹੀਂ ਸਾਰਾ ਕੁਝ ਹੁੰਦਾ, ਪੁਲ ਬਣਨ ਨਾਲ ਸਾਰਾ ਨਹੀਂ ਕੁਝ ਹੁੰਦਾ। ਜੇ ਬੱਚੇ ਪੜ੍ਹ ਜਾਣਗੇ ਤਾਂ ਫਿਰ ਸਾਰਾ ਕੁਝ ਬਣੂਗਾ। ਬੱਚੇ ਵੀ ਇੱਕ ਤਰ੍ਹਾਂ ਦਾ ਪੁਲ ਹੀ ਹੈਗਾ, ਨਵੀਂ ਜਨਰੇਸ਼ਨ ਇੱਕ ਤਰ੍ਹਾਂ ਦਾ ਪੁਲ ਆ। ਪੁਲ ਆਵਾਜਾਈ ਦੇ ਸਾਧਨ ਵੀ ਹੈਗੇ ਆ, ਤੇ ਪਰ ਜਿਹੜੇ ਬੱਚੇ ਆ ਇਹ ਤੁਹਾਡੇ ਨਾਲ ਅਗਲੀ ਜਨਰੇਸ਼ਨ ਹੈ, ਇਹਨੇ ਤੁਹਾਨੂੰ ਅਗਲੀਆਂ ਖੁਸ਼ਹਾਲੀ ਵੱਲ ਲੈ ਕੇ ਜਾਣਾ, ਅਗਲੀਆਂ ਪਲਾਨਿੰਗ ਵੱਲ ਲੈ ਕੇ ਜਾਣਾ, ਅਗਲੀਆਂ ਯੋਜਨਾਵਾਂ ਦਿਖਾਉਣੀਆਂ ਨੇ। ਤੇ ਹੁਣ ਤੁਸੀਂ ਕੋਈ ਅਗਲਾ ਮੁੱਦਾ? ਮੈਂ ਇਹ ਕਹਿਣਾ ਚਾਹੁੰਦਾ ਸੀ ਕਿ ਜਿਹੜੀ ਐਕਸਾਈਜ਼ ਦੀ ਗੱਲ ਹੈ ਕਿ ਜਦੋਂ ਸਟੇਟ ਗਵਰਨਮੈਂਟ ਤੋਂ ਤੁਸੀਂ ਸੈਂਟਰ ਵਾਲੇ ਬੈਕਫੁੱਟ ਤੇ ਜਾ ਰਹੇ ਹੋ, ਤੁਸੀਂ ਕਮ ਸੇ ਕਮ ਇਸ ਚੀਜ਼ ਨੂੰ ਦੇਖੋ ਕਿ ਤੁਹਾਡਾ ਫੈਡਰਲ ਸਟਰਕਚਰ ਕੀ ਹੈ। ਅਕੋਰਡਿੰਗ ਟੂ ਕਨਸਟੀਟਿਊਸ਼ਨ ਜਿਹੜਾ ਸਟੇਟ ਤੇ ਸੈਂਟਰ ਦਾ ਰਿਲੇਸ਼ਨ ਹੈ, ਉਹਦਾ ਆਪਸ ਦੇ ਵਿੱਚ ਲੈਣ ਦੇਣ ਕਿੱਦਾਂ ਦਾ ਹੈ, ਬਿਲਕੁਲ ਜੋ ਅਕੋਰਡਿੰਗ ਟੂ ਕਨਸਟੀਟਿਊਸ਼ਨ ਜੋ ਸਾਰਾ ਡਿਜ਼ਾਈਨ ਬਣਾਇਆ ਗਿਆ ਹੈ, ਉਹਦੇ ਮੁਤਾਬਿਕ ਤੁਸੀਂ ਵਿੱਚ ਰਾਜਨੀਤੀ ਖੇਡਦੇ ਹੋ ਸਟੈਪ ਬੈਕ ਕਰਕੇ, ਔਰ ਤੁਸੀਂ ਕਹਿੰਦੇ ਹੋ ਕਿ ਸਟੇਟ ਆਪਣੇ ਆਪ ਪ੍ਰਬੰਧ ਕਰੇ। ਸਟੇਟ ਭਾਰਤ ਦਾ ਹਿੱਸਾ ਨਹੀਂ ਹੈ। ਸਟੇਟ ਜਿਹੜੀ ਹੈ ਉਹ ਸੈਂਟਰ ਗਵਰਨਮੈਂਟ ਦਾ ਹਿੱਸਾ ਨਹੀਂ ਹੈ। ਆਪਣੇ ਆਪ ਪ੍ਰਬੰਧ ਕਿਵੇਂ ਕਰਨ? ਉਹ ਕੋਈ ਵਿਦੇਸ਼ ਹੈ, ਕੋਈ ਦੂਸਰਾ ਮੁਲਕ ਹੈ? ਸਾਡਾ ਆਪਣਾ ਮੁਲਕ ਹੈ। ਪੰਜਾਬ ਭਾਰਤ ਸਰਕਾਰ ਦਾ ਹਿੱਸਾ ਹੈ, ਪੰਜਾਬ ਭਾਰਤ ਦੀ ਗਵਰਨਮੈਂਟ ਦਾ ਹਿੱਸਾ ਹੈ, ਭਾਰਤ ਦਾ ਹਿੱਸਾ ਹੈ। ਤੇ ਫਿਰ ਇਹ ਕਿਉਂ ਕਿਹਾ ਜਾਂਦਾ ਕਿ ਅਸੀਂ ਸਟੈਪ ਬੈਕ ਕਰਨ ਲੱਗੇ, ਤੁਸੀਂ ਆਪਣਾ ਅਰੇਂਜਮੈਂਟ ਆਪੇ ਕਰੋ? ਕਿੱਥੋਂ ਕਰਨਗੇ, ਕਿੱਥੋਂ ਲਿਆਣ? ਸੋਰਸਿਸ ਤਾਂ ਉਹੀ ਨੇ। ਬਿਲਕੁਲ ਬਕਾਇਦਾ ਤੁਹਾਨੂੰ ਸਾਥ ਦੇਣਾ ਚਾਹੀਦਾ। ਇਹ ਥੋੜਾ ਕਿ ਰਾਜਨੀਤੀ ਖੇਡਣੀ ਹੈ ਕਿ ਅਸੀਂ ਬੀਜੇਪੀ ਗਵਰਨਮੈਂਟ ਅਤੇ ਤੁਸੀਂ ਆਮ ਆਦਮੀ ਪਾਰਟੀ ਗਵਰਨਮੈਂਟ ਹੋ, ਇਸ ਕਰਕੇ ਜਿੱਥੇ ਬੀਜੇਪੀ ਦੀ ਗਵਰਨਮੈਂਟ ਹੋਗੀ ਅਸੀਂ ਉੱਥੇ ਸਪੋਰਟ ਦੇਵਾਂਗੇ, ਜਿੱਥੇ ਬੀਜੇਪੀ ਦੀ ਗਵਰਨਮੈਂਟ ਨਹੀਂ ਹੈਗੀ, ਨਾਨ ਬੀਜੇਪੀ ਸਟੇਟਸ ਨੇ, ਉੱਥੇ ਅਸੀਂ ਸਪੋਰਟ ਨਹੀਂ ਦੇਵਾਂਗੇ। ਕੋਈ ਨਾ ਕੋਈ ਕੁੰਡੀ ਕੱਢ ਲਵਾਂਗੇ ਵਿੱਚੋਂ, ਕੋਈ ਨਾ ਕੋਈ ਤਰੀਕਾ ਕੱਢ ਕੇ ਅਸੀਂ ਸਟੈਪ ਬੈਕ ਕਰ ਜਾਵਾਂਗੇ। ਇਹ ਤਾਂ ਫਿਰ ਇਹ ਹੋਇਆ ਨਾ ਕਿ ਆਮ ਆਦਮੀ ਪਾਰਟੀ ਨੂੰ ਤੁਸੀਂ ਚੱਲਣ ਨਹੀਂ ਦੇਣਾ। ਠੀਕ ਹੈ, ਤੁਹਾਡੀ ਆਪਣੀ ਸਿਆਸਤ ਦੀਆਂ ਗੇਮਸ ਨੇ, ਪਰ ਲੋਕ ਤਾਂ ਆਮ ਆਦਮੀ ਪਾਰਟੀ ਨਹੀਂ ਹੈਗੇ। ਸਟੇਟ ਗਵਰਨਮੈਂਟ ਤਾਂ ਆਮ ਆਦਮੀ ਪਾਰਟੀ ਨਹੀਂ ਹੈਗੀ। ਜਿਹੜੀ ਸਟੇਟ ਗਵਰਨਮੈਂਟ ਲੋਕਾਂ ਨੇ ਚੁਣੀ ਹੈ, ਉਹਨਾਂ ਨੇ ਤਾਂ ਇੱਕ ਵਿਚਾਰਤ ਚੁਣੀ ਹੈ ਕਿ ਜਿਹੜੇ ਸਾਡੇ ਵਾਸਤੇ ਕੰਮ ਕਰਨ। ਜੋ ਵਿਚਾਰਤ ਚੁਣੀ ਗਈ, ਹੁਣ ਉਹ ਪਾਰਟੀ ਖਤਮ ਹੋ ਗਈ। ਪਾਰਟੀ ਉਦੋਂ ਤੱਕ ਸੀ ਜਦੋਂ ਤੱਕ ਇਲੈਕਸ਼ਨਸ ਨਹੀਂ ਹੋਈਆਂ ਸੀ। ਇਲੈਕਸ਼ਨਸ ਜਿੱਤ ਕੇ ਇਹ ਪਾਵਰ 'ਚ ਆ ਗਏ, ਹੁਣ ਪਾਰਟੀ ਨਹੀਂ ਹੈ, ਹੁਣ ਇਹ ਗਵਰਨਮੈਂਟ ਹੈ। ਹੁਣ ਸੈਂਟਰ ਗਵਰਨਮੈਂਟ ਵੱਲੋਂ ਸਟੇਟ ਗਵਰਨਮੈਂਟ ਨੂੰ ਪੂਰੀ ਹੈਲਪ ਮਿਲਣੀ ਚਾਹੀਦੀ ਹੈ। ਪੂਰੀ ਭਾਰਤ ਦੀ ਜਿਹੜੀ ਸੱਤਾ ਹੈ, ਜਿੱਥੇ ਜਿਹੜੀ ਗਵਰਨਮੈਂਟ ਬੈਠੀ, ਸਟੇਟ ਗਵਰਨਮੈਂਟ, ਹਰੇਕ ਸਟੇਟ ਗਵਰਨਮੈਂਟ ਨੂੰ ਸੈਂਟਰ ਗਵਰਨਮੈਂਟ ਵੱਲੋਂ ਪੂਰੀ ਮਦਦ ਮਿਲਣੀ ਚਾਹੀਦੀ, ਕਿਉਂਕਿ ਅਸੀਂ ਦੇਸ਼ ਨੂੰ ਚਲਾਉਣਾ ਹੈ, ਅਸੀਂ ਪੰਜਾਬ ਨੂੰ ਚਲਾਉਣਾ ਹੈ, ਪੰਜਾਬ ਦੀ ਰਿਆਸਤ ਨੂੰ ਚਲਾਉਣਾ ਹੈ, ਪੰਜਾਬ ਦੇ ਲੋਕਾਂ ਦੇ ਜੀਵਨ ਨੂੰ ਚਲਾਉਣਾ ਹੈ। ਇਹਦੇ ਵਿੱਚ ਰਾਜਨੀਤੀ ਥੋੜ੍ਹਾ ਖੇਡਣੀ ਹੈ ਕਿ ਅਸੀਂ ਫਲਾਣੀ ਸਰਕਾਰ ਨੂੰ ਚੱਲਣ ਨਹੀਂ ਦੇਣਾ, ਫਿਰ ਉੱਥੇ ਅਸੀਂ ਆਪ ਕਿਵੇਂ ਆਪਣੀ ਹਕੂਮਤ ਕਾਇਮ ਕਰੀਏ, ਉਹਦੇ ਵਾਸਤੇ ਤਿਗੜਮਬਾਜ਼ੀ ਸ਼ੁਰੂ ਕਰ ਲਓ। ਫਿਰ ਕੋਈ ਕਾਨੂੰਨੀ ਦਾਅਪੇਚ ਕੱਢ ਲਵੋ, ਫਿਰ ਕੋਈ ਕਾਨੂੰਨੀ ਰਾਸਤੇ ਕੱਢ ਲਵੋ, ਸੰਵਿਧਾਨ ਦੇ ਵਿੱਚੋਂ ਤੋੜ ਮਰੋੜ ਕੇ ਕੋਈ ਰਸਤੇ ਕੱਢ ਲਵੋ ਕਿ ਪੰਜਾਬ ਨੂੰ ਅਸੀਂ ਕਿੱਦਾਂ ਆਪਣੇ ਕਬਜ਼ੇ 'ਚ ਲੈਣਾ। ਮਤਲਬ ਇਹ ਕੀ ਤਰੀਕੇ ਨੇ ਰਾਜਨੀਤੀ ਖੇਡਣ ਦੇ? ਲੋਕਾਂ ਦੇ ਜੀਵਨ ਦਾ ਮੁੱਲ ਨਹੀਂ ਹੈਗਾ, ਲੋਕਾਂ ਦੇ ਜਿਹੜੇ ਸੁਪਨੇ ਨੇ ਉਹਨਾਂ ਦਾ ਕੋਈ ਮੁੱਲ ਨਹੀਂ ਹੈਗਾ, ਲੋਕਾਂ ਦੇ ਫਿਊਚਰ ਦਾ ਕੋਈ ਮੁੱਲ ਨਹੀਂ ਹੈਗਾ। ਜਿਨ੍ਹਾਂ ਦੇ ਸਿਰ ਦੇ ਉੱਤੇ ਵੋਟਾਂ ਲੈ ਕੇ ਤੁਸੀਂ ਸੱਤਾ 'ਚ ਬਹਿੰਦੇ ਹੋ, ਤੁਸੀਂ ਉਹਨਾਂ ਦੇ ਜੀਵਨ ਨੂੰ ਆਪਣੀਆਂ ਠੋਕਰਾਂ 'ਚ ਰੱਖਦੇ ਹੋ। ਜੋ ਮਰਜ਼ੀ ਉਹਨਾਂ ਦਾ ਹੁੰਦਾ ਰਹੇ, ਤੁਹਾਨੂੰ ਕੋਈ ਪਰਵਾਹ ਨਹੀਂ, ਤੁਸੀਂ ਆਪਣੀ ਸਿਆਸਤ ਖੇਡਣੀ ਹੈ। ਹੁਣ ਇਹ ਕੋਈ ਸਟੈਪ ਬੈਕ ਕਰਨ ਦਾ ਕੋਈ ਪੋਜੀਸ਼ਨ ਹੈ? ਜਦੋਂ ਤੁਸੀਂ ਦੇਖਦੇ ਹੋ ਕਿ ਸਟੇਟ ਗਵਰਨਮੈਂਟ ਦਾ ਹਾਲ ਕੀ ਹੋਇਆ, ਇੱਥੇ ਨਿੱਕੇ ਨਿੱਕੇ ਬੱਚੇ ਨੇ, ਉਹਨਾਂ ਦਾ ਫਿਊਚਰ ਹੈ, ਇੱਥੇ ਬਿਮਾਰ ਲੋਕ ਨੇ, ਬਜ਼ੁਰਗ ਲੋਕ ਨੇ, ਉਹਨਾਂ ਦੇ ਵਾਸਤੇ ਮੈਡੀਕਲ ਫੈਸਿਲਿਟੀ ਚਾਹੀਦੀ ਹੈ, ਹਰ ਥਾਂ ਦੇ ਉੱਤੇ ਪੈਸਾ ਖਰਚ ਹੋਣਾ ਵਾਲਾ ਚਾਹੀਦਾ ਹੈ। ਜਿਹੜੀਆਂ ਗਲਤੀਆਂ ਹੋ ਗਈਆਂ ਪਿਛਲੀਆਂ ਸਰਕਾਰਾਂ ਤੋਂ, ਉਹ ਤਾਂ ਹੋ ਗਈਆਂ, ਪਰ ਇਸ ਵਕਤ ਜੋ ਸਮਾਂ ਹੈ ਉਸ ਸਮੇਂ ਨੂੰ ਸਾਂਭੋ। ਜਿੱਥੇ ਤੁਹਾਨੂੰ ਖੜਨਾ ਚਾਹੀਦਾ ਸਟੇਟ ਗਵਰਨਮੈਂਟ ਨਾਲ, ਉੱਥੇ ਸੈਂਟਰ ਗਵਰਨਮੈਂਟ ਨੂੰ 100% ਖੜੇ ਹੋਣਾ ਚਾਹੀਦਾ ਹੈ, ਕਿਉਂਕਿ ਇਹ ਸੂਬੇ ਦਾ ਸਵਾਲ ਹੈ ਔਰ ਸੂਬਾ ਭਾਰਤ ਦਾ ਹਿੱਸਾ ਹੈ, ਔਰ ਸੂਬੇ ਦੇ ਲੋਕਾਂ ਦਾ ਸਵਾਲ ਹੈ ਔਰ ਸੂਬੇ ਦੇ ਲੋਕ ਭਾਰਤ ਦੇ ਨਾਗਰਿਕ ਨੇ। ਇਹ ਸਾਡਾ ਸੰਵਿਧਾਨ ਸਾਨੂੰ ਸਮਝਾਉਂਦਾ ਹੈ।
ਜੇ ਅਕੋਰਡਿੰਗ ਸੰਵਿਧਾਨ ਦੀ ਆਪਾਂ ਗੱਲ ਕਰੀਏ ਤਾਂ ਜਿਹਦੇ ਵਿੱਚ ਸਟੇਟ ਨੇ, ਸਟੇਟ ਜਿਹੜੇ ਆ ਉਹ ਬਿਲਕੁਲ ਇੱਕ ਰੁੱਖ ਦੇ ਵਾਂਗੂ ਬ੍ਰਾਂਚਸ ਹੈਗੀਆਂ, ਬਿਲਕੁਲ ਬ੍ਰਾਂਚਸ ਨੇ। ਔਰ ਜੇ ਅਸੀਂ ਗੱਲ ਕਰੀਏ ਜਮਹੂਰੀਅਤ ਦੀ, ਲੋਕਤੰਤਰ ਦੀ ਗੱਲ ਕਰਦੇ ਹਾਂ, ਹਿੰਦੁਸਤਾਨ 'ਚ ਲੋਕਤੰਤਰ ਜਿਹੜਾ ਹੈਗਾ ਬੜਾ ਪੁਰਾਣਾ ਲੋਕਤੰਤਰ ਹੈ ਔਰ ਇਹਦੇ 'ਚ ਇਹ ਪੂਰੀ ਚਰਚਾ ਦਾ ਵਿਸ਼ਾ ਰਹਿੰਦਾ ਸਾਰੇ ਵਰਲਡ 'ਚ, ਕਿਉਂਕਿ ਹਿੰਦੁਸਤਾਨ ਦਾ ਜਿਹੜਾ ਲੋਕਤੰਤਰ ਆ ਅੱਜ ਤੋਂ ਆਜ਼ਾਦੀ ਤੋਂ ਬਾਅਦ ਬੜਾ ਕਾਮਯਾਬੀ ਨਾਲ ਚੱਲਦਾ ਰਿਹਾ। ਪਰ ਜੇ ਅਸੀਂ ਦੋ ਚੀਜ਼ਾਂ ਦੀ ਗੱਲ ਕਰੀਏ, ਇੱਕ ਪ੍ਰੈਜ਼ੀਡੈਂਸ਼ੀਅਲ ਗਵਰਨਮੈਂਟ ਹੁੰਦੀ ਹੈ, ਪ੍ਰਧਾਨਾਤਮਕ ਸਰਕਾਰ, ਇੱਕ ਜਮਹੂਰੀਅਤ ਲੋਕਤੰਤਰ। ਪਰ ਜਿੱਥੇ ਡਿਸੀਜਨ ਜਿਹੜੀ ਹੈ ਪ੍ਰੈਜ਼ੀਡੈਂਸ਼ੀਅਲ ਗਵਰਨਮੈਂਟ ਦੇ ਅਕੋਰਡਿੰਗ ਹੁੰਦੇ ਆ, ਉਹ ਇਮੀਡੀਏਟ ਹੁੰਦੇ ਆ। ਜਿਸ ਤਰ੍ਹਾਂ USA ਦੇ ਆ, ਜਦੋਂ ਪ੍ਰੈਜ਼ੀਡੈਂਟ ਜਦੋਂ ਕਰਦਾ, ਐਲਾਨ ਕਰਦਾ ਤਾਂ ਪੂਰੇ ਹਿੰਦੁਸਤਾਨ 'ਚ, ਪੂਰੇ ਅਮਰੀਕਾ 'ਚ ਮੰਨਿਆ ਜਾਂਦਾ। ਸਾਡੇ 'ਚ ਹੈਗਾ ਲੋਕ ਸਭਾ, ਰਾਜ ਸਭਾ, ਚੈਂਬਰ ਤਾਂ ਹੈਗੇ ਦੋ, ਪਰ ਚੈਂਬਰ ਤੋਂ ਬਾਅਦ ਫਿਰ ਜਿਹੜੀਆਂ ਸਾਡੀਆਂ ਵਿਧਾਨ ਸਭਾ ਜਿੱਦੀ ਤੁਸੀਂ ਹੁਣ ਗੱਲ ਕਰ ਰਹੇ ਸਟੇਟਸ ਹੈਗੇ। ਪਰ ਹੁਣ ਜੇ ਉਹ ਡਿਸੀਜਨ ਲੈਂਦੇ ਆ ਤਾਂ ਉਹ ਉੱਥੇ ਆਪਣਾ ਡਿਸੀਜਨ ਜ਼ਿਆਦਾ ਵਧੀਆ ਲੈਣਗੇ ਜਿੱਥੇ ਉਹਨਾਂ ਦੀ ਆਪਣੀ ਸਰਕਾਰ ਆ ਉਸ ਸੂਬੇ 'ਚ। ਜਿੱਥੇ ਉਹਨਾਂ ਦੀ ਸਰਕਾਰ ਆਪੋਜੀਸ਼ਨ ਬੈਠੀ ਹੈ ਉੱਥੇ ਉਹਨਾਂ ਨੂੰ ਫੈਸਿਲਿਟੀ ਨਹੀਂ ਦਿੱਤੀ ਜਾਊਗੀ। ਜਿਹੜੇ ਸੰਸਦ ਦੇ ਮੈਂਬਰ ਆ ਉਹਨਾਂ ਨੂੰ ਉਹਨਾਂ ਪੈਸਾ ਨਹੀਂ ਦਿੱਤਾ ਜਾਊਗਾ, ਡਿਵੈਲਪਮੈਂਟ ਲਈ ਜਿਹੜਾ ਉਹਨਾਂ ਦਾ ਕੋਟਾ ਹੁੰਦਾ ਨਹੀਂ ਦਿੱਤਾ ਜਾਊਗਾ, ਕਿਉਂਕਿ ਉਹ ਤਾਂ ਆਪੋਜੀਸ਼ਨ ਵਾਲੇ ਆ। ਇਹ ਹੈਗਾ ਜਮਹੂਰੀਅਤ 'ਚ, ਲੋਕਤੰਤਰ 'ਚ। ਪਰ ਜਿੱਥੇ ਪ੍ਰਧਾਨਾਤਮਕ ਸਰਕਾਰ ਹੈ, ਪ੍ਰੈਜ਼ੀਡੈਂਸ਼ੀਅਲ ਗਵਰਨਮੈਂਟ ਆ, ਉੱਥੇ ਨਹੀਂ ਹੁੰਦਾ ਔਰ ਕੁਇਕ ਡਿਸੀਜਨ ਹੁੰਦਾ ਔਰ ਬੜੀ ਜਲਦੀ ਡਿਸੀਜਨ ਹੁੰਦਾ ਔਰ ਉੱਥੇ ਵੀ ਕਿਹੜਾ ਇਸ ਵੇਲੇ ਕੰਮ ਕਰਨਾ ਉਹਨੂੰ ਇੰਪਲੀਮੈਂਟ ਹੁੰਦਾ ਉਸ ਵੇਲੇ। ਸਾਡੇ 'ਚ ਇੰਪਲੀਮੈਂਟੇਸ਼ਨ ਲਈ ਬੜਾ ਕੁਛ ਹੈਗਾ। ਜਦੋਂ ਉੱਥੋਂ ਡਿਸੀਜਨ ਆਇਆ ਫਿਰ ਡਿਸੈਂਟਰਲਾਈਜ਼ ਹੋਇਆ, ਜਿਹੜੀਆਂ ਸਰਕਾਰਾਂ ਆਪਣੀਆਂ ਜਿਹੜੀਆਂ ਪਾਵਰਫੁਲ ਬਣ ਜਾਂਦੀਆਂ ਸਟੇਟਾਂ, ਜਿਹੜੀਆਂ ਪ੍ਰਭੂਸੱਤਾ ਜਿਹਨੂੰ ਸੋਵਰਨਟੀ ਕਹਿੰਦੇ ਆਪਾਂ, ਉਹ ਹੈਗੀ ਆ। ਸਟੇਟ ਤਦ ਬਣਦਾ ਜਿੱਥੇ ਪਾਪੂਲੇਸ਼ਨ ਪ੍ਰਭੂਸੱਤਾ ਹੈਗੀ ਆ, ਜਿਹਦੇ 'ਚ ਲੋਕੇਸ਼ਨ ਏਰੀਆ ਉਹਨੂੰ ਅਸੀਂ ਸਟੇਟ ਕਹਾਂਗੇ। ਪਰ ਓਵਰਆਲ ਕੌਣ ਇੰਚਾਰਜ ਹੈਗਾ, ਉਹ ਤਾਂ ਕੇਂਦਰ ਹੈਗੀ, ਕੇਂਦਰ ਸਰਕਾਰ ਹੈਗੀ ਹੈ। ਹੁਣ ਇਹ ਜਿਹੜੀਆਂ ਵੰਡੀਆਂ ਨਾ, ਇਹ ਵੰਡੀਆਂ ਆਉਂਦੀਆਂ ਤੱਕ ਜਿਹੜਾ ਲੋਕਾਂ ਤੱਕ ਪਹੁੰਚਣਾ ਪੈਸਾ ਉਹੀ ਪੂਰਾ ਨਹੀਂ ਪਹੁੰਚਦਾ। ਚਿੱਠੀ ਪੱਤਰੀ ਚੱਲਦੀ ਰਹਿੰਦੀ ਹੈ, ਪ੍ਰੋਸੈਸ ਹੀ ਚੱਲਦਾ ਰਹਿੰਦਾ। ਬਿਲਕੁਲ ਸਹੀ ਗੱਲ। ਉਹ ਦੇਖੋ ਜੀ ਉਹਨਾਂ ਨੇ ਕਿਆ ਗੇਮ ਖੇਡੀ ਹੈ ਜੀ, ਕਿੱਦਾਂ ਮੁੱਦਰੇ ਮੂੰਹ ਉਸ ਸਰਕਾਰ ਨੂੰ ਸੁੱਟਿਆ ਜੀ। ਦੇਖੋ ਜੀ ਹੁਣ ਮੁੜ ਤੋਂ ਕਿਵੇਂ ਸੱਤਾ ਚਾਹੁੰਦੇ ਪਏ ਨੇ। ਮਤਲਬ ਇਹ ਸਿਆਣਪ ਹੈ ਲੋਕਤੰਤਰ 'ਚ। ਇਹਨੂੰ ਸਿਆਣਪ ਮੰਨਦੇ ਹੋ ਤੁਸੀਂ? ਕਾਗਜ਼ਾਂ 'ਚ ਬਹੁਤ ਕੰਮ ਹੁੰਦਾ, ਫਾਈਲਾਂ ਬਹੁਤ ਤੁਰਦੀਆਂ ਹੈਗੀਆਂ, ਪਰ ਜੋ ਇੰਪਲੀਮੈਂਟ ਹੋਣਾ ਪ੍ਰੈਕਟੀਕਲ ਤੌਰ 'ਤੇ, ਵਿਵਹਾਰਕ ਤੌਰ 'ਤੇ ਲੋਕਾਂ ਤੱਕ ਉਹ ਨਹੀਂ ਪਹੁੰਚਦਾ। ਮਾਰਿਆ ਕੌਣ ਜਾਂਦਾ ਹੈਗਾ? ਗਰੀਬ ਆਦਮੀ। ਤੁਸੀਂ ਛਲ ਖੇਡਦੇ ਪਏ ਹੋ, ਤੁਸੀਂ ਛਲ ਖੇਡਦੇ ਹੋ, ਤੁਸੀਂ ਚਲਾਕੀਆਂ ਖੇਡਦੇ ਹੋ ਔਰ ਸੰਵਿਧਾਨ ਦੀ ਆੜ ਦੇ ਵਿੱਚ ਖੇਡਦੇ ਹੋ। ਇਦਾਂ ਦੇ ਕਾਨੂੰਨ ਬਣਾ ਲੈਂਦੇ ਹੋ ਕਿ ਤੁਹਾਡੀ ਜਿਹੜੀ ਚਲਾਕੀ ਹੈ, ਤੁਹਾਡਾ ਜਿਹੜਾ ਛਲ ਹੈ, ਉਹ ਸੰਵਿਧਾਨ ਦੇ ਪਰਦੇ ਦੇ ਪਿੱਛੇ ਲੁਕ ਜਾਵੇ ਤੇ ਤੁਸੀਂ ਆਪਣੀ ਗੇਮ ਖੇਡ ਸਕੋ, ਤੇ ਇਹਨੂੰ ਤੁਸੀਂ ਸਿਆਣਪ ਮੰਨਦੇ ਹੋ। ਤੇ ਜਿਹੜੇ ਲੋਕ ਇਸ ਗੱਲ ਦੀ ਤਾਰੀਫ ਕਰਦੇ ਨੇ, ਮੈਨੂੰ ਤਾਂ ਉਹਨਾਂ ਦੀ ਅਕਲ ਦੇ ਉੱਤੇ ਹੈਰਾਨੀ ਹੁੰਦੀ ਕਿ ਇਹ ਅਕਲ ਹੈਗੀ ਹੈ, ਇਹ ਕਿੱਦਾਂ ਦੀ ਅਕਲ ਦਾ ਇਸਤੇਮਾਲ ਹੋ ਰਿਹਾ। ਜੇ ਤੁਸੀਂ ਦਿਮਾਗੀ ਤੌਰ ਤੇ ਬਹੁਤ ਸ਼ਾਰਪ ਹੋ, ਬਹੁਤ ਤੇਜ਼ ਬੁੱਧੀ ਦੇ ਹੋ, ਤਾਂ ਉਹ ਦੇਸ਼ ਵਾਸੀਆਂ ਦੇ ਤੇ ਦੇਸ਼ ਦੇ ਭਲੇ ਵਾਸਤੇ ਖਰਚ ਕਰੋ ਨਾ। ਇਹ ਆਪਣੀ ਪਾਰਟੀ, ਮੇਰੀ ਪਾਰਟੀ, ਮੇਰੀ ਕੁਰਸੀ, ਮੇਰੀ ਸੱਤਾ, ਠੀਕ ਹੈ, ਮੇਰੀ ਪਾਰਟੀ ਦੇ ਲੋਕ, ਮੇਰੀ ਪਾਰਟੀ ਦੇ ਵਰਕਰ, ਮੇਰੀ ਪਾਰਟੀ ਦਾ ਫੰਡ, ਅਸੀਂ ਅੱਗੇ ਕਿਵੇਂ ਆਵਾਂਗੇ, ਅਸੀਂ ਉਹਨਾਂ ਨੂੰ ਪਿੱਛੇ ਕਿਵੇਂ ਸਿੱਟਾਂਗੇ, ਉਹਨਾਂ ਨੂੰ ਮੂਧੇ ਮੂੰਹ ਕਿਵੇਂ ਸਿੱਟਾਂਗੇ, ਇੱਥੇ ਚਲਾਕੀਆਂ ਵਰਤਣੀਆਂ ਨੇ। ਤੇ ਤੁਹਾਡੀਆਂ ਇੰਨੀਆਂ ਗੇਮਸ ਦੇ ਵਿੱਚ, ਤੁਹਾਡੀਆਂ ਇਹਨਾਂ ਚਲਾਕੀਆਂ ਦੇ ਵਿੱਚ ਜੋ ਭਾਰਤ ਦਾ ਹਾਲ ਹੋਣਾ, ਜੋ ਪੰਜਾਬ ਦਾ ਹਾਲ ਹੋਣਾ, ਜੋ ਦੇਸ਼ ਵਾਸੀਆਂ ਦਾ ਹਾਲ ਹੋਣਾ, ਪੰਜਾਬ ਵਾਸੀਆਂ ਦਾ ਹਾਲ ਹੋਣਾ, ਉਹਨਾਂ ਦੀ ਜ਼ਿੰਦਗੀ ਦੀ ਕੋਈ ਕੀਮਤ ਹੈ ਕਿ ਨਹੀਂ ਹੈ ਕਿ ਸਿਰਫ ਤੁਹਾਡੀਆਂ ਗੇਮਾਂ ਹੀ ਦੇਖੀ ਜਾਈਏ ਤੇ ਇਹਨਾਂ ਬੇਵਕੂਫੀਆਂ ਵਾਲੀਆਂ ਗੇਮਾਂ ਦੀ ਬਹਿ ਕੇ ਅਸੀਂ ਤਾਰੀਫ ਕਰਦੇ ਰਹੀਏ। ਇਹਨੂੰ ਬੇਵਕੂਫੀਆਂ ਵਾਲੀਆਂ ਗੇਮਾਂ ਕਿਵੇਂ ਕਵਾਂਗੇ ਅਸੀਂ, ਕਿਉਂਕਿ ਇਹ ਸੰਵਿਧਾਨ ਦੇ ਬਿਲਕੁਲ ਖਿਲਾਫ ਨੇ। ਦੇਖੋ, ਜਦੋਂ ਆਪਾਂ ਗੱਲ ਕਰਦੇ ਹਾਂ ਕਿ ਜਿਹੜੇ ਸਿਸਟਮ ਆ ਇਹ ਨਹੀਂ ਮਾੜੇ ਹੁੰਦੇ, ਪਰ ਸਿਸਟਮ ਨੂੰ ਰਨ ਕਰਨ ਚਲਾਉਣ ਵਾਲੇ ਜਿਹੜੇ ਆ ਨਾ, ਉਹਦਾ ਸਾਬੋਟਾਜ ਕਰਦੇ, ਉਹਨੂੰ ਤੋੜ ਦਿੰਦੇ ਆ, ਉਹਦੇ ਵਿੱਚੋਂ ਉਹਨੂੰ ਖੋਖਲਾ ਕਰ ਦਿੰਦੇ ਆ। ਜਿਸ ਤਰ੍ਹਾਂ ਅਸੀਂ ਪਹਿਲੋਂ ਦੀ ਗੱਲ ਕਰੀਏ, ਜਦੋਂ ਹਿੰਦੁਸਤਾਨ ਆਜ਼ਾਦ ਨਹੀਂ ਸੀ ਹੋਇਆ, ਉਦੋਂ ਪਹਿਲੋਂ ਰਜਵਾੜਾ ਸ਼ਾਹੀ ਸੀ, ਆਲੇ ਦੁਆਲੇ ਰਿਆਸਤਾਂ 'ਚ ਵੰਡਿਆ ਜਾਂਦਾ, ਪਰਗਣੇ ਰਿਆਸਤਾਂ 'ਚ ਵੰਡਿਆ ਜਾਂਦਾ ਸੀ। ਉੱਥੋਂ ਦੇ ਜਿਹੜੇ ਚੌਧਰੀ ਹੁੰਦੇ ਸੀ, ਰਾਜੇ ਮਹਾਰਾਜੇ ਹੁੰਦੇ ਸੀ। ਰਾਜੇ ਮਹਾਰਾਜਿਆਂ ਦੀ ਜਿਹੜੀ ਸੀਗਾ ਜਨਤਾ 'ਤੇ ਰਾਜ ਕਰਦੇ ਸੀ, ਪਰ ਉਹਨਾਂ ਦਾ ਇਹ ਸੀਗਾ ਵੀ ਉਹ ਮਿਲਦੇ ਆਮ ਲੋਕਾਂ ਨੂੰ ਉੱਥੇ ਸੀ ਜਾ ਕੇ ਸਿੱਧੇ ਤੌਰ ਤੇ ਲੋਕਾਂ ਦੀਆਂ ਗੱਲਾਂ ਪੂਰੀਆਂ ਕਰਦੇ ਸੀ। ਪਰ ਉਹਦੇ 'ਚ ਵੀ ਇੱਕ ਕੁਨਬਾਪਰਸਤ ਸੀ, ਰਾਜ ਜਿਹੜਾ ਪਰਿਵਾਰਕ ਜਿਹੜਾ ਹੈਗਾ, ਇੱਕ ਰਾਜਾ, ਦੂਜਾ ਰਾਜਾ, ਤੀਜਾ ਰਾਜਾ, ਫਿਰ ਉਹਨਾਂ ਦਾ ਸਾਰਾ ਪਰਿਵਾਰ, ਕਿਉਂਕਿ ਉਹਨਾਂ ਦੇ ਰਾਜਵੰਸ਼ ਜਿਹੜੇ ਆ ਉਹੀ ਸਾਰੀ ਪ੍ਰਥਾ ਨੂੰ ਚਲਾਉਂਦੇ ਸੀ ਉਹੀ, ਤੇ ਬਾਕੀ ਵਿਚਾਰੇ ਲੋਕ ਕੰਮ ਕਰਦੇ ਸੀ, ਉਹਨਾਂ ਦੀ ਪ੍ਰਜਾ ਸੀਗੀ, ਉਹ ਸਾਰਾ ਕਰਦੇ। ਇਹ ਸਿਸਟਮ ਪਹਿਲੋਂ ਰਿਹਾ ਹਿੰਦੁਸਤਾਨ ਦਾ ਸਾਰਾ ਹੀ। ਔਰ ਉਹਦੇ 'ਚ ਇੱਕ ਦਾ ਪ੍ਰਿੰਸੈਸ ਆਫ ਪੰਜਾਬ ਇੱਕ ਕਿਤਾਬ ਹੈਗੀ, ਉਹਦੇ ਵਿੱਚ ਸਾਰਾ ਕੁਝ ਰਿਹਾ। ਜਿੱਦਾਂ ਕਪੂਰਥਲਾ ਇਹ ਰਾਜੇ ਮਹਾਰਾਜਿਆਂ ਦਾ ਸੀਗਾ, ਪਟਿਆਲਾ ਘਰਾਣਾ ਉੱਥੋਂ ਦਾ ਸੀਗਾ, ਤੁਸੀਂ ਇੰਦੌਰ ਦੇਖ ਲਓ, ਲਖਨਊ ਦੇਖ ਲਓ, ਸਾਰੇ ਪੁਰਾਣੀਆਂ ਸਟੇਟਸ ਹੀ ਸੀਗੀਆਂ, ਸਾਰੇ ਸਟੇਟ ਦੇਖ ਲਓ, ਵੰਡੇ ਸੀਗੇ। ਪਰ ਹੁਣ ਉਦੋਂ ਬਾਅਦ ਜੇ ਜਮਹੂਰੀ ਟਾਈਪ ਜਦੋਂ ਅੰਗਰੇਜ਼ ਚਲੇ ਗਏ ਤਾਂ ਅਸੀਂ ਸਾਡਾ ਸੰਵਿਧਾਨ ਆ ਗਿਆ, ਸੰਵਿਧਾਨ ਤੋਂ ਬਾਅਦ ਸਾਡਾ ਸਾਰਾ ਸਟਰਕਚਰ ਬਣ ਗਿਆ, ਫੈਡਰਲ ਢਾਂਚਾ ਬਣ ਗਿਆ। ਜਦੋਂ ਸਰਦਾਰ ਉਹਦੇ 'ਚ ਦੇਖੋ, ਉਹਦੇ 'ਚ ਵੀ ਸਿਸਟਮ ਜਿਹੜਾ ਨਾ ਉਹ ਬਿਲਕੁਲ ਊਣੇ ਦਾ ਊਣਾ ਰਜਵਾੜਾ ਸ਼ਾਹੀ ਚੱਲਦੀ ਪਈ ਹੈ। ਹਾਲਾਂਕਿ ਲੋਹ ਪੁਰਸ਼ ਜੋ ਸਾਡੇ ਰਹੇ ਨੇ, ਸਰਦਾਰ ਵੱਲਭ ਭਾਈ ਪਟੇਲ, ਉਹਨਾਂ ਨੇ ਜਿਵੇਂ ਸਟੇਟਸ ਇਕੱਠੀਆਂ ਕਰਕੇ ਭਾਰਤ ਨੂੰ ਇੱਕ ਰੂਪ ਦਿੱਤਾ ਹੈ, ਅਸੀਂ ਉਸ ਚੀਜ਼ ਦੀ ਕਦਰ ਨਹੀਂ ਕਰਦੇ। ਗੱਲ ਜ਼ਰੂਰ ਕਰਦੇ ਹਾਂ ਪਰ ਕਦਰ ਨਹੀਂ ਕਰਦੇ। ਔਰ ਬਾਰ-ਬਾਰ ਇਹ ਜੀ ਫਲਾਣੀ ਪਾਰਟੀ ਦੇ ਰਾਜਨੀਤੀ ਦੇ ਚਾਣਕਯ ਨੇ,
ਉਹ ਤੁਸੀਂ ਕਿਉਂ ਚਾਣਕਿਆ ਦਾ ਨਾਮ ਬਦਨਾਮ ਕਰਦੇ ਪਏ ਹੋ? ਚਾਣਕਿਆ ਨੇ ਕਦੀ ਇਦਾਂ ਦੀਆਂ ਗੇਮਸ ਖੇਡੀਆਂ ਨੇ? ਚਾਣਕਿਆ ਨੇ ਹਮੇਸ਼ਾ ਦੇਸ਼ ਦੇ ਫਾਇਦੇ ਵਾਸਤੇ ਰਾਜਨੀਤੀ ਖੇਡੀ ਹੈ, ਹਮੇਸ਼ਾ ਦੇਸ਼ ਨੂੰ ਸਾਹਮਣੇ ਰੱਖ ਕੇ, ਦੇਸ਼ ਵਾਸੀਆਂ ਦੇ ਜੀਵਨ ਨੂੰ ਸਾਹਮਣੇ ਰੱਖ ਕੇ, ਦੇਸ਼ ਵਾਸੀਆਂ ਦੇ ਦੇਸ਼ ਦੇ ਭਵਿੱਖ ਨੂੰ ਸਾਹਮਣੇ ਰੱਖ ਕੇ ਰਾਜਨੀਤੀ ਖੇਡੀ ਹੈ ਚਾਣਕਿਆ ਨੇ। ਚਾਣਕਿਆ ਨੇ ਕਦੀ ਆਪਣੇ ਫਾਇਦੇ ਵਾਸਤੇ ਰਾਜਨੀਤੀ ਨਹੀਂ ਖੇਡੀ, ਤੇ ਤੁਸੀਂ ਸਿਰਫ ਆਪਣੇ ਫਾਇਦੇ ਵਾਸਤੇ ਰਾਜਨੀਤੀ ਖੇਡਦੇ ਹੋ ਤੇ ਤੁਹਾਨੂੰ ਚਾਣਕਿਆ ਕਿਹਾ ਜਾਂਦਾ। ਸ਼ਰਮ ਆਉਂਦੀ ਹੈ ਇਹ ਗੱਲ ਕਹਿਣ ਲੱਗਿਆ? ਸ਼ਰਮ ਵੀ ਨਹੀਂ ਆਉਂਦੀ। ਹੈਰਾਨੀ ਦੀ ਗੱਲ ਇਹ ਹੈ। ਹੁਣ ਸਿੱਧੀ ਸਾਦੀ ਗੱਲ ਇਹ ਹੈ ਕਿ ਜਦੋਂ ਅਸੀਂ ਪੰਜਾਬ ਦੀ ਗੱਲ ਕਰਾਂਗੇ ਜਾਂ ਪੰਜਾਬ ਵਾਸੀਆਂ ਦੀ ਗੱਲ ਕਰਾਂਗੇ ਜਾਂ ਭਾਰਤ ਦੀ ਜਾਂ ਭਾਰਤ ਵਾਸੀਆਂ ਦੀ ਗੱਲ ਕਰਾਂਗੇ, ਇੱਕ ਵਾਈਡਰ ਪਰਸਪੈਕਟਿਵ ਚਾਹੀਦਾ। ਜਦੋਂ ਤੱਕ ਤੁਸੀਂ ਸਾਰਿਆਂ ਨੂੰ ਆਪਣਾ ਪਰਿਵਾਰ ਨਹੀਂ ਸਮਝਦੇ, ਆਪਣੀ ਫੈਮਿਲੀ ਨਹੀਂ ਸਮਝਦੇ, ਉਦੋਂ ਤੱਕ ਤੁਸੀਂ ਨਾ ਰਾਜਨੀਤੀ ਦੇ ਕਾਬਿਲ ਹੋ, ਨਾ ਸੱਤਾ ਵਿੱਚ ਬਣ ਕੇ ਬੈਠਣ ਦੇ ਕਾਬਿਲ ਹੋ। ਤੁਸੀਂ ਹਮੇਸ਼ਾ ਉਹਨਾਂ ਲੋਕਾਂ ਵਾਸਤੇ ਕੰਮ ਕਰਦੇ ਹੋ ਜੋ ਤੁਹਾਨੂੰ ਸੱਤਾ ਵਿੱਚ ਕਾਬਜ਼ ਰਹਿਣ ਦੇ ਵਿੱਚ ਮਦਦ ਕਰਦੇ ਨੇ, ਚਾਹੇ ਉਹ ਵੱਡੇ ਵੱਡੇ ਕਾਰਪੋਰੇਟ ਹਾਊਸਿਸ ਨੇ, ਚਾਹੇ ਉਹ ਵੱਡੇ ਵੱਡੇ ਬਿਜ਼ਨਸ ਹਾਊਸਿਸ ਨੇ, ਚਾਹੇ ਉਹ ਵੱਡੇ ਵੱਡੇ ਬਿਊਰੋਕਰੇਟਸ ਬੈਠੇ ਨੇ, ਅਫਸਰਸ ਬੈਠੇ ਨੇ, ਜਿਹੜੇ ਤੁਹਾਨੂੰ ਮਦਦ ਕਰਨ, ਤੁਹਾਨੂੰ ਸੱਤਾ 'ਚ ਕਿਵੇਂ ਕਾਬਜ਼ ਰਹਿਣਾ ਉਹਦੇ ਵਿੱਚ ਮਦਦ ਕਰਨ। ਉਹ ਤੁਹਾਡੇ ਆਪਣੇ ਤੇ ਬਾਕੀ ਗੈਰ ਨੇ ਸਾਰੇ, ਉਹ ਤੁਹਾਡੇ ਪਰਿਵਾਰ ਦਾ ਮੈਂਬਰ ਨਹੀਂ ਹੈਗੇ। ਸ਼ਰਮ ਆਉਣੀ ਚਾਹੀਦੀ ਹੈ ਇੱਦਾਂ ਦੀ ਸੋਚ ਲੈ ਕੇ ਜੇ ਅਸੀਂ ਰਾਜਨੀਤੀ ਕਰਦੇ ਪਏ ਹਾਂ, ਜੇ ਅਸੀਂ ਵੱਡੇ ਵੱਡੇ ਅਹੁਦਿਆਂ 'ਤੇ ਬੈਠੇ ਹੋਏ ਹਾਂ, ਚਾਹੇ ਅਸੀਂ ਸਟੇਟ ਗਵਰਨਮੈਂਟ 'ਚ ਹਾਂ, ਚਾਹੇ ਅਸੀਂ ਸੈਂਟਰਲ ਗਵਰਨਮੈਂਟ 'ਚ ਹਾਂ। ਜੇ ਸਾਡੀ ਸੋਚ ਇੱਦਾਂ ਦੀ ਛੋਟੀ ਸੋਚ ਹੈ ਤੇ ਸਾਨੂੰ ਦੇਸ਼ ਦੇ ਵਿੱਚ ਰਾਜਨੀਤੀ ਕਰਨ ਦਾ ਜਾਂ ਵੱਡੀਆਂ ਵੱਡੀਆਂ ਅਹੁਦਿਆਂ 'ਤੇ ਬੈਠਣ ਦਾ ਕੋਈ ਹੱਕ ਨਹੀਂ। ਸਾਨੂੰ ਰਾਜਨੀਤੀ ਛੱਡ ਕੇ ਨਾ ਕੋਈ ਹੋਰ ਕੰਮ ਕਰਨਾ ਚਾਹੀਦਾ, ਕਿਉਂਕਿ ਰਾਜਨੀਤੀ ਬਹੁਤ ਖੁੱਲ੍ਹੇ ਮਨ ਵਾਲਿਆਂ ਦਾ ਔਰ ਵੱਡੇ ਦਿਮਾਗ ਵਾਲਿਆਂ ਦਾ ਕੰਮ ਹੈ। ਔਰ ਦੇਖੋ ਸਾਡੇ ਵੇਦ ਕਿੱਥੋਂ ਤੱਕ ਗੱਲਾਂ ਕਰਦੇ ਨੇ, ਸਾਡੇ ਗ੍ਰੰਥ, ਪਵਿੱਤਰ ਗ੍ਰੰਥ ਕਿੱਥੋਂ ਤੱਕ ਗੱਲਾਂ ਕਰਦੇ ਨੇ ਕਿ ਰਾਜਨੀਤੀ ਦੇ ਵਿੱਚ ਆ ਕੇ ਸੱਤਾ ਦੇ ਵਿੱਚ ਬਹਿਣ ਦਾ ਹੱਕ ਸਿਰਫ ਉਹਨੂੰ ਹੈ ਜਿਹਦਾ ਪਰਮਾਤਮਾ ਨਾਲ ਮਿਲਨ ਹੋਇਆ ਹੋਵੇ। ਕਿੱਡੀ ਵੱਡੀ ਗੱਲ ਹੈ। ਮਤਲਬ ਉਹ ਸੰਤ ਰੂਪ ਹੋਵੇ, ਜਿਸ ਤਰ੍ਹਾਂ ਸਾਡੇ ਦਸ਼ਮੇਸ਼ ਪਿਤਾ ਨੇ ਸੰਤ ਸਿਪਾਹੀ ਦੀ ਉਹਨਾਂ ਨੇ ਪਰੰਪਰਾ ਚਲਾਈ, ਸੰਤ ਰੂਪ ਹੋਵੇ ਤਾਂ ਕਿ ਉਹ ਸਭ ਨੂੰ ਆਪਣਾ ਪਰਿਵਾਰ ਮੰਨੇ, ਤਾਂ ਜਾ ਕੇ ਉਹ ਸਭ ਦੀ ਤਰੱਕੀ ਵਾਸਤੇ, ਸਭ ਦੇ ਫਾਇਦੇ ਵਾਸਤੇ ਕੰਮ ਕਰ ਸਕੇਗਾ। ਨਹੀਂ ਤਾਂ ਛੋਟੀ ਸੋਚ ਦਾ ਬੰਦਾ, ਛੋਟੀ ਅਕਲ ਦਾ ਬੰਦਾ ਇੱਕ ਵੱਡੇ ਅਹੁਦੇ ਤੇ ਤੁਸੀਂ ਬਿਠਾਓਗੇ ਤੇ ਉਹਨੇ ਕੰਮ ਕੀ ਕਰਨਾ? ਉਹਨੇ ਛੋਟੇ ਕੰਮ ਕਰਨੇ ਨੇ, ਕਿਉਂਕਿ ਹੈ ਤਾਂ ਉਹ ਅੰਦਰੋਂ ਛੋਟੀ ਸੋਚ ਦਾ, ਛੋਟੇ ਦਿਮਾਗ ਦਾ, ਠੀਕ ਹੈ ਨਾ, ਛੋਟੇ ਮਨ ਦਾ ਬੰਦਾ, ਤਾਂ ਉਹਨੇ ਛੋਟੇ ਕੰਮ ਕਰਨੇ ਨੇ। ਤਾਂ ਐਸੇ ਬੰਦੇ ਨੂੰ ਚੁਣਨ ਤੋਂ ਪਹਿਲਾਂ ਦੇਖਣਾ ਚਾਹੀਦਾ ਹੈ ਕਿ ਇਸ ਬੰਦੇ ਦਾ ਕਿਰਦਾਰ ਕੀ ਹੈ। ਜੇ ਉਹਦਾ ਕਿਰਦਾਰ ਢੁਕਵਾਂ ਨਹੀਂ ਹੈ ਰਾਜਨੀਤੀ ਵਾਸਤੇ, ਚਾਹੇ ਉਹ ਭਾਰਤ ਦੀ ਰਾਜਨੀਤੀ ਹੈ, ਚਾਹੇ ਉਹ ਕਿਸੇ ਸਟੇਟ ਦੀ ਰਾਜਨੀਤੀ ਹੈ, ਤਾਂ ਉਹਨੂੰ ਚੁਣਨਾ ਹੀ ਨਹੀਂ ਚਾਹੀਦਾ। ਸਾਨੂੰ ਇਹਨਾਂ ਤੇ ਪਤਾ ਹੋਣਾ ਚਾਹੀਦਾ। ਪਰ ਇਹ ਸਭ ਕੁਝ ਜੋ ਹੋ ਰਿਹਾ ਹੈ, ਤੁਸੀਂ ਬਿਲਕੁਲ ਠੀਕ ਕਿਹਾ, ਸਿਸਟਮ ਗਲਤ ਨਹੀਂ ਹੈ, ਸਿਸਟਮ ਨੂੰ ਚਲਾਉਣ ਵਾਲੇ ਗਲਤ ਨੇ ਤੇ ਉਹਨਾਂ ਗਲਤ ਬੰਦਿਆਂ ਦਾ ਰਾਜਨੀਤੀ ਦੇ ਵਿੱਚ ਕੋਈ ਸਥਾਨ ਨਹੀਂ ਹੈ। ਜਿਸ ਤਰ੍ਹਾਂ ਆਪਾਂ ਦੇਖ ਰਹੇ ਕਿ ਹਿੰਦੁਸਤਾਨ ਦੀ ਆਬਾਦੀ, ਆਪਾਂ ਚਾਈਨਾ ਤੋਂ ਦੂਜੇ ਨੰਬਰ 'ਤੇ ਹਾਂ ਬਿਲਕੁਲ, ਆਬਾਦੀ ਦੇ ਤੌਰ 'ਤੇ ਬਹੁਤ ਸਾਡੇ ਕੋਲ ਆਬਾਦੀ ਜ਼ਿਆਦਾ, ਔਰ ਸਾਡੇ ਕੋਲ ਧਰਤੀ ਉਨੀ ਨਹੀਂ ਹੈਗੀ। ਜਿਸ ਤਰ੍ਹਾਂ ਕੈਨੇਡਾ ਬਹੁਤ ਵੱਡਾ ਦੇਸ਼ ਹੈ, ਅਮਰੀਕਾ ਬਹੁਤ ਵੱਡਾ ਦੇਸ਼ ਹੈ, ਯੂਨਾਈਟਿਡ ਸਟੇਟ ਹੈ, ਸਾਰੇ ਇਕੱਠੇ ਸਟੇਟ ਹੋਏ ਆ। ਇੰਗਲੈਂਡ ਚਾਹੇ ਛੋਟਾ ਹੈ ਪਰ ਪ੍ਰੋਗਰੈਸ ਕਰ ਗਿਆ, ਬਹੁਤ ਉੱਪਰ ਚਲੇ ਗਿਆ। ਜਿਹੜੀ ਡਿਵੈਲਪ ਕੰਟਰੀ ਹੈ, ਜਿਹੜੀ ਹੁਣ ਡਿਵੈਲਪਿੰਗ ਕੰਟਰੀ ਉਹਨਾਂ 'ਚ ਜੇ ਆਪਾਂ ਦੂਜੇ ਨੰਬਰ 'ਤੇ ਆਉਣਾ, ਪਰ ਚਾਈਨਾ ਸਾਡੇ ਤੋਂ ਆਬਾਦੀ ਦੇ ਨਾਲ ਵੀ ਬਹੁਤ ਅੱਗੇ ਚਲੇ ਗਿਆ, ਕਿਉਂਕਿ ਉਹਨੇ ਛੋਟੀ ਇੰਡਸਟਰੀ ਡਿਵੈਲਪ ਕਰ ਲਈ ਹੈ, ਇਲੈਕਟ੍ਰੋਨਿਕਸ ਦੀ ਇੰਡਸਟਰੀ ਡਿਵੈਲਪ ਕਰ ਲਈ ਹੈ, ਹੋਰ ਬੜਾ ਕੁਝ ਕਰਕੇ ਉਹ ਲੋਕ ਮਿਹਨਤੀ ਨੇ, ਬਹੁਤ ਕਰਦੇ ਨੇ। ਪਰ ਸਾਡੇ ਲੋਕ ਜਿਹੜੇ ਹੈਗੇ, ਲੋਕ ਤਾਂ ਮਾੜੇ ਨਹੀਂ ਗੇ, ਲੋਕ ਤਾਂ ਕੰਮ ਕਰਦੇ ਆ, ਪਰ ਉਹਨਾਂ ਨੂੰ ਕੋਈ ਕਰਾਉਣ ਵਾਲਾ ਤਾਂ ਹੋਵੇ ਕੰਮ। ਜਿਹੜੇ ਕੰਮ ਕਰਾਉਣ ਵਾਲੇ ਆ ਉਹ ਪੈਸੇ ਜੇਬ 'ਚ ਪਾ ਲੈਂਦੇ ਆ ਅਤੇ ਬਾਅਦ ਜਾ ਕੇ ਲੋਕਾਂ ਨੂੰ ਦੱਸਦੇ ਆ ਵੀ ਆਹ ਅਸੀਂ ਕੰਮ ਸ਼ੁਰੂ ਕਰ ਦਿੱਤੇ ਆ, ਅਸੀਂ ਇੰਡਸਟਰੀ ਸ਼ੁਰੂ ਕਰ ਦਿੱਤੀ ਹੈ, ਜਦੋਂ ਕਿ ਉੱਥੇ ਨਾ ਕੋਈ ਇਨਫਰਾਸਟਰਕਚਰ ਹੁੰਦਾ, ਨਾ ਕੋਈ ਮਿਹਨਤ ਕਰਨ ਵਾਲਾ ਬੰਦਾ ਹੁੰਦਾ। ਬੰਦੇ ਵਿਚਾਰੇ ਜਿਹੜੇ ਆ ਉਹ ਆਪਣੀ ਦਿਹਾੜੀਦਾਰ, ਉਹ ਆਪਣਾ ਕੰਮ ਕਰਦੇ ਆ। ਪਰ ਇੱਥੇ ਸਾਡੇ ਕਾਨੂੰਨ ਕਾਇਦਾ ਹੋ ਰਿਹਾ। ਤਾਂ ਜੇ ਅਸੀਂ ਕਹਿੰਦੇ ਹਾਂ ਯੂਨਿਟੀ ਐਂਡ ਡਾਇਵਰਸਿਟੀ, ਏਕਤਾ 'ਚ ਅਨੇਕਤਾ, ਉਹ ਵੀ ਸਾਡੇ ਇਸ ਕਰਕੇ ਲੋਕਾਂ ਦੇ ਵਿੱਚ ਸਹਿਣਸ਼ੀਲਤਾ ਹੈਗੀ ਆ। ਅਨੇਕਾਂ ਸਾਡੀਆਂ ਭਾਸ਼ਾ ਨੇ, ਅਨੇਕਾਂ ਸਾਡੇ ਖਾਣੇ ਆ, ਪੋਸ਼ਾਕਾਂ ਵੱਖਰੀਆਂ ਵੱਖਰੀਆਂ ਨੇ, ਬੋਲੀਆਂ ਦਾ ਪਤਾ ਨਹੀਂ ਕਿੰਨੀਆਂ ਹੈਗੀਆਂ, ਕਿੰਨੀਆਂ ਉਪਭਾਖਾ ਨੇ, ਔਰ ਕਿਸ ਤਰ੍ਹਾਂ ਦੀ ਸਾਡੀ ਬੋਲੀ ਆ, ਕਿਸ ਤਰ੍ਹਾਂ ਦੇ ਲੋਕਾਂ ਦਾ ਰਹਿਣ ਸਹਿਣ ਆ। ਪਰ ਫਿਰ ਵੀ ਲੋਕ ਯੂਨਾਈਟ ਆ, ਲੋਕਾਂ 'ਚ ਇੰਨੀ ਕਦੀ ਲੜਾਈ ਨਹੀਂ ਹੁੰਦੀ, ਕਿਉਂਕਿ ਉਹਨਾਂ ਨੂੰ ਪਤਾ ਅਸੀਂ ਹਿੰਦੁਸਤਾਨੀ ਹਾਂ, ਇੱਕ ਕੌਮ ਦੇ ਬੰਦੇ ਹਾਂ, ਅਸੀਂ ਕਿਸੇ ਦੇ ਨਾਲ ਨਹੀਂ ਲੜਾਂਗੇ। ਨਹੀਂ ਤਾਂ ਜਿੱਥੇ ਦੂਸਰੀਆਂ ਭਾਸ਼ਾ ਹੋਣਗੀਆਂ ਪਤਾ ਨਹੀਂ ਲੱਗਦਾ, ਕਮਿਊਨੀਕੇਟ ਨਹੀਂ ਹੁੰਦਾ। ਬਾਕੀ ਦੇਖ ਲਓ, ਚਾਈਨਾ 'ਚ ਦੇਖ ਲਓ, ਆਪਣੀਆਂ ਭਾਸ਼ਾ ਨਹੀਂ ਹੈਗੀ ਉਹਨਾਂ ਦੀ, ਇੱਕ ਚਾਈਨੀ ਭਾਸ਼ਾ ਹੈਗੀ ਉਹਨਾਂ ਦੀ, ਇੰਨੀ ਤਾਦਾਦ ਹੈਗੀ, ਇੰਨੀ ਆਬਾਦੀ ਆ, ਪਰ ਫਿਰ ਵੀ ਲੋਕ ਕੰਮ ਕਰਦੇ ਆ, ਅੱਗੇ ਨਿਕਲਦੇ ਆ। ਜਿੱਥੇ ਆਬਾਦੀ ਜ਼ਿਆਦਾ ਹੁੰਦੀ ਹੈ, ਲੋਕਾਂ ਨੂੰ ਪਤਾ ਹੁੰਦਾ ਯਾਰ ਕੌਨਸ਼ੀਅਸ ਆ ਲੋਕ ਵੀ ਕੰਮ ਕਰਾਂਗੇ ਰੋਟੀ ਮਿਲਣੀ, ਨਹੀਂ ਤਾਂ ਨਹੀਂ ਮਿਲਣੀ। ਜਿਹੜੇ ਲੋਕ ਥੋੜ੍ਹੇ ਲੋਕ ਹੈਗੇ, ਉਹਨਾਂ ਨੂੰ ਪਤਾ ਯਾਰ ਹੁਣ ਗੌਰਮੈਂਟ ਕੋਲ ਇੰਨਾ ਪੈਸਾ ਹੈਗਾ, ਵੰਡਣਾ ਇਹਨਾਂ ਕਿੱਥੇ ਹੈਗਾ, ਸਾਡੇ ਹੋਣਾ। ਜਿਸ ਘਰ 'ਚ 2 ਮੁੰਡੇ ਹੋਣਗੇ ਨਾ, ਉਹ ਲਾਡਲੇ ਹੋਣਗੇ, ਉਹਨਾਂ ਕੋਲ ਮੋਟਰਸਾਈਕਲ ਵੀ ਹੋਣਗੇ, ਉਹਨਾਂ ਕੋਲ ਕਾਰਾਂ ਵੀ ਹੋਣਗੀਆਂ, ਘਰ ਵੀ ਵਧੀਆ ਹੋਣਗੇ, ਛੱਤਾਂ ਵੀ ਉੱਤੇ ਰੰਗਲੀਆਂ ਬਣਾਈਆਂ ਹੋਣਗੀਆਂ, ਔਰ ਖਾਣ ਪੀਣ ਵੀ ਸੋਹਣਾ ਹੋਗਾ, ਕਿਉਂਕਿ 2 ਹੀ ਹੈਗੇ, ਉਹਨਾਂ ਨੂੰ ਕੀ ਹੈਗਾ। ਜਿਸ ਘਰ ਵਿੱਚ ਜ਼ਿਆਦਾ ਬੱਚੇ ਹੋਣਗੇ, ਉਹ ਫਿਰ ਉਹ ਕੌਨਸ਼ੀਅਸ ਰਹਿਣਗੇ ਯਾਰ ਕੰਮ ਕਰਾਂਗੇ ਤਾਂ ਰੋਟੀ ਮਿਲੂਗੀ, ਤਾਂ ਨਹੀਂ ਮਿਲਣੀ। ਉਹਨਾਂ ਨੂੰ ਇਹ ਹੈਗਾ। ਇਸੇ ਕਰਕੇ ਹੈ ਕਿ ਦੇਖਦੇ ਨੇ ਜਿੱਥੇ ਜਦੋਂ ਆਪਾਂ ਕੋਈ ਖੇਤ ਬੀਜਦੇ ਹਾਂ, ਖੇਤ ਜਦੋਂ ਬੀਜਦੇ ਹਾਂ ਤਾਂ ਵਿੱਚੋਂ ਕੀਟਨਾਸ਼ਕ ਜਿਹੜੀਆਂ ਦਵਾਈਆਂ ਪਾਉਂਦੇ ਹਾਂ,
ਕਿਉਂਕਿ ਉਹਦੇ ਵਿੱਚ ਜਿਹੜੇ ਵਾਧੂ ਚੀਜ਼ ਵੀਟ ਜਿਹੜੇ ਨਿਕਲ ਆਉਂਦੇ ਆ ਉਹਦੇ ਇਹਨਾਂ ਨੂੰ ਕੱਢੋ। ਜਿਸ ਕਰਕੇ ਕਿ ਜਦੋਂ ਆਪਾਂ ਖਾਦ ਪਾਵਾਂਗੇ ਜਿਹਦੇ 'ਚ ਸਾਰਾ ਕੁਝ ਪਾਵਾਂਗੇ ਤੇ ਇਹਨਾਂ ਖਾ ਜਾਣਾ। ਜਿਸ ਖੇਤ 'ਚ ਜ਼ਿਆਦਾ ਪੌਦੇ ਲੱਗਣਗੇ ਉਹ ਤਾਂ ਉਹਨਾਂ ਨੂੰ ਗਰੋਥ ਮਿਲਣੀ ਨਹੀਂ, ਉਹ ਵੱਡੇ ਹੋਣਗੇ ਨਹੀਂ। ਇਸ ਕਰਕੇ ਇਹੀ ਘਰ ਦੀ ਹੈਗੀ ਆ। ਘਰ 'ਚ ਵੀ ਇਹੀ ਗੱਲ ਕਿ ਘਰ 'ਚ ਵੀ ਜਿਹੜੇ ਬੱਚੇ ਆ ਉਹ ਜ਼ਿਆਦਾ ਹੋਣਗੇ ਤੇ ਇਹੀ ਆ। ਲਾਲ ਬਹਾਦਰ ਸ਼ਾਸਤਰੀ ਜੀ ਜਦੋਂ ਆਏ ਆਪਣੇ ਪ੍ਰਧਾਨ ਮੰਤਰੀ, ਉਹ ਵੇਖੋ ਬਨਾਰਸ ਦੇ ਵਿੱਚ ਸੀਗੇ, ਮੁਗਲ ਸਰਾਏ ਜ਼ਿਲ੍ਹਾ ਬਨਾਰਸ ਦੇ ਵਿੱਚ ਪੜ੍ਹਦੇ ਸੀਗੇ। ਜਦੋਂ ਪੜ੍ਹਨ ਜਾਂਦੇ ਸੀਗੇ ਉਹਨਾਂ ਆਪਣਾ ਪਜਾਮਾ ਪਾ ਕੇ ਸਾਰਾ ਕੁਝ ਤੇ ਨਾਲ ਬੱਸਾਂ ਕਿਤਾਬਾਂ ਬੰਨ੍ਹ ਕੇ ਨਾਲ ਨਿਕਲਦੇ ਅੱਗੇ ਜਾ ਕੇ ਸਕੂਲ ਜਾਂਦੇ ਸੀ। ਉਦੋਂ ਵਾਪਸ ਆਉਂਦੇ ਸੀ, ਉਹਨੇ ਇਹ ਵੀ ਕਿਹਾ ਕਿ ਮੈਨੂੰ ਦੁੱਧ ਥੋੜ੍ਹਾ ਮਿਲਦਾ ਸੀ ਕਿਉਂਕਿ ਜ਼ਿਆਦਾ ਭੈਣ ਭਰਾ ਸੀਗੇ। ਫਿਰ ਅਸੀਂ ਇਸ ਕਰਕੇ ਵੀ ਥੋੜ੍ਹਾ ਆਂਦਾ ਇੱਕ ਦੂਜੇ ਨਾਲ ਵੰਡ ਵਰਤ ਕੇ ਖਾਂਦੇ ਸੀ। ਵੀ ਇੱਕ ਨਿੱਕੇ ਜਿਹੇ ਘਰ 'ਚੋਂ ਪੜ੍ਹ ਕੇ ਕਿਤੇ ਤੇ ਕਿਤੇ ਪਹੁੰਚ ਗਏ। ਉਹਨਾਂ ਨੂੰ ਪਤਾ ਸੀ ਕਿ ਮੈਂ ਕੁਝ ਬਣਨਾ ਚਾਹੁੰਦਾ, ਔਰ ਇਹ ਇੰਨੇ ਇਮਾਨਦਾਰ, ਇੰਨੇ ਨੀਤੀਵਾਨ, ਇੰਨੇ ਵੱਡੀ ਉਹਨਾਂ ਕੋਲ એનર્ਜੀ, ਇਹਨਾਂ ਕੁਝ ਕਰਕੇ। ਔਰ ਦੇਖੋ ਉਹਨਾਂ ਨੂੰ ਅਜੇ ਵੀ ਯਾਦ ਕਰਦੇ ਲੋਕ ਕਿ ਛੋਟੇ ਘਰ ਤੋਂ ਵੱਡੇ ਬਣਨਾ। ਅਮਰੀਕਾ ਦੇ ਵਿੱਚ ਜਾਰਜ ਵਾਸ਼ਿੰਗਟਨ ਸਾਹਿਬ ਨੂੰ, ਜੀ ਅਬਰਾਹਮ ਲਿੰਕਨ ਕਿੱਥੋਂ ਪਹੁੰਚੇ, ਕਿੰਨਾ ਨੇ ਦੁੱਖ ਨਹੀਂ ਦੇਖੇ, ਕਿੰਨਾ ਨੇ ਮੁਸੀਬਤਾਂ ਨਹੀਂ ਕੱਟੀਆਂ, ਪਰ ਕਿਰਦਾਰ ਨੇ, ਕਰੈਕਟਰ ਹੈ, ਓਨੈਸਟੀ ਹੈ। ਬਿਲਕੁਲ ਜੋ ਕਰਨਾ ਹੈ ਅਮਰੀਕਾ ਵਾਸਤੇ ਕਰਨਾ ਹੈ, ਜੋ ਕਰਨਾ ਅਮਰੀਕਾ ਦੇ ਲੋਕਾਂ ਵਾਸਤੇ ਕਰਨਾ ਹੈ। ਹੋਰ ਕੁਝ ਸੋਚਣਾ ਹੀ ਨਹੀਂ, ਹੋਰ ਕੁਝ ਸੋਚ ਹੀ ਨਹੀਂ ਹੈਗੀ। ਇੱਕੋ ਹੀ ਸੋਚ ਹੈ, ਦੇਸ਼ ਦੇਸ਼ਵਾਸੀ, ਦੇਸ਼ ਦੇਸ਼ਵਾਸੀ, ਦੈਟਸ ਆਲ। ਇਸ ਤਰ੍ਹਾਂ ਦੇ ਲੋਕ ਕਿਰਦਾਰ ਹੁੰਦੇ ਨੇ ਔਰ ਅੱਜ ਵੀ ਲੋਕ ਉਹਨਾਂ ਨੂੰ ਯਾਦ ਕਰਦੇ ਨੇ। ਸੋ ਇਹ ਸਭ ਗੱਲਾਂ ਨੇ ਜਿਹੜੀਆਂ ਕਿਰਦਾਰ ਦੇ ਉੱਤੇ ਡਿਪੈਂਡ ਕਰਦੀਆਂ ਨੇ। ਪਰ ਇੱਥੇ ਪ੍ਰੋਸੈਸ ਦੇ ਵਿੱਚ ਹੀ ਘੁਮਾਇਆ ਹੋਇਆ ਸਭ ਨੂੰ। ਹੁਣ ਆਪਾਂ ਅਗਲੇ ਜਦੋਂ ਡਿਸਕਸ਼ਨ ਵੱਲ ਜਾਂਦੇ ਹਾਂ, ਅਗਲੇ ਪੁਆਇੰਟ ਵੱਲ, ਇੱਕ ਪ੍ਰੋਸੈਸ ਦੀ ਤੁਹਾਨੂੰ ਗੱਲ ਦੱਸਦਾ। ਥੋੜੀ ਮਜ਼ਾਈਆ ਗੱਲ ਹੈ ਤਾਂ ਕਿ ਮੂਡ ਨੂੰ ਥੋੜਾ ਲਾਈਟਰ ਵੀ ਕਰੀਏ ਆਪਾਂ। ਇੱਕ ਆਫਿਸ ਦੇ ਵਿੱਚ ਇੱਕ ਕੰਪਿਊਟਰ ਆਪਰੇਟਰ ਦੀ ਸਿਲੈਕਸ਼ਨ ਹੋ ਗਈ। ਉਹ ਛੋਟੀ ਹਾਈਟ ਦਾ। ਹੁਣ ਕੁਰਸੀਆਂ ਉੱਚੀਆਂ ਨੇ ਕੰਪਿਊਟਰ ਆਪਰੇਟ ਕਰਨ ਵਾਲੀਆਂ। ਹੁਣ ਜਦੋਂ ਕੁਰਸੀ ਦੇ ਉੱਤੇ ਬਹਿੰਦਾ ਤੇ ਉਹਦੀਆਂ ਲੱਤਾਂ ਹਵਾ 'ਚ ਨੇ, ਲਟਕਦੀਆਂ ਪਈਆਂ ਤੇ ਉੱਤੇ ਬੈ ਕੰਮ ਕਰਦਾ ਪਿਆ। ਥੋੜੀ ਦੇਰ ਬਾਅਦ ਲੱਤਾਂ ਥੱਕ ਜਾਂਦੀਆਂ। ਹੁਣ ਉਹ ਥੱਲੇ ਕੁਝ ਹੈ ਨਹੀਂ ਪੈਰ ਰੱਖਣ ਵਾਸਤੇ। ਉਹ ਜਦੋਂ ਪੈਰ ਜ਼ਮੀਨ ਤੇ ਟਿਕਾਉਂਦਾ ਤੇ ਉਹ ਟੇਬਲ ਉਹਦੇ ਇੱਥੇ ਆ ਜਾਂਦੀ ਹੈ। ਉਹ ਕੰਮ ਕਿਵੇਂ ਕਰੇ? ਛੋਟਾ ਹੈ। ਉਹ ਜਾਂਦਾ ਆਪਣੇ ਆਫਿਸਰ ਕੋਲ, ਕਹਿੰਦਾ ਮੈਨੂੰ ਪੈਰਾਂ ਦੇ ਥੱਲੇ ਰੱਖਣ ਵਾਸਤੇ ਨਾ ਇੱਕ ਫੁੱਟ ਰੈਸਟ ਦੇ ਦਿਓ, ਤਾਂ ਕਿ ਮੈਂ ਜਦੋਂ ਕੁਰਸੀ ਤੇ ਬੈਠਾ ਤੇ ਪੈਰਾਂ ਥੱਲੇ ਉਹਨੂੰ ਰੱਖ ਕੇ ਉਹਦੇ ਉੱਤੇ ਪੈਰ ਟਿਕਾ ਲਵਾਂ ਤੇ ਆਰਾਮ ਨਾਲ ਕੰਮ ਕਰਾਂ। ਤੇ ਜਿਹੜਾ ਉਹਦਾ ਆਫਿਸਰ ਹੈ ਉਹ ਕਹਿੰਦਾ ਤੂੰ ਕਲੈਰੀਕਲ ਜੌਬ ਦੇ ਵਿੱਚ ਹੈ, ਇਹ ਫੁੱਟ ਰੈਸਟ ਸਿਰਫ ਆਫਿਸਰਸ ਨੂੰ ਮਿਲਦੇ ਨੇ, ਕਲੈਰੀਕਲ ਜੌਬ ਦੇ ਵਿੱਚ ਜਿਹੜੇ ਕਲਰਕਸ ਨੇ ਉਹਨਾਂ ਨੂੰ ਨਹੀਂ ਮਿਲਦੇ, ਇਹ ਰੂਲ ਹੈ। ਕਹਿੰਦਾ ਸਰ ਰੂਲ ਤਾਂ ਹੈਗਾ ਪਰ ਮੇਰੀ ਪ੍ਰੈਕਟੀਕਲ ਪ੍ਰੋਬਲਮ ਹੈ, ਹੁਣ ਦੱਸੋ ਮੈਂ ਕੀ ਕਰਾਂ? ਬਹਿਣਾ ਔਖਾ ਮੇਰੇ ਵਾਸਤੇ, ਕੰਮ ਕਿਵੇਂ ਕਰਾਂ? ਕਹਿੰਦਾ ਤੁਸੀਂ ਫਿਰ ਆਪਣੇ ਖਰਚੇ ਤੇ ਆਪਣਾ ਲੈ ਆਓ, ਰੱਖੋ ਪੈਰਾਂ ਥੱਲੇ। ਕਹਿੰਦਾ ਮੈਂ ਕਿਉਂ ਆਪਣਾ ਲੈ ਕੇ ਆਵਾਂ? ਮੈਂ ਕੋਈ ਘਰ 'ਚ ਥੋੜਾ ਕੰਮ ਕਰਦਾ ਪਿਆ, ਆਫਿਸ ਦੇ ਵਿੱਚ ਕੰਮ ਕਰਦਾ ਪਿਆ ਤੇ ਆਫਿਸ ਨੂੰ ਚਾਹੀਦਾ ਮੈਨੂੰ ਫੈਸਿਲਿਟੀ ਦੇਣਾ। ਕਹਿੰਦਾ ਯਾਰ ਇਹ ਤੇ ਪ੍ਰੋਬਲਮ ਹੋ ਗਈ। ਤੇ ਜਿਹੜਾ ਆਫਿਸਰ ਹੈ ਨਾ ਉਹਦਾ ਪਿੱਛੇ ਜਿਹੜਾ ਖੜਾ ਹੈ ਪੀਏ, ਉਹਦਾ ਅਸਿਸਟੈਂਟ ਜਿਹੜਾ ਖੜਾ ਹੈ, ਉਹ ਕਹਿੰਦਾ ਸਰ ਇਹਨੂੰ ਨਾ ਪ੍ਰੋਸੈਸ 'ਚ ਪਾ ਦਿੰਦੇ ਆ, ਪ੍ਰੋਸੀਜਰ 'ਚ ਪਾ ਦਿੰਦੇ ਆ। ਕਹਿੰਦਾ ਕੀ ਕਰੀਏ? ਕਹਿੰਦਾ ਇਹਨੂੰ ਕਹਿੰਦੇ ਐਪਲੀਕੇਸ਼ਨ ਲਿਖ ਕੇ ਲੈ ਕੇ ਆਓ, ਹੈੱਡਕੁਆਟਰ ਜਾਏਗੀ, ਹੈੱਡ ਆਫਿਸ ਜਾਏਗੀ, ਉੱਥੋਂ ਪਰਮਿਸ਼ਨ ਆਏਗੀ, ਫਿਰ ਉਸ ਤੋਂ ਬਾਅਦ ਤੁਹਾਨੂੰ ਲੈ ਦੇਵਾਂਗੇ ਫੁੱਟ ਰੈਸਟ। ਜਦੋਂ ਤੱਕ ਉੱਥੋਂ ਪਰਮਿਸ਼ਨ ਨਹੀਂ ਆਉਂਦੀ ਹੈੱਡ ਆਫਿਸ ਤੋਂ, ਤੁਹਾਨੂੰ ਫੁੱਟ ਰੈਸਟ ਨਹੀਂ ਮਿਲੇਗਾ। ਤੁਸੀਂ ਐਪਲੀਕੇਸ਼ਨ ਲਿਖ ਕੇ ਲੈ ਕੇ ਆਓ। ਉਹ ਵਿਚਾਰਾ ਐਪਲੀਕੇਸ਼ਨ ਲਿਖ ਕੇ ਲੈ ਕੇ ਆ ਗਿਆ। ਉਹ 6 ਮਹੀਨੇ ਹੋ ਗਏ, ਚਿੱਠੀ ਜਾਂਦੀ, ਚਿੱਠੀ ਆਉਂਦੀ, ਚਿੱਠੀ ਜਵਾਬ ਜਾਂਦਾ, ਚਿੱਠੀ ਫੇਰ ਆ ਜਾਂਦੀ, ਫਿਰ ਉਹਦਾ ਜਵਾਬ ਜਾਂਦਾ, ਫਿਰ ਨਵੀਂ ਚਿੱਠੀ ਆ ਜਾਂਦੀ ਹੈ। ਇਹੀ ਚੱਲੀ ਜਾ ਰਿਹਾ। ਉਹ ਵਿਚਾਰਾ 6 ਮਹੀਨੇ 'ਚ ਕਮਲਾ ਹੋ ਗਿਆ। ਹੁਣ ਤਾਂ ਸੁਪਨੇ ਆਉਣ ਲੱਗ ਪਏ ਫੁੱਟ ਰੈਸਟ ਤੇ। ਇਦਾਂ ਦੀ ਉਹਦੀ ਹਾਲਤ ਹੋ ਗਈ। ਤੇ ਇੱਕ ਦਿਨ ਸ਼ਾਮ ਨੂੰ ਜਦੋਂ ਆਫਿਸ ਖਤਮ ਹੋ ਗਿਆ, ਸਾਰੇ ਜਾਣੇ ਆਫਿਸ ਵਾਲੇ ਘਰ ਚਲੇ ਗਏ, ਬਾਕੀ ਲੋਕ ਜਿਹੜੇ ਬਾਕੀ ਡਿਪਾਰਟਮੈਂਟ 'ਚ ਕੰਮ ਕਰਦੇ ਨੇ, ਉਹ ਇਕੱਲਾ ਹੀ ਬੈਠਾ ਹੋਇਆ। ਸਾਰੇ ਆਫਿਸ 'ਚ ਇਕੱਲਾ ਹੀ ਬੈਠਾ, ਸਾਰੀਆਂ ਚਿੱਠੀਆਂ ਖਰੇੜ ਕੇ, ਚਿੱਠੀਆਂ ਦਾ ਖਲੇਰਾ ਪਾਇਆ ਹੋਇਆ ਉਹਨੇ। ਤੇ ਬਾਹਰ ਬੈਠਾ ਹੋਇਆ ਚਪੜਾਸੀ ਪਿਓਨ, ਉਹ ਵਿਚਾਰਾ ਤੰਗ ਆਇਆ ਹੋਇਆ, ਉਹਦੇ ਘਰ ਰਿਸ਼ਤੇਦਾਰ ਆਏ ਹੋਏ ਨੇ ਤੇ ਇਹ ਆਫਿਸ ਦੇ ਟਾਈਮ ਤੋਂ ਬਾਅਦ ਵੀ ਆਫਿਸ ਖੋਲ ਕੇ ਬੈਠਾ ਹੋਇਆ। ਉਹਦੇ ਕੋਲ ਗਿਆ, ਕਹਿੰਦਾ ਸਰ ਤੁਸੀਂ ਆਫਿਸ ਟਾਈਮ ਦੇ ਵਿੱਚ ਆਪਣਾ ਕੰਮ ਕਿਉਂ ਨਹੀਂ ਖਤਮ ਕਰ ਲੈਂਦੇ? ਸਾਰੇ ਚਲੇ ਗਏ ਨੇ, ਤੁਸੀਂ ਇਕੱਲੇ ਹੀ ਬੈਠੇ ਹੋ, ਤੁਸੀਂ ਟਾਈਮ ਨਾਲ ਕੰਮ ਖਤਮ ਕਰੋ, ਤੁਸੀਂ ਵੀ ਟਾਈਮ ਨਾਲ ਘਰ ਜਾਓ। ਹੁਣ ਤੁਹਾਡੇ ਪਿੱਛੇ ਮੈਂ ਵੀ ਬੈਠਾ, ਮੇਰੇ ਰਿਸ਼ਤੇਦਾਰ ਆਏ ਹੋਏ ਨੇ ਘਰ, ਦੱਸ ਮੈਂ ਕੀ ਕਰਾਂ? ਉਹ ਕਹਿੰਦਾ ਭਰਾਵਾ ਕੰਮ ਤੇ ਮੇਰਾ ਖਤਮ ਹੋ ਗਿਆ, ਉਹ ਤਾਂ ਮੈਂ ਆਫਿਸ ਟਾਈਮ ਦੇ ਵਿੱਚ ਹੀ ਕਰ ਲਿਆ ਸੀ। ਕਹਿੰਦਾ ਫਿਰ ਆਹ ਚਿੱਠੀਆਂ ਕਾਹਦੀਆਂ ਨੇ? ਕਹਿੰਦਾ ਜਿਹੜਾ ਉਹ ਫੁੱਟ ਰੈਸਟ ਲੈਣਾ ਨਾ, ਉਹਦੀ ਫਿਰ ਚਿੱਠੀ ਹੈੱਡ ਆਫਿਸ ਤੋਂ ਆਈ ਹੋਈ ਹੈ, ਉਹ ਮੈਂ ਕੋਈ ਰੈਫਰੈਂਸ ਲੱਭਦਾ ਪਿਆ, ਫਿਰ ਉਹ ਰੈਫਰੈਂਸ ਲੱਭ ਕੇ ਫਿਰ ਚਿੱਠੀ ਪਾਉਣੀ ਹੈ। ਕਹਿੰਦਾ ਫਿਰ ਇਦਾਂ ਕਰੋ, ਆ ਚਾਬੀ ਤੁਸੀਂ ਫੜੋ ਤੇ ਮੈਂ ਚੱਲਿਆ ਘਰ, ਤੁਸੀਂ ਆਪ ਹੀ ਆਫਿਸ ਨੂੰ ਤਾਲਾ ਲਾ ਕੇ ਘਰ ਚਲੇ ਜਾਈਓ ਤੇ ਸਵੇਰੇ ਨਾ 8 ਵਜੇ ਆ ਜਾਈਓ। ਟਾਈਮ 9 ਵਜੇ ਦਾ, ਮੈਂ 8 ਵਜੇ ਆ ਕੇ ਸਾਰੀ ਸਫਾਈ ਕਰਨੀ ਹੁੰਦੀ ਹੈ। 8 ਵਜੇ ਤੁਸੀਂ ਆ ਜਾਈਓ ਤੇ ਆ ਕੇ ਆਫਿਸ ਖੋਲ ਦਿਓ, ਉਦੋਂ ਮੈਂ ਵੀ ਆ ਜਾਊਂਗਾ। ਕਹਿੰਦਾ ਯਾਰ ਇਹਦਾ ਬੜਾ ਔਖਾ ਕੰਮ ਹੈ, ਪਹਿਲਾਂ ਮੈਂ ਆਫਿਸ ਬੰਦ ਕਰਾਂ ਫਿਰ ਆ ਕੇ ਖੋਲਾਂ, ਇਦਾਂ ਕਰ ਇਕੱਠਾ ਕਰਦੇ ਆ ਸਾਰਾ ਕੁਝ। ਆ ਜਾ ਮੇਰੀ ਮਦਦ ਕਰ, ਆ ਸਾਰੀਆਂ ਚਿੱਠੀਆਂ ਇਕੱਠੀਆਂ ਕਰੀਏ, ਰੱਖੀਏ ਇਹਨੂੰ, ਫਿਰ ਕੱਲ ਦੇਖਾਂਗੇ ਯਾਰ ਕੀ ਪੰਗਾ ਹੀ ਇਹ ਵੀ। ਕਹਿੰਦਾ ਅੱਛਾ ਜੀ। ਉਹ ਪੀਐਨ ਨੇ ਜਦੋਂ ਸਾਰੀਆਂ ਚਿੱਠੀਆਂ ਇਕੱਠੀਆਂ ਕੀਤੀਆਂ ਨਾ, ਉਹ ਐਡਾ ਵੱਡਾ ਢੇਰ ਬਣਿਆ ਹੋਇਆ ਚਿੱਠੀਆਂ ਦਾ, ਐਡਾ ਵੱਡਾ ਢੇਰ 2-3 ਫੁੱਟ ਦਾ। ਕਹਿੰਦਾ ਤੁਸੀਂ ਕੰਮ ਕਰੋ ਸਾਹਿਬ ਜੀ, ਉਹ ਚਪੜਾਸੀ ਉਹਨਾਂ ਨੂੰ ਪੀਐਨ ਕਹਿੰਦਾ ਇੱਕ ਕੰਮ ਕਰੋ ਸਾਹਿਬ ਜੀ। ਕਹਿੰਦਾ ਕੀ ਕਰਾਂ? ਕਹਿੰਦਾ ਇਹਨੂੰ ਹੀ ਪੈਰਾਂ ਥੱਲੇ ਰੱਖ ਲਓ, ਬਣ ਗਿਆ ਫੁੱਟ ਰੈਸਟ ਤੁਹਾਡਾ।
ਕਹਿੰਦਾ ਇਹ ਤਾਂ ਸਕੀਮ ਵਧੀਆ। ਉਹ ਬਾਹਰੋਂ ਗਿਆ, ਇੱਕ ਪੋਲੀਥੀਨ ਦਾ ਪਲਾਸਟਿਕ ਦਾ ਬੈਗ ਲੈ ਕੇ ਆਇਆ, ਉਹ ਚਿੱਠੀਆਂ ਦਾ ਸਾਰਾ ਬੰਡਲ ਬਣਾ ਕੇ ਨਾ ਚੰਗੀ ਤਰ੍ਹਾਂ ਬੰਨ੍ਹ ਕੇ ਇੱਕ ਰੱਸੀ ਦੇ ਨਾਲ ਉਹ ਪੈਰਾਂ ਦੇ ਥੱਲੇ ਰੱਖਦਾ, ਕਹਿੰਦਾ ਰੱਖੋ, ਹੁਣ ਬਣ ਗਿਆ ਨਾ ਫੁੱਟ ਰੈਸਟ। ਕਹਿੰਦਾ ਬਣ ਗਿਆ। ਕਹਿੰਦਾ ਹੁਣ ਚਿੱਠੀ ਲਿਖਣ ਦੀ ਕੋਈ ਲੋੜ ਨਹੀਂ, ਹੈੱਡ ਆਫਿਸ ਨੂੰ ਉਹਨਾਂ ਨੂੰ ਕਹੋ ਮੇਰਾ ਫੁੱਟ ਰੈਸਟ ਆ ਗਿਆ। ਅਗਲੇ ਦਿਨ ਉਹ ਭਾਈ ਸਾਹਿਬ ਨਾ ਮਿਠਾਈ ਦਾ ਡੱਬਾ ਲੈ ਕੇ ਆਏ, ਆਪਣੇ ਆਫਿਸਰ ਕੋਲ ਗਏ, ਸਾਰਿਆਂ ਕੋਲ ਗਏ, ਕਹਿੰਦੇ ਲਓ ਜੀ ਮੇਰਾ ਫੁੱਟ ਰੈਸਟ ਆ ਗਿਆ। ਕਹਿੰਦਾ ਕਿੱਥੇ? ਕਹਿੰਦਾ ਆ ਦੇਖੋ ਚਿੱਠੀਆਂ ਦਾ ਹੀ ਫੁੱਟ ਰੈਸਟ ਬਣ ਗਿਆ। ਹੁਣ ਆ ਹੈਗਾ ਪ੍ਰੋਸੈਸ। ਇਹ ਪ੍ਰੋਸੈਸ ਜਦੋਂ ਵੀ ਹਿੰਦੁਸਤਾਨ 'ਚ ਕੋਈ ਗੱਲ ਹੁੰਦੀ ਹੈ ਨਾ, ਫਾਈਲ ਵਰਕ, ਇਹਦੀ ਅਪਰੂਵਲ, ਇਹਦੇ 'ਤੇ ਕਿੰਨਾ ਪੈਸਾ ਆਉਣਾ, ਉਹ ਪ੍ਰੋਜੈਕਟ ਬਣਾ ਦਿੰਦੇ ਆ, ਉਹਦੇ 'ਤੇ ਕਿੰਨੀ ਦੇਰ ਚੱਲਦਾ ਰਹਿੰਦਾ, ਅਪਰੂਵਲ ਆਉਂਦੀ ਨਹੀਂ, ਜਿਹੜਾ ਅਪਰੂਵਲ ਲੈਣ ਵਾਲੇ ਉਹ ਮਰ ਜਾਂਦੇ ਆ। ਇਹ ਹੁੰਦਾ ਕਿਉਂਕਿ ਸਿਸਟਮ ਸਾਡਾ ਜਿਹੜਾ, ਅਸੀਂ ਡੈਮੋਕ੍ਰੇਸੀ ਮਾੜੀ ਨਹੀਂ ਹੁੰਦੀ, ਜਿਹੜੇ ਵੀ ਲੋਕਤੰਤਰ ਠੀਕ ਹੈਗਾ ਉਹਦੇ 'ਤੇ ਹੈ, ਪਰ ਡਿਸੀਜਨ ਜਿਹੜੇ ਆ ਕੁਇੱਕ ਨਹੀਂ ਹੈਗੇ, ਡਿਸੀਜਨ ਇੰਨੇ ਲੰਬੇ ਹੋ ਜਾਂਦੇ ਆ। ਉਦੋਂ ਤੱਕ ਕੋਰਟ ਵੀ ਆਪਣੀ ਇੱਦਾਂ ਦੀ, ਕੋਰਟ 'ਚ ਜਿਹੜੇ ਜਾਓ, ਹੁਣ ਸਿੱਧੂ ਸਾਹਿਬ ਵਾਲਾ ਜਿਹੜਾ ਮਾਮਲਾ 88 ਤੋਂ ਲੈ ਕੇ ਹੁਣ ਤੱਕ ਗਿਆ 35 ਸਾਲ, ਤੇ ਇਹ ਕੋਰਟ ਦੇ ਡਿਸੀਜਨ ਸਾਡੇ ਇੱਥੇ ਆ, ਕੁਇੱਕ ਡਿਸੀਜਨ ਕੋਈ ਨਹੀਂ ਹੈਗਾ, ਕਿਉਂਕਿ ਲੋਕਤੰਤਰ ਦੀ ਜਿਹੜੀ ਇਹ ਭਾਸ਼ਾ ਇਹ ਹੋਰ ਤਰ੍ਹਾਂ ਦੀ ਹੈਗੀ ਆ। ਹੁਣ ਦੇਖ ਲਓ, ਜੇ ਅਸੀਂ ਗੱਲ ਕਹਿੰਦੇ ਹਾਂ ਕਿ ਪਾਕਿਸਤਾਨ 'ਚ ਜਦੋਂ ਰਹੀ ਹੈ ਡਿਕਟੇਟਰਸ਼ਿਪ ਰਹੀ ਹੈ ਵੱਧ ਤੋਂ ਵੱਧ, ਉਹਦੇ 'ਚ ਜੋ ਵੀ ਡਿਸੀਜਨ ਹੁੰਦੇ ਰਹੇ ਕੁਇੱਕ ਹੁੰਦੇ ਰਹੇ ਆ, ਚਾਹੇ ਉਹ ਗਰੀਬ ਰਹੇ ਆ ਜੋ ਵੀ ਹੈਗਾ, ਪਰ ਡਿਸੀਜਨ ਕੁਇੱਕ ਰਹੇ ਆ। ਚਲੋ ਜੀ, ਲੜਾਈ ਝਗੜਾ ਹੁੰਦਾ ਰਿਹਾ। ਔਰ ਦੇਖੋ ਸਾਊਥ ਕੋਰੀਆ 'ਚ ਜਦੋਂ ਹੋਇਆ, ਡਿਕਟੇਟਰ ਉੱਥੇ ਆ, ਔਰ ਉਹ ਦੇਖੋ ਪੂਰੇ ਵਰਲਡ 'ਚ ਇਸ ਵੇਲੇ ਛਾਇਆ ਪਿਆ ਕੰਮ ਉਹਦਾ। ਜਦੋਂ ਵੀ ਮਿਸਾਈਲਾਂ, ਦੇਖੋ ਅਮਰੀਕਾ ਨੂੰ ਚੈਲੰਜ ਕੀਤਾ ਉਹਨਾਂ ਨੇ, ਅਮਰੀਕਾ ਉਹਦੇ ਤੱਕ ਜਾ ਕੇ ਪਹੁੰਚ ਨਹੀਂ ਸਕਿਆ, ਕੋਈ ਉਹਨੇ ਉਹਨੂੰ ਧਮਕੀਆਂ ਨਹੀਂ ਦੇ ਸਕਿਆ। ਉਹ ਦੇਖੋ ਡਿਕਟੇਟਰਸ਼ਿਪ ਦੀ ਗੱਲ ਹੁੰਦੀ ਹੈ, ਡਿਸੀਜਨ ਜਿਹੜੇ ਆ ਵੈਲ ਐਂਡ ਟਾਈਮ ਹੁੰਦੇ ਆ। ਸਾਡੇ ਡਿਸੀਜਨ ਜਿਹੜੇ ਹੈਗੇ ਨੇ ਇਹ ਫਾਈਲਾਂ 'ਚ ਤੁਰੇ ਫਿਰਦੇ ਆ। ਜਦੋਂ ਵੀ ਕੰਮ ਕਰਨਾ ਕੋਈ ਜਿਹੜਾ ਹੋਣਾ, ਅੱਜ ਨਹੀਂ ਕੱਲ ਨਹੀਂ, ਕੱਲ ਨਹੀਂ ਤੇ ਪਰਸੋਂ ਸੀ, ਇਹ ਹੈ ਲਾਰਾ ਲੱਪਾ, ਜਿਹਨੂੰ ਪੰਜਾਬੀ 'ਚ ਆਪਾਂ ਨੇ, ਉਹ ਲਾਰਾ ਲੱਪੇ ਨਾਲ ਹੀ ਕਈ ਸਾਲ ਲੰਘ ਜਾਂਦੇ ਨੇ। ਔਰ ਜਿਹੜਾ ਬਜਟ ਤੁਸੀਂ ਲਿਖ ਕੇ ਭੇਜਿਆ, ਉਹ ਕੀਮਤਾਂ ਇੰਨੀਆਂ ਵੱਧ ਜਾਂਦੀਆਂ ਕਿ ਉਹ ਬਜਟ ਕਿੱਥੇ ਦਾ ਕਿੱਥੇ ਚਲਾ ਜਾਂਦਾ ਹੈ, ਅਜੇ ਫਾਈਲ ਉੱਥੇ ਤੁਰੀ ਫਿਰਦੀ ਹੈ, ਫਾਈਲ ਉੱਥੇ ਦੀ ਉੱਥੇ ਹੁੰਦੀ ਹੈ, ਕਿਉਂਕਿ ਮਾਰਕੀਟ ਦੇ ਰੇਟ ਵੱਖਰੇ ਹੈਗੇ। ਔਰ ਜਦੋਂ ਤੁਹਾਡੇ ਪ੍ਰਪੋਜ਼ਲ ਜਾਂਦੇ ਆ, ਜਦੋਂ ਵਾਈਟਸ ਜਾਂਦੀ ਆ, ਜਦੋਂ ਉੱਥੇ ਤੁਸੀਂ ਜਾਂਦੇ ਜੇ ਉਹਨੂੰ ਬੋਲੀ ਕਰਾਉਂਦੇ ਜੇ, ਮਾਰਕੀਟ 'ਚ ਵੀ ਲੋਕ ਉਸੇ ਤਰ੍ਹਾਂ ਰੇਟ ਵਧਾਉਂਦੇ, ਕਿਉਂਕਿ ਉਹਨਾਂ ਨੂੰ ਪਤਾ ਗੌਰਮੈਂਟ ਦੇ ਖਾਤੇ 'ਚ ਜਾ ਰਿਹਾ। ਉਹ ਹਿਸਾਬ ਨਾਲ, ਉਹਦੇ ਨਾਲ ਕਸਟਮਰ ਬਾਹਰਲੇ ਵੀ ਮਾਰੇ ਜਾਂਦੇ, ਤਾਂ ਉਹ ਵੀ ਜਾਂਦੇ, ਕਿਉਂਕਿ ਉਹਨਾਂ ਨੂੰ ਪਤਾ ਇਹ ਚੀਜ਼ ਖਰੀਦਣੀ। ਜਿਹੜਾ ਚੀਜ਼ ਲੈ ਕੇ ਜਾਂਦਾ, ਪ੍ਰਪੋਜ਼ਲ ਲੈ ਕੇ ਜਾਂਦਾ ਆਫਿਸਰ, ਉਹਦਾ ਵੀ ਵਿੱਚ ਆਪਣਾ ਪੱਤੀ ਹੁੰਦੀ ਹੈ। ਉਹ ਦੁਕਾਨ ਵਾਲਾ ਜਿਹੜਾ ਜਦੋਂ ਬਿੱਲ ਬਣਾਉਣਾ ਉਹਨੇ ਉਹ ਵੀ ਦੇਣੇ ਹੈਗੇ, ਗੌਰਮੈਂਟ ਵਾਲੇ ਪਾਸੋਂ ਵੀ ਲੈਣੇ। ਕਿੰਨਾ ਬਜਟ ਹੁੰਦਾ ਇੱਥੇ, ਪਤਾ ਕਿ ਇਹਨੂੰ ਖੋਆ ਮਾਈ ਪਈ ਆ। ਹਰ ਬੰਦੇ ਨੇ ਜਿਹੜਾ ਤੋੜ ਕੇ ਨਾ ਸਾਰਾ ਕੁਝ ਤਾਂ ਆਪਣੀ ਜੇਬ 'ਚ ਪਾਉਣਾ, ਮੇਰੀ ਜੇਬ 'ਚ ਆਉਣਾ ਚਾਹੀਦਾ। ਇਸ ਕਰਕੇ ਕੁਝ ਨਹੀਂ ਬਣਦਾ, ਧਿਆਨਦਾਰੀ ਨਹੀਂ ਹੈਗੀ, ਇਮਾਨਦਾਰੀ ਨਹੀਂ ਹੈਗੀ। ਔਰ ਜਿਹੜਾ ਅਸਰ ਸੂਕ ਆ ਉਹ ਵੀ ਲੋਕਾਂ ਦੇ ਮਾੜੇ ਆ। ਜਦੋਂ ਕਿਸੇ ਦੇ ਹੱਥ 'ਚ ਚੀਜ਼ ਖੋਹ ਲੈਂਦੇ ਆ, ਫਿਰ ਉਹ ਲੜਾਈ ਕਰਦਾ, ਫਿਰ ਉਹ ਲੜ ਕੇ ਦੂਜੇ ਦੀ ਚੁਗਲੀ ਕਰਦਾ। ਅਸੀਂ ਚੁਗਲੀਆਂ 'ਚ, ਲੋਕਾਂ ਦੀਆਂ ਦੂਜੀਆਂ ਹਵਾਵਾਂ 'ਚ, ਉਹ 'ਚ ਤਲਵਾਰਬਾਜ਼ੀ ਕਰਦੇ ਹਾਂ। ਪ੍ਰੈਕਟੀਕਲੀ ਕੰਮ ਅਸੀਂ ਉਹਨਾਂ ਕਰਦੇ ਹਾਂ। ਇਹਦੇ 'ਚ ਮੈਂ ਨਹੀਂ ਜਾਂ ਉਹ ਨਹੀਂ ਹੈਗਾ, ਇਹ ਸਾਰੇ ਲੋਕਾਂ 'ਚ ਹੀ ਇਹੋ ਜਿਹਾ ਖਰਚਾ ਹੈਗਾ। ਸਾਰੇ ਬੰਦੇ ਉੱਥੇ ਦੇ ਉੱਥੇ ਤੁਲ ਰਹੇ ਆ। ਇੱਕ ਤਕੜੀ ਦੇ ਸਾਰੇ ਛਾਬੇ ਇੱਕੋ ਜਿਹੇ ਹੈਗੇ ਆ। ਉੱਤੇ ਪਾਸਕੂ ਵੀ ਉੱਦਾਂ ਦੇ ਬੰਨੇ ਆ। ਤਕੜੀ 'ਚ ਵੀ ਆਪਣੀ ਚੋਰੀ ਹੁੰਦੀ ਰਹੀ ਹੈ, ਤਕੜੀਆਂ 'ਚ ਵੀ ਇੱਦਾਂ ਚੋਰੀ ਹੁੰਦੀ, ਕਿਉਂਕਿ ਉਦੋਂ ਕੰਪਿਊਟਰ ਨਹੀਂ ਸੀਗਾ। ਉਦੋਂ ਵੀ ਉਹਨਾਂ ਥੱਲੇ ਉੱਤੇ ਮਕਰਾਂਤੀ ਜਾਂ ਕੁਛ ਨਾ ਕੁਛ ਲਾਉਂਦੇ। ਉਹ ਬੀਬੀਆਂ ਵਿਚਾਰੀਆਂ ਨੇ ਦਾਣਿਆਂ ਤੋਂ ਸਾਵੀਂ ਮਿਲਦਾ ਹੁੰਦਾ, ਕੋਈ ਜਿੱਦਾਂ ਗੋਭੀ ਲੈਣੀ ਹੈ, ਇੱਕ ਪਾਸੇ ਦਾਣੇ ਇੱਕ ਪਾਸੇ ਸਬਜ਼ੀ, ਉਹਦੇ 'ਚ ਵੀ ਉਹਨਾਂ ਥੱਲੇ ਲਾਇਆ ਹੁੰਦਾ, ਉਹਦੇ 'ਚ ਦਾਣੇ ਆਟਾ ਜ਼ਿਆਦਾ ਚੁੰਬਕ ਰੱਖ ਦੇਣੀ। ਕਈਆਂ ਨੂੰ 2 ਤੋਲ ਪਾਉਂਦੇ ਸੀਗੇ। ਉਹ ਜ਼ਮਾਨਾ ਦੇਖੋ, ਇਹ ਹੇਰਾ ਫੇਰੀ ਪਹਿਲੋਂ ਤੋਂ ਲੈ ਕੇ ਹੁਣ ਤੱਕ ਵੀ ਇੰਨੀ ਹੁੰਦੀ ਰਹੀ ਆ ਹਰ ਬਿਜ਼ਨਸ 'ਚ। ਬਿਲਕੁਲ ਜੀ, ਆ ਜਿਹੜੇ ਲੰਡੇ ਲਿਖਦੇ ਸੀ ਨਾ ਸ਼ਾਹ ਪੁਰਾਣੇ ਬਈ ਖਾਤੇ, ਉਹ 3 ਦੀ ਥਾਂ ਤੇ 3.5 ਲਿਖਦੇ ਨੇ, ਉਹ ਅੱਧਾ ਵਧਾ ਦੇਣਾ, ਉਹ ਅੱਧੇ ਨੂੰ ਇਦਾਂ ਦਾ ਵਧਾਣਾ ਕਿ ਇੱਕ ਕਣਕ ਦੀ ਬੋਰੀ ਪਿੱਛੇ ਉਹਦੀ ਸਾਰੀ ਜਾਇਦਾਦ ਆਪਣੇ ਕਬਜ਼ੇ 'ਚ ਕਰ ਲੈਣੀ, ਉਹਦੀ ਹਵੇਲੀ, ਉਹਦਾ ਅਹਾਤਾ, ਉਹਦੀਆਂ ਜ਼ਮੀਨਾਂ, ਉਹ ਅੱਧਾ ਉਹ ਅੱਧੇ ਦਾ ਜਿਹੜਾ ਪੁਆਇੰਟ ਲਿਖਿਆ ਹੁੰਦਾ ਨਾ, 3 ਦਾ 3.5 ਲਿਖਿਆ ਹੁੰਦਾ, ਉਹ 3.5 'ਚ ਸਾਰੀ ਗੇਮ ਘੁਮਾ ਕੇ ਉਹ ਵਿਚਾਰੇ ਨੂੰ ਇੱਕ ਕਣਕ ਦੀ ਬੋਰੀ ਪਿੱਛੇ ਕੰਗਾਲ ਕਰਕੇ ਰੱਖ ਦੇਣਾ। ਇਹ ਸਾਡੇ ਸ਼ਾਹੂਕਾਰ ਇਹ ਵੀ ਕੰਮ ਕਰਦੇ ਰਹੇ ਨੇ ਬਈ ਖਾਤਿਆਂ ਦੇ ਵਿੱਚ। ਇਦਾਂ ਰਿਹਾ ਬਈ ਖਾਤਿਆਂ 'ਚ ਜਿਹੜਾ ਵੀ ਕੰਮ ਕੀਤਾ, ਸੋ ਸਾਡਾ ਕਿਰਦਾਰ ਬੜਾ ਜ਼ਬਰਦਸਤ ਰਿਹਾ। ਲੁੱਟਣ ਦੇ ਇਹਨਾਂ ਨੇ ਸਿਸਟਮ ਬਣਾਏ ਸਾਰੇ ਜੀ। ਹੁਣ ਜਿਹੜੀ ਪ੍ਰੈਕਟੀਕਲ ਗੱਲ ਤੁਸੀਂ ਕੀਤੀ ਹੈ, ਪ੍ਰੈਕਟੀਕਲ ਗੱਲ ਇਹ ਹੋਈ ਹੈ ਕਿ ਜਿਹੜੀ ਸਾਡੀ BSF ਹੈ, ਬਾਰਡਰ ਸਿਕਿਉਰਿਟੀ ਫੋਰਸ, ਜਿਹੜੇ ਹੁਣ ਪੰਜਾਬ ਦੇ 50 ਕਿਲੋਮੀਟਰ ਦੇ ਇਲਾਕੇ ਦੀ ਸਿਕਿਉਰਿਟੀ ਕਰਦੇ ਪਏ ਨੇ, ਉਹਨਾਂ ਨੇ ਬੜੇ ਵਧੀਆ ਕੰਮ ਕੀਤੇ ਨੇ ਕਿ ਲੋਕਾਂ ਨੂੰ ਨਸ਼ਿਆਂ ਤੋਂ ਛੁਡਾਓ, ਲੋਕਾਂ ਨੂੰ ਰੁਜ਼ਗਾਰ ਦਿਓ ਤੇ ਔਰਤਾਂ ਨੂੰ ਟ੍ਰੇਨਿੰਗ ਦਿਓ ਤਾਂ ਕਿ ਉਹ ਆਪਣੀ ਰੱਖਿਆ ਆਪ ਕਰ ਸਕਣ। ਤਾਂ ਇਦਾਂ ਦੇ ਕਾਫੀ ਕੰਮ ਸ਼ੁਰੂ ਕੀਤੇ ਨੇ ਉਹਨਾਂ ਨੇ। ਤੇ ਨਾਲ ਮਾਨ ਸਾਹਿਬ ਨੇ ਵੀ ਵਧੀਆ ਕੰਮ ਕੀਤਾ ਕਿ ਨਸ਼ਿਆਂ ਦੇ ਖਿਲਾਫ ਇੱਕ ਸਾਈਕਲ ਰੈਲੀ ਕੀਤੀ ਗਈ ਹੈ। ਸਾਈਕਲ ਰੈਲੀ ਦੇ ਵਿੱਚ ਉਹ ਆਪ ਵੀ ਗਏ ਨੇ ਤੇ ਹੋਰ ਛੋਟੀ ਉਮਰ ਤੋਂ ਲੈ ਕੇ ਵੱਡੀ ਉਮਰ ਤੱਕ ਦੇ ਸਾਰੇ ਲੋਕ ਉੱਥੇ ਸਾਈਕਲਾਂ ਲੈ ਕੇ ਗਏ ਨੇ। 50 ਸਾਲ ਤੱਕ ਗਏ ਨੇ। ਇਹ ਵੀ ਇੱਕ ਵਧੀਆ ਕੰਮ ਹੋਇਆ। ਮਤਲਬ ਪੰਜਾਬ ਦੀ ਧਰਤੀ ਦੇ ਉੱਤੇ ਤਾਂ ਜ਼ਰਖੇਜ਼ ਜ਼ਮੀਨ ਹੈ, ਇਸ ਜ਼ਮੀਨ ਦੇ ਉੱਤੇ ਫਸਲਾਂ ਹੋਣੀਆਂ ਚਾਹੀਦੀਆਂ ਨੇ। ਇੱਥੇ ਆ ਨਸ਼ਿਆਂ ਦੇ ਬੀਜ ਕਿਹਨੇ ਪਾ ਦਿੱਤੇ ਨੇ, ਇਹ ਸੋਚਣ ਵਾਲੀ ਗੱਲ ਹੈ। ਸੋ BSF ਵੀ ਵਧੀਆ ਕੰਮ ਕਰ ਰਹੀ ਹੈ।
ਤੇ ਜੋ ਲੋਕ ਅੱਛੀ ਸੋਚ ਵਾਲੇ ਨੇ ਪੰਜਾਬ ਦੇ ਅੰਦਰ ਉਹ ਵੀ ਵਧੀਆ ਕੰਮ ਕਰ ਰਹੇ ਨੇ। ਇਹ ਇੱਕ ਪ੍ਰੈਕਟੀਕਲ ਗੱਲ ਬਹੁਤ ਵਧੀਆ ਹੋ ਰਹੀ ਆ। ਹੁਣੇ ਬੜੀ ਗੱਲ ਚਰਚਾ ਦਾ ਵਿਸ਼ਾ ਰਹੀ ਹੈ ਕਿ ਜਿਹੜੇ BSF ਦੇ ਪਹਿਲਾਂ ਤਾਂ ਲੋਕਾਂ ਨੇ ਇਹਦਾ ਨੁਕਤਾਚੀਨੀ ਕੀਤੀ ਕਿ BSF ਆ ਗਈ ਅੰਦਰ ਤੇ ਇਹਦੇ ਨਾਲ ਤੇ ਬਾਰਡਰ ਤੇ ਰਹਿਣੀ ਚਾਹੀਦੀ ਹੈ, ਪਰ ਉਹਨਾਂ ਨੇ ਨਾਲ ਸਿਕਿਉਰਿਟੀ ਦੇਣ ਦੇ ਨਾਲ ਵੈਲਫੇਅਰ ਦੇ ਕੰਮ ਵੀ ਕਰਨੇ ਸ਼ੁਰੂ ਕਰ ਦਿੱਤੇ ਆ, ਜਿਹਦੇ 'ਚ ਉਹਨਾਂ ਨੇ ਬੀਬੀਆਂ ਲਈ ਆਤਮ ਨਿਰਭਰਤਾ ਲਈ ਬਹੁਤ ਕੰਮ ਸ਼ੁਰੂ ਕਰ ਦਿੱਤੇ ਆ, ਜਿਹਦੇ 'ਚ ਬੀਬੀਆਂ ਆਪਣੇ ਬਣਾਉਣਗੀਆਂ ਉੱਥੇ ਜਿਹੜੇ ਹੈ ਸੈਲਫ ਹੈਲਪ ਗਰੁੱਪ, ਉਹਦੇ 'ਚ ਉਹਨਾਂ ਨੇ ਦਰੀਆਂ ਬੁਣਨੀਆਂ, ਖੱਡੀਆਂ ਲਾਉਣੀਆਂ, ਸਵੈਟਰ ਬੁਣਨੇ, ਇਹ ਸਾਰਾ ਕੁਝ ਫੁਲਕਾਰੀਆਂ ਬੁਣਨੀਆਂ, ਇਹ ਸਾਰਾ ਕੁਝ ਉਹਨਾਂ ਨੇ ਸ਼ੁਰੂ ਕੀਤਾ। ਔਰ ਮੁੰਡਿਆਂ ਨੂੰ ਜਿਹੜੇ ਨੌਜਵਾਨ ਉਹਨਾਂ ਨੂੰ ਜਿਹੜੇ ਨਸ਼ਿਆਂ 'ਚ ਲੱਗੇ ਸੀ ਉਹਨਾਂ ਨੂੰ ਇਕੱਠੇ ਕੀਤੇ, ਉਹਨਾਂ ਨੂੰ ਟ੍ਰੇਨਿੰਗ ਦਿੱਤੀ, ਉਹਨਾਂ ਨੂੰ ਕਿਹਾ ਕਿ ਤੁਸੀਂ ਆਹ ਕੰਮ ਕਰੋ, ਜਾ ਕੇ ਬਾਗ ਲਾਉਣ ਲਈ ਬਾਗ ਲਾਓ, ਇੱਥੇ ਜਿਹਨਾਂ ਕੋਲ ਜ਼ਮੀਨਾਂ ਹੈਗੀਆਂ ਇੱਥੇ ਤੁਸੀਂ ਆਹ ਫਸਲਾਂ ਬੀਜੋ, ਇੱਥੇ ਟਰੈਕਟਰ ਚਲਾਓ, ਕਿਉਂਕਿ ਬਾਰਡਰ ਏਰੀਆ ਜ਼ਮੀਨ ਅੱਛੀ ਉੱਥੇ। ਔਰ ਉਹ ਮੁੰਡਿਆਂ ਨੂੰ ਇਹਨਾਂ ਨੇ ਕੰਮ ਕਰਵਾਇਆ ਉੱਥੇ। ਔਰ ਇਹ 52 ਕਿਲੋਮੀਟਰ ਜਿਹੜਾ ਹੈਗਾ ਏਰੀਆ ਅੱਗੇ ਤੱਕ ਹੈਗਾ, ਉਸ ਏਰੀਆ ਦੇ ਵਿੱਚ ਭਿੱਖੀਵਿੰਡ ਦਾ ਏਰੀਆ, ਜਿਹਦੇ ਵਿੱਚ ਇੱਕ ਭਰਾਂਪਾਲ ਪਿੰਡ ਹੈਗਾ, ਉਹਦੇ 'ਚ ਰੋੜਾਂ ਵਾਲੀ ਪਿੰਡ ਹੈਗਾ, ਜਿੱਥੋਂ ਟ੍ਰੇਨ ਚੱਲ ਕੇ ਅਟਾਰੀ ਨੂੰ ਆਉਂਦੀ ਹੈ। ਟ੍ਰੇਨ ਲਾਹੌਰ ਤੋਂ ਚੱਲਦੀ ਹੈ, ਅਟਾਰੀ ਨੂੰ ਆਉਂਦੀ ਹੈ, ਉਹ 'ਚ ਸਵਾਰੀਆਂ ਆਉਂਦੀਆਂ, ਲੋਕ ਆਉਂਦੇ ਆ, ਔਰ ਉਹਦੇ ਟ੍ਰੇਨ ਦੇ ਅੱਗੇ ਘੋੜੇ ਵੀ ਚੱਲਦੇ ਆ, ਔਰ ਡਰਾਈਵਰ ਲਾਹੌਰ ਪਾਕਿਸਤਾਨ ਦਾ ਹੁੰਦਾ। ਔਰ ਇੱਥੇ ਅਟਾਰੀ ਆਉਂਦੀ ਹੈ, ਅਟਾਰੀ ਤੋਂ ਬਾਅਦ ਫਿਰ ਦਿੱਲੀ ਜਾਂਦੀ ਹੈ ਸਮਝੌਤਾ ਐਕਸਪ੍ਰੈਸ। ਔਰ ਉਹ ਏਰੀਆ ਜਿਹੜਾ BSF ਦੇ ਕੋਲ ਹੈਗਾ, BSF ਅੱਗੇ ਵੀ ਉਹਨੂੰ ਸੁਰੱਖਿਆ ਦਿੰਦੀ ਸੀ। ਹੁਣ ਆਹ ਗੱਲ ਜਿਹੜੀ ਹੈਗੀ ਹੈ, ਇਸ ਗੱਲ 'ਤੇ ਲੋਕ ਬਹੁਤ ਖੁਸ਼ ਹੋਏ ਕਿ ਜਿਹੜੇ ਲੋਕ ਨਸ਼ੇ ਦੀ ਲੱਤ ਪਾ ਤੁਰੇ ਫਿਰਦੇ ਸੀਗੇ, ਉਹਨਾਂ ਮੁੰਡਿਆਂ ਨੂੰ ਦੀ એનર્ਜੀ ਥੋੜ੍ਹੀ ਜਿਹੀ ਡਿਵਰਟ ਕਰਕੇ ਇਹਨਾਂ ਨੂੰ ਇਸ ਕੰਮ 'ਤੇ ਲਾਤਾ। ਪੈਸਾ ਗੌਰਮੈਂਟ ਤੋਂ ਆ ਗਿਆ, ਪਰ ਕੰਮ ਇਹਨਾਂ ਨੇ ਉੱਥੇ ਸ਼ੁਰੂ ਕਰਵਾਤੇ। ਉੱਥੇ ਲਾਇਬ੍ਰੇਰੀਆਂ ਤੱਕ ਬਣਾਤੀਆਂ, ਇੱਥੇ ਪੜ੍ਹੋ ਵੀ, ਇੱਥੇ ਬੈਠੋ ਵੀ, ਇੱਥੇ ਤੁਸੀਂ ਕੰਮ ਵੀ ਕਰੋ, ਇੱਥੇ ਟਰੈਕਟਰ ਚਲਾ ਕੇ ਜ਼ਮੀਨਾਂ ਨੂੰ ਵਾਹੋ, ਬਾਗ ਲਾ ਕੇ ਸ਼ੁਰੂ ਕਰੋ ਇੱਥੇ। ਔਰ ਇੱਥੇ ਤੁਸੀਂ ਜੇ ਕੰਮ ਕਰੋਗੇ ਤਾਂ ਗੌਰਮੈਂਟ ਤੋਂ ਅਸੀਂ ਬਹੁਤ ਤੁਹਾਨੂੰ ਹੈਲਪ ਦੇਵਾਂਗੇ। ਵਾਇਆ ਜਿਹੜੇ ਉਹਨਾਂ ਦੇ ਕਮਾਂਡਰ ਆ ਉਹ ਲਿਆ ਰਹੇ ਆ, ਉਹਨਾਂ ਦੇ ਨਾਂ ਦਿੰਦੇ ਆ ਵੀ ਆਹ ਬੱਚੇ ਸਾਡੇ ਕੋਲ ਆ ਗਏ, ਇੰਨੇ ਬੱਚੇ ਆ, ਇਹ 'ਚ ਕੁੜੀਆਂ ਮੁੰਡੇ, ਇਹਦੇ 'ਚ ਸਾਰੇ ਜਿਹੜੇ ਪੜ੍ਹੇ ਲਿਖੇ ਆ, ਔਰ ਉਹਨਾਂ ਲਈ ਕੰਮ ਉਹਨਾਂ ਨੇ ਅੱਛਾ ਕੀਤਾ। ਔਰ ਇਹਦੇ 'ਚ ਪੰਜਾਬ ਗੌਰਮੈਂਟ ਨੇ ਵੀ ਥੋੜ੍ਹੀ ਬਹੁਤ ਹੈਲਪ ਕੀਤੀ ਉਹਨਾਂ ਦੀ, BSF ਨੂੰ ਥੋੜ੍ਹਾ ਹਲਾਸ਼ੇਰੀ ਦਿੱਤੀ ਉਹਨਾਂ ਨੇ। ਔਰ ਭਗਵੰਤ ਮਾਨ ਜੀ ਨੇ ਤੇ ਸਾਈਕਲ ਰੈਲੀ ਇਸ ਕਰਕੇ ਉਹ ਵੀ ਨਾਲ ਲੱਗਦੀ ਹੈ ਵੀ ਨਸ਼ਾ ਮੁਕਤ ਲੋਕ ਕਰਨ ਲਈ ਉਹਨਾਂ ਨੇ ਸਾਈਕਲ ਚਲਾਏ, ਆਪ ਵਿੱਚ ਆਏ, ਆਪ ਚਲਾਇਆ ਸਾਈਕਲ। ਨਹੀਂ ਤਾਂ ਹੁਣ ਤੱਕ ਜਿੰਨੇ ਮੁੱਖ ਮੰਤਰੀ ਸਾਹਿਬਾਨ ਆਏ ਆ, ਕੋਈ ਬਾਹਰ ਨਹੀਂ ਆਇਆ, ਕਈ ਪਬਲਿਕ 'ਚ ਨਹੀਂ ਘੁੰਮਿਆ, ਕੋਈ ਟਰੈਕ ਸੂਟ ਪਾ ਕੇ ਸਾਹਮਣੇ ਨਹੀਂ ਆਇਆ। ਇਹ ਭਗਵੰਤ ਮਾਨ ਆ ਜਿਹਨੇ ਆ ਕੇ ਸਾਈਕਲਿੰਗ ਕੀਤੀ ਹੈ, ਰੈਲੀ ਚਲਾਈ ਹੈ ਉੱਥੇ ਨਾਲ ਮੁੰਡਿਆਂ ਦੇ, ਔਰ ਉਹ ਕਾਫੀ ਦੂਰ ਤੱਕ ਗਏ ਆ, ਔਰ 100-150 ਕਿਲੋਮੀਟਰ ਚਲਾਇਆ ਉਹਨਾਂ ਨੇ ਸਾਈਕਲ। ਔਰ ਉਹਦੇ 'ਚ ਇਹ ਹੋਇਆ ਕੰਮ ਕਿ ਜਿਹੜੇ ਮੁੰਡੇ ਸੀ ਉਹਨਾਂ ਨੂੰ ਖੂਬੂ ਦੇਖ ਕੇ ਉਹਨਾਂ ਦੀ ਗੱਲ ਮੰਨੀ ਹੈ, ਔਰ ਉਹਨਾਂ ਨੇ ਇਹ ਵਾਅਦਾ ਕਰ ਲਿਆ ਕਿ ਮਾਨ ਜੀ ਅਸੀਂ ਹੁਣ ਇਹ ਤੋਂ ਬਾਅਦ ਨਹੀਂ ਇੱਦਾਂ ਦਾ ਕੰਮ ਕਰਾਂਗੇ, ਅਸੀਂ ਲੋਕਾਂ ਨੂੰ ਸਮਝਾਵਾਂਗੇ। ਔਰ ਜਿਹੜੇ ਸਾਡੇ ਪਿੰਡ 'ਚ ਜਿਹੜੇ ਲੋਕ ਵੇਚਦੇ ਆ ਉਹਨਾਂ ਨੂੰ ਤੁਸੀਂ ਫੜੋ, ਉਹਨਾਂ ਨੇ ਕਿਹਾ ਵੀ STF ਨੂੰ ਕਹਿ ਦਿੱਤਾ। ਇੱਕ ਗੱਲ ਮੈਂ ਐਡ ਕਰਦਾ, ਜੀ ਤੁਸੀਂ ਕਿਹਾ ਨਾ ਕਿ ਭਗਵੰਤ ਮਾਨ ਸਾਹਿਬ ਨੇ ਸਾਈਕਲ ਚਲਾਇਆ, ਇਸ ਤੋਂ ਪਹਿਲਾਂ ਕਿਸੇ ਮੁੱਖ ਮੰਤਰੀ ਨੇ ਨਹੀਂ ਚਲਾਇਆ। ਉਹ ਹੱਸਣ ਖੇਡਣ ਦੀਆਂ ਗੱਲਾਂ ਨੇ, ਹੋ ਸਕਦਾ ਉਹਨਾਂ ਨੂੰ ਸਾਈਕਲ ਚਲਾਉਣਾ ਆਉਂਦਾ ਨਾ ਹੋਵੇ, ਮਾਨ ਸਾਹਿਬ ਨੂੰ ਹੋ ਸਕਦਾ, ਮਾਨ ਸਾਹਿਬ ਨੂੰ ਆਉਂਦਾ ਪਿਆ, ਬਾਦਲ ਸਾਹਿਬ ਨਹੀਂ ਚਲਾ ਸਕਦੇ, ਕੈਪਟਨ ਸਾਹਿਬ ਤੇ ਸਾਈਕਲ ਫੜ ਸਕਦੇ ਆ, ਚਲਾਉਣਾ ਨਹੀਂ ਹੋਊਗਾ। ਉਹ ਤਾਂ ਹਵਾਈ ਜਹਾਜ਼ 'ਚ ਰਹੇ, ਕਿਉਂਕਿ ਰਾਜੇ ਨੇ, ਬਾਦਸ਼ਾਹ ਰਹੇ ਆ, ਔਰ ਉਹਨਾਂ ਦੀ ਫੈਮਿਲੀ ਤੇ ਇਸ ਤਰ੍ਹਾਂ ਦੀ ਹੈਗੀ ਆ। ਪਰ ਸਾਈਕਲ ਉਦੋਂ ਚਲਾਉਂਦਾ ਜਦੋਂ ਬੰਦੇ ਨੂੰ ਡਾਕਟਰ ਕਹਿੰਦਾ। ਇਹ ਆਮ ਲੋਕਾਂ 'ਚ ਨੇ, ਫਿਰ ਡਾਕਟਰ ਕਹਿੰਦੇ ਨੇ ਜੀ ਹੁਣ ਸਾਈਕਲ ਚਲਾਓ, ਤੁਹਾਡਾ ਕੰਮ ਤਦ ਬਾਡੀ ਨੇ ਵਰਕ ਕਰਨਾ, ਤਾਂ ਤੁਹਾਡਾ ਹਾਰਟ ਚੱਲੂਗਾ, ਤੁਹਾਨੂੰ ਪਸੀਨਾ ਆਊਗਾ, ਫਿਰ ਰੋਮ ਖੁੱਲੂਗਾ, ਫਿਰ ਤੁਸੀਂ ਚਲਾਓਗੇ ਤਾਂ ਚੰਗੇ ਰਹੋਗੇ। ਇਹ ਵਧੀਆ ਹੋਇਆ ਕਿ ਮਾਨ ਸਾਹਿਬ ਨੂੰ ਸਾਈਕਲ ਚਲਾਉਣਾ ਆਉਂਦਾ ਹੈ ਤੇ ਉਹ ਸਾਈਕਲ ਸਿੱਖਿਆ ਹੋਇਆ ਨਾ, ਕੰਮ ਆ ਗਿਆ। ਹਾਂ, ਕਿਉਂਕਿ ਪੜ੍ਹਨ ਜਾਂਦੇ ਰਹੇ ਨਾ ਨਾਲ ਉੱਥੇ ਪਿੰਡ, ਫਿਰ ਸਾਈਕਲ ਚਲਾਇਆ। ਹੁਣ ਉਹ ਸਾਈਕਲ ਚਲਾਇਆ ਉਹਨਾਂ ਨੇ, ਨਸ਼ਿਆਂ ਦੇ ਖਿਲਾਫ ਜਿਹੜੀ ਰੈਲੀ ਹੋਈ। ਫਾਦਰ ਵੀ ਟੀਚਰ ਸੀ ਨਾ, ਤੇ ਇਹਦੇ ਆਪ ਵੀ ਇਸੇ ਕਰਕੇ ਪਿੰਡਾਂ 'ਚ ਨੇੜੇ ਪੜ੍ਹੇ ਆ, ਔਰ ਇਹਨਾਂ ਨੂੰ ਪਤਾ ਕਿ ਪਿੰਡ ਦੇ ਲੋਕ, ਇਹਨਾਂ ਨੂੰ ਪਤਾ ਵੀ ਫਿਰਨੀ ਇਸ ਪਾਸੇ ਜਾਂਦੀ ਆ, ਰਾਹ ਇਸ ਪਾਸੇ ਜਾਂਦਾ, ਆਹ ਪਿੰਡ ਨੂੰ ਆਹ ਖੁੱਲ੍ਹਦਾ। ਇਲਾਕੇ ਦੇ ਸਟੂਡੈਂਟ ਰਹੇ ਆ ਨਾ, ਇਸ ਕਰਕੇ ਪਤਾ ਹੁੰਦਾ। ਵੈਸੇ ਇਹ ਵਧੀਆ ਕੰਮ ਹੈ ਕਿ ਸਾਈਕਲ ਰੈਲੀ 'ਚ ਉਹ ਨਸ਼ਿਆਂ ਦੇ ਖਿਲਾਫ ਜਿਹੜੀ ਮੁਹਿੰਮ ਛੇੜੀ ਹੈ, ਨਾਲ BSF ਨੇ ਵੀ ਵਧੀਆ ਕੰਮ ਕੀਤਾ। BSF ਨੇ ਤਾਂ ਬਹੁਤ ਵਧੀਆ ਕੰਮ ਕੀਤਾ। ਉਹ ਜਿਹੜੇ ਪਿੰਡ ਆ ਨਾ, ਬਿਲਕੁਲ ਬਾਰਡਰ ਦੇ ਉੱਤੇ ਸਥਿਤ ਆ, ਪਿੰਡਾਂ ਦੇ ਲੋਕ ਵੈਸੇ ਪਹਿਲਾਂ ਉੱਥੇ ਨਸ਼ਾ ਬਹੁਤ ਆਉਂਦਾ, ਪਰ BSF ਨੇ ਕਹਿਤਾ ਨਸ਼ਾ ਇੱਧਰੋਂ ਨਹੀਂ ਆਊਗਾ, ਅਸੀਂ ਇਹਨੂੰ ਰੋਕਾਂਗੇ, ਤੁਸੀਂ ਨਸ਼ੇ ਵਾਲੇ ਪਾਸੇ ਨਹੀਂ ਆਉਣਾ। ਨਹੀਂ ਤਾਂ ਪਾਈਪ ਲੱਗੇ ਸੀ, ਪਾਈਪ ਦੇ ਵਿੱਚ ਦੀ ਸੁੱਟ ਦਿੰਦੇ ਭੁੱਕੀ, ਅਫੀਮ, ਜੋ ਕੁਛ ਆਉਂਦਾ ਸੀ, ਵਾਇਆ ਅਫਗਾਨਿਸਤਾਨ ਆਉਂਦਾ ਸੀ। ਖਾਸ ਤੌਰ 'ਤੇ ਜਿੰਨੇ ਤੁਹਾਨੂੰ ਦੱਸਦਾ, ਜਿੰਨੇ ਲੋਕ ਉੱਥੇ ਬਾਰਡਰ 'ਤੇ ਆ ਨਾ, ਜ਼ਮੀਨ ਤਾਂ ਵਾਹੁੰਦੇ ਆ, ਜ਼ਮੀਨ ਵਾਹੁੰਦੇ ਵੀ ਕੰਮ ਕਰੀ ਜਾਂਦੇ ਨਾਲ ਸਾਰਾ ਕੁਝ ਚੱਲਦਾ। ਹਾਂ, ਉਹ ਚੱਲਦਾ ਸੀ। ਪੈਸਾ ਆਉਂਦਾ ਮਾੜਾ ਲੱਗਦਾ, ਹਾਂ, ਜਿੱਧਰੋਂ ਮਰਜ਼ੀ, ਭਾਵੇਂ ਗਲਤ ਤਰੀਕਾ ਭਾਵੇਂ ਸਹੀ ਤਰੀਕਾ, ਪੈਸਾ ਹੋਣਾ ਚਾਹੀਦਾ। ਹੁਣ ਆ ਦੇਖੋ, ਨਸ਼ੇ ਦੀ ਤਸਕਰੀ, ਪੈਸਾ ਬਚਣਾ ਚਾਹੀਦਾ, ਪੈਸਾ ਆਉਣਾ ਚਾਹੀਦਾ, ਪੈਸਾ ਬਚਾਉਣਾ ਵੀ ਤਾਂ ਪੈਸਾ ਆਉਣਾ ਹੀ ਹੋ ਗਿਆ ਨਾ। ਆ ਹੁਣ ਜਿਹੜੇ ਕੁੰਡੀਆਂ ਪਾਉਂਦੇ ਨੇ ਬਿਜਲੀਆਂ ਦੀਆਂ,
ਹੈ ਨਾ। ਪੰਜਾਬ ਦੇ ਵਿੱਚ ਜਿਹੜਾ ਕੁੰਡੀਆਂ ਦੇ ਖਿਲਾਫ ਮੁਹਿੰਮ ਚਲਾਈ ਹੋਈ ਹੈ ਮਾਨ ਸਾਹਿਬ ਨੇ, ਪੰਜਾਬ ਸਰਕਾਰ ਨੇ, ਕਿ ਆ ਕੁੰਡੀਆਂ ਰੋਕੋ, ਆ ਬਾਜ਼ਾਰਾਂ ਦੇ ਵਿੱਚ ਜਾਓ ਜਾਂ ਕਿਸੇ ਹੋਰ ਕਹਿੰਦੇ ਨੇ ਕਿ ਧਾਰਮਿਕ ਸਥਾਨਾਂ ਦੇ ਵਿੱਚ ਵੀ ਇਹ ਕੰਮ ਚੱਲਿਆ ਕਿ ਉੱਥੇ ਵੀ ਕੁੰਡੀਆਂ ਪਾਈਆਂ ਹੋਈਆਂ। ਕਈ ਅਸਲ ਰਸੂਖ ਵਾਲੇ ਵੱਡੇ ਵੱਡੇ ਲੋਕਾਂ ਨੇ ਵੀ ਕੁੰਡੀਆਂ ਪਾਈਆਂ ਹੋਈਆਂ ਕਿ 10-10 ਏਸੀ ਚਲਾ ਦਿਓ, ਬਿੱਲ ਨਹੀਂ ਆਉਣਾ ਚਾਹੀਦਾ, ਕਿਉਂਕਿ ਡਾਇਰੈਕਟ ਕੁੰਡੀ ਪਾ ਲਈ ਇਸ ਕਰਕੇ ਮੀਟਰ ਘੁੰਮਣ ਨਹੀਂ ਦੇਣਾ। ਸੋ ਇੱਥੇ ਛਾਪੇਮਾਰੀ ਹੁੰਦੀ ਪਈ ਹੈ। ਹੁਣ ਧਾਰਮਿਕ ਸਥਾਨਾਂ ਤੇ ਵੀ ਕਹਿੰਦੇ ਨੇ ਕਿ ਇਦਾਂ ਹੋਇਆ। ਹੁਣ ਜਿੱਥੇ ਜਾ ਕੇ ਬੰਦੇ ਨੂੰ ਕਿਰਦਾਰ ਬਣਾਉਣ ਦੀ ਸਿੱਖਿਆ ਮਿਲਦੀ ਹੈ, ਉਹ ਆਪ ਕੁੰਡੀਆਂ ਪਾ ਕੇ ਬੈਠੇ ਹੋਏ ਨੇ। ਦੱਸੋ ਤੁਸੀਂ ਹੁਣ ਇਹ ਕਿੱਧਰ ਨੂੰ ਜਾ ਰਿਹਾ ਪੰਜਾਬ? ਇਹ ਤਾਂ ਆਪਾਂ ਕਹਿੰਦੇ ਨਾ ਡੇਰੇ ਜਿੱਥੇ ਸਾਧ ਸੰਤ ਨੇ ਬੈਠੇ ਨੇ, ਜਿੱਥੇ ਉਹ ਪ੍ਰਵਚਨ ਦਿੰਦੇ ਆ, ਲੋਕਾਂ ਨੂੰ ਧਾਰਮਿਕ ਸਿੱਖਿਆ ਦਿੰਦੇ ਆ ਔਰ ਲੋਕਾਂ ਦੇ ਦੁੱਖ ਦਲਿੱਦਰ ਦੂਰ ਕਰਦੇ ਆ, ਉਹ ਆਪ ਵੀ ਇਹ ਕੁੰਡੀ ਲਾਉਂਦੇ ਆ ਔਰ ਉਹ ਫੜੇ ਵੀ ਗਏ ਬਹੁਤ। ਕਿਉਂਕਿ ਅਸਰ ਸੂਕ ਵਾਲੇ ਆ, ਉਹਨਾਂ ਦਾ ਜੇ SHO ਨੂੰ ਪਤਾ ਲੱਗਾ ਜਾਂ ਬਿਜਲੀ ਵਾਲੇ ਗਏ ਤਾਂ ਰਫਾ ਦਫਾ ਕਰ ਦਿੰਦੇ ਕੇਸ। ਪਰ ਇਹਦੇ ਵਿੱਚ ਪੁਲਿਸ ਵਾਲੇ ਵੀ ਆਪ ਇਹਦੇ ਵਿੱਚ ਕੁੰਡੀਆਂ ਲਾਉਂਦੇ ਫੜੇ ਗਏ। ਜਿੱਥੇ ਇੱਥੇ ਉਹਨਾਂ ਦੇ ਆਪਣੇ ਰੈਜ਼ੀਡੈਂਸ ਹੈ ਉੱਥੇ ਵੀ ਉਹਨਾਂ ਨੇ ਕੁੰਡੀਆਂ ਲਾਈਆਂ। ਉਹਨਾਂ ਨੂੰ ਪਤਾ ਹੁੰਦਾ ਯਾਰ ਅਸੀਂ ਤਾਂ ਪੁਲਿਸ ਵਾਲੇ ਸਾਨੂੰ ਕਿਹਨੇ ਫੜਨਾ, ਇਹ ਵੀ ਉਹਨਾਂ ਦਾ ਰੋਬ ਹੁੰਦਾ। ਔਰ ਉਹ ਵੀ ਉੱਥੋਂ ਫੜੇ ਗਏ ਬਹੁਤ ਲੋਕ। ਜਿੰਨੇ ਸਰਕਾਰੀ ਅਦਾਰੇ ਆ, ਬਿੱਲ ਕਿਸੇ ਨੇ ਦਿੱਤਾ ਹੀ ਨਹੀਂਗਾ, ਉਹਨਾਂ ਦਾ ਇਹੀ ਕੰਮ ਰਿਹਾ ਵੀ ਇਹ ਬਿੱਲ ਦਾ ਤਾਂ ਕੋਈ ਨਹੀਂ, ਸਾਡੀ ਸਰਕਾਰ ਹੈ, ਸਾਨੂੰ ਕਿਹਨੇ ਪੁੱਛਣਾ ਹੈਗਾ। ਫਿਰ ਇਸੇ ਕਰਕੇ ਮਹਿਕਮਾ ਥੋੜ੍ਹਾ ਜਿਹਾ ਇਸ ਆਰਥਿਕਤਾ ਵੱਲੋਂ ਡਾਊਨ ਚਲੇ ਗਿਆ। ਬਿਜਲੀ ਵਾਲਿਆਂ ਦਾ ਇਹ ਹੋਏਗਾ, ਪਰ ਬਿੱਲ ਕੌਣ ਦਿੰਦਾ ਰਿਹਾ? ਇਮਾਨਦਾਰ ਬੰਦਾ। ਉਹਦੇ 'ਚ ਵੀ ਕਈ ਮਾਫ ਕੀਤੇ, ਜਿਨ੍ਹਾਂ ਦੇ ਪੈਂਡਿੰਗ ਬਿੱਲ ਸੀਗਾ ਜਦੋਂ ਚੱਲਣੀ ਸਰਕਾਰ ਆਈ ਆ, ਇਹਨਾਂ ਨੇ ਮਾਫ ਕੀਤੇ ਲੋਕਾਂ ਦੇ। ਔਰ ਇਹਨਾਂ ਨੇ ਭਗਵੰਤ ਮਾਨ ਜੀ ਨੇ ਵੀ 31 ਦਸੰਬਰ ਤੱਕ ਕੋਈ ਨਹੀਂ ਹੋਗਾ। ਫਿਰ ਦੇਖ ਲਓ ਪੈਸਾ ਫਿਰ ਆਉਣਾ ਕਿੱਥੋਂ ਹੋਗਾ? ਅਸੀਂ ਸਹੂਲਤ ਮੰਗਦੇ ਹਾਂ। ਅਸੀਂ ਚਾਹੁੰਦੇ ਵੀ ਸਾਨੂੰ ਲੋੜ ਹੀ ਨਹੀਂ, ਬਾਕੀ ਕੰਮ ਕਰ ਦਿਓ। ਇੱਕ ਗੱਲ ਹੋਰ ਦੇਖੋ ਕਿ ਜਿਹੜੇ ਬੰਦੇ ਇਹ ਬਿਜਲੀ ਮਹਿਕਮੇ ਦੇ ਵਿੱਚ ਕੰਮ ਕਰਦੇ ਨੇ, ਉਹਨਾਂ ਨੂੰ ਕਈ 100 ਯੂਨਿਟ ਫ੍ਰੀ। ਉਹ ਕਾਹਦੇ ਵਾਸਤੇ ਬਈ? ਤਨਖਾਹ ਨਹੀਂ ਲੈਂਦੇ। ਤਨਖਾਹ ਨਹੀਂ ਲੈਂਦੇ, ਫ੍ਰੀ ਕਾਹਦੇ? ਇਹ ਕਾਹਦੀ ਫੈਸਿਲਿਟੀ ਹੋਈ? ਜਿਹੜੇ ਬੈਂਕਾਂ 'ਚ ਕੰਮ ਕਰਦੇ ਨੇ ਉਹਨਾਂ ਨੂੰ FD ਦੇ ਉੱਤੇ ਜ਼ਿਆਦਾ ਵਿਆਜ, ਭਾਵੇਂ 1% ਜ਼ਿਆਦਾ ਦਿੱਤਾ ਹੋਵੇ ਆਮ ਪਬਲਿਕ ਨਾਲੋਂ। ਕਿਉਂ ਬਈ? ਉਹ ਤਨਖਾਹ ਨਹੀਂ ਲੈਂਦੇ, ਉਹਨਾਂ ਨੂੰ 1% ਜ਼ਿਆਦਾ ਵਿਆਜ ਕਿਉਂ ਦਿੰਦੇ ਪਏ ਹੋ? ਬਿਜਲੀ ਮਹਿਕਮੇ ਦੇ ਵਿੱਚ ਕੰਮ ਕਰਨ ਵਾਲਿਆਂ ਨੂੰ ਕਈ 100 ਯੂਨਿਟ ਫ੍ਰੀ ਕਿਉਂ ਦਿੰਦੇ ਪਏ ਹੋ? ਇਹ ਕਾਹਦੀਆਂ ਫੈਸਿਲਿਟੀਆਂ ਹੋਈਆਂ? ਉਹਨਾਂ ਦੇ ਬਿੱਲ ਅਸੀਂ ਦਈਏ, ਉੱਥੇ ਵਿਆਜ ਬੈਂਕਾਂ 'ਚ ਜ਼ਿਆਦਾ ਦਿੰਦੇ ਪਏ ਹੋ, ਉਹ ਸਾਡੀਆਂ ਜੇਬਾਂ 'ਚੋਂ। ਆਹ ਜਿਹੜੀਆਂ ਗੱਲਾਂ ਨੇ ਨਾ, ਇਹ ਵੀ ਕੁੰਡੀ ਪਾਣਾ ਹੀ ਹੈ। ਇਹਨੂੰ ਲੀਗਲ ਤਰੀਕੇ ਨਾਲ ਕੁੰਡੀ ਪਾਣਾ ਕਹਿ ਦਿਓ, ਇਹ ਵੀ ਕੁੰਡੀਆਂ ਹੀ ਪਾਉਂਦੇ ਪਏ ਨੇ, ਤੇ ਉਹ ਇਲੀਗਲ ਤਰੀਕੇ ਨਾਲ ਕੁੰਡੀਆਂ ਪਾਣਾ ਹੋ ਗਿਆ। ਚੀਜ਼ਾਂ ਨਾਲ ਜੇ ਆਪਾਂ ਖਿਲਾਈਏ ਤੇ ਕੁੰਡੀ ਲਾਉਣ ਦਾ ਮਤਲਬ ਹੁੰਦਾ ਵੀ ਆਪਣੇ ਵੱਲ ਖਿੱਚਣੀ ਚੀਜ਼ ਜਿਹੜੀ। ਬਿਲਕੁਲ ਸਹੀ ਗੱਲ ਹੈ। ਹੁਣ ਉਹ ਕੁੰਡੀ ਲਾਉਣ ਨਾਲ ਰੇਤਾ ਵਾਲੇ ਪਾਸੇ ਕੁੰਡੀ ਲੱਗਦੀ ਰਹੀ ਆ। ਹੁਣ ਜਦੋਂ ਆਪਾਂ ਚਾਹੁੰਦੇ ਹਾਂ ਕਿ ਰੇਤਾ ਵਾਲੇ ਤੋਂ ਬਾਅਦ ਫਿਰ ਆ ਜਿਹੜਾ ਤਸਕਰੀ ਹੋ ਰਹੀ ਨਸ਼ਿਆਂ ਦੀ, ਇਹ ਵੀ ਤੇ ਕੁੰਡੀ ਵਾਲੀ ਗੱਲ ਹੀ ਹੈ। ਕੁੰਡੀ ਹੈ, ਇੱਧਰੋਂ ਵਿੱਚ ਤੇ ਉੱਧਰ ਦਿਓ, ਉੱਧਰ ਦਿਓ, ਤੇ ਉਹਦੇ 'ਚ ਕਈ ਹੁਣ ਇਹਦੇ ਨਾਲ ਨਸ਼ਿਆਂ ਦੀ ਜੇ ਗੱਲ ਹੈਗੀ ਆ। ਫਲੋਰ ਟ੍ਰੇਨਿੰਗ ਸੈਂਟਰ ਆ, ਮਹਾਰਾਜਾ ਰਣਜੀਤ ਸਿੰਘ ਦੇ ਨਾਂ 'ਤੇ ਅਕੈਡਮੀ ਆ। ਉਹਦੇ 'ਚ ਜਿੰਨੀ ਵੀ ਪੁਲਿਸ ਆਉਂਦੀ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਆ। ਆਫੀਸਰ ਸਾਹਿਬਾਨ ਉੱਥੇ ਟ੍ਰੇਨਿੰਗ ਦਿੰਦੇ ਆ ਔਰ ਯੂਨੀਫਾਰਮ ਦੇ ਵਿੱਚ ਹੁੰਦੀ ਆ। ਰਾਤ ਦਿਨ ਉੱਥੇ ਮਿਹਨਤ ਨਾਲ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਕਿ ਤੁਸੀਂ ਬਦਮਾਸ਼ਾਂ ਨਾਲ ਕਿੱਦਾਂ ਲੜਨਾ, ਤੁਸੀਂ ਜਿਹੜੇ ਲੋਕ ਚੋਰੀਆਂ ਕਰਦੇ ਉਹਨਾਂ ਨੂੰ ਕਿਸ ਤਰ੍ਹਾਂ ਫੜਨਾ, ਉਹ ਸਾਰੇ ਇਹਨਾਂ ਨੂੰ ਉੱਥੇ ਟ੍ਰੇਨਿੰਗ ਦਿੰਦੇ ਆ। ਬਹੁਤ ਵੱਡਾ ਕਿਲ੍ਹਾ ਵਾ। ਔਰ ਉਹਦੇ 'ਚ ਹੁਣ ਮੁੰਡੇ ਕਿੰਨੇ ਫੜੇ ਗਏ, ਉਹ 'ਚ ਬਹੁਤ ਇਹਨਾਂ ਦੇ ਆਫੀਸਰ ਆ, ਇੱਕ ਸੀਨੀਅਰ ਇੰਸਪੈਕਟਰ ਆ, ਜਿਹੜੇ ਇਸੇ ਨਸ਼ਾ ਵੇਚਣ ਦੇ ਕੇਸ 'ਚ ਫੜੇ ਗਏ। ਗੰਨਾ ਪਿੰਡ ਆ ਔਰ ਉੱਥੋਂ ਦੀਆਂ ਜਨਾਨੀਆਂ ਤੇ ਕੁਝ ਬੰਦੇ ਵੇਚਦੇ ਹੀ, ਉਹਨਾਂ ਨੇ ਦੱਸਿਆ ਨਾ ਵੀ ਇਸ ਇੰਸਪੈਕਟਰ ਨੇ ਸਾਨੂੰ ਜਿਹੜਾ ਸਾਡੇ ਕੋਲ ਲੈਂਦਾ ਸੀਗਾ ਸਾਰਾ ਹੀ ਚਿੱਟਾ ਔਰ ਸਮੈਕ, ਉਹਦੇ ਨਾਲ ਇੱਕ ਤਲਵੰਡੀ ਹੈ ਪਿੰਡ, ਉੱਥੋਂ ਦੀਆਂ ਜਨਾਨੀਆਂ, ਉੱਥੋਂ ਦੇ ਬੰਦੇ, ਉਹਨਾਂ ਨੇ ਕਿਹਾ। ਹੁਣ ਦੇਖ ਲਓ, ਜਿਨ੍ਹਾਂ ਨੇ ਲੋਕਾਂ ਨੂੰ ਬਚਾਉਣਾ ਵਾ, ਜਿਨ੍ਹਾਂ ਨੇ ਸੁਰੱਖਿਆ ਦੇਣੀ ਆ, ਜਿਹਨੇ ਲੋਕਾਂ ਨੂੰ ਨਸ਼ਿਆਂ ਤੋਂ ਮੁਕਤ ਕਰਾਉਣਾ, ਉਹ ਆਪ ਹੀ ਨਸ਼ਾ ਖਾ ਰਹੇ, ਆਪ ਹੀ ਨਸ਼ਾ ਵੇਚ ਰਹੇ। ਹੁਣ ਬਾਕਾਇਦਾ ਤੌਰ 'ਤੇ ਉਹਨਾਂ ਦੇ ਕੇਸ ਚੱਲਿਆ। ਅੱਜ 5 ਬੰਦੇ, 5 ਪੁਲਿਸ ਦੇ ਸਿਪਾਹੀ ਫੜੇ ਆ ਔਰ ਉਹਨਾਂ ਦੇ ਕੇਸ ਚੱਲ ਰਿਹਾ। ਉਹਨਾਂ ਦੇ ਕੇਸ ਉਹਨਾਂ ਨੇ ਦਾਇਰ ਕਰਤਾ। ਹੁਣ ਉਸ ਸੂਬੇ ਦਾ, ਉਸ ਦੇਸ਼ ਦਾ ਕੀ ਬਣੂਗਾ ਜਿੱਥੇ ਇੰਪਲਾਈ ਜਿਹੜਾ ਸਿਕਿਉਰਿਟੀ ਜਿਹਨੇ ਪ੍ਰਦਾਨ ਕਰਨੀ ਹੈ, ਜਿਹਨੇ ਲੋਕਾਂ ਨੂੰ ਨਸ਼ਿਆਂ ਤੋਂ ਬਚਾਉਣਾ ਵਾ, ਜਿਹਨੇ ਲੋਕਾਂ ਨੂੰ ਬੁਰੇ ਕੰਮਾਂ ਤੋਂ ਬਚਾਉਣਾ, ਜੋ ਆਪ ਹੀ ਇਸ ਖੂਹ 'ਚ ਡਿੱਗਿਆ ਹੈਗਾ, ਤਾਂ ਉਹਨੂੰ ਦੂਜਿਆਂ ਨੂੰ ਕੀ ਕਹਿਣਾ? ਉਹਨੇ ਕਹਿਣਾ ਆਜੋ ਤੁਹਾਡੀ ਵੀ ਬਾਂਹ ਫੜਨਾ ਤੇ ਤੁਸੀਂ ਵੀ ਚਾਹ ਕੇ ਟੋਭਾ ਲਾ ਲਓ। ਇਹ ਹੈ ਸਾਡੇ ਸੂਬੇ ਦੀ ਹਾਲਤ। ਆ ਦੋ ਸ਼ਬਦ ਨੇ, ਦੋ ਸ਼ਬਦ ਬੜੇ ਜ਼ਬਰਦਸਤ ਨੇ ਸਾਡੇ ਪੰਜਾਬੀਆਂ ਦੇ ਵਿੱਚ। ਇੱਕ ਤਾਂ ਜੁਗਾੜ, ਦੂਜਾ ਕੁੰਡੀ। ਜੁਗਾੜ ਤੇ ਕੁੰਡੀ, ਆ ਦੋ ਸ਼ਬਦ ਬੜੇ ਜ਼ਬਰਦਸਤ ਨੇ ਔਰ ਇਹ ਐਡਮਿਨਿਸਟ੍ਰੇਸ਼ਨ ਦੇ ਵਿੱਚ ਵੀ ਚੱਲਦੇ ਨੇ, ਇਹ ਬਿਜ਼ਨਸ ਦੇ ਵਿੱਚ ਵੀ ਚੱਲਦੇ ਨੇ, ਇਹ ਹਰ ਖੇਤਰ ਦੇ ਵਿੱਚ ਚੱਲਦੇ ਨੇ ਔਰ ਇਹ ਫਾਇਦਾ ਲੈਣ ਵਾਸਤੇ ਚੱਲਦੇ ਨੇ। ਬਿਲਕੁਲ, ਜੁਗਾੜ ਤੇ ਕੁੰਡੀ। ਹੁਣ ਇਹਨਾਂ ਸ਼ਬਦਾਂ ਦਾ ਇਲਾਜ ਕੀ ਕਰੀਏ? ਹੁਣ ਜੇ ਜੁਗਾੜ ਤੇ ਕੁੰਡੀ ਕਿਸੇ ਸਹੀ ਕੰਮ ਦੇ ਵਾਸਤੇ ਇਸਤੇਮਾਲ ਕਰੋ ਤਾਂ ਤੇ ਕੋਈ ਗੱਲ ਮੰਨਣ ਵਾਲੀ ਹੈ, ਪਰ ਜਿੱਥੇ ਤੁਸੀਂ ਦੇਸ਼ ਦਾ, ਦੇਸ਼ ਵਾਸੀਆਂ ਦਾ, ਪੰਜਾਬ ਵਾਸੀਆਂ ਦਾ ਨੁਕਸਾਨ ਕਰਦੇ ਹੋ ਤੇ ਆਪਣੀਆਂ ਜੇਬਾਂ ਭਰਦੇ ਹੋ, ਉੱਥੇ ਜੁਗਾੜ ਤੇ ਕੁੰਡੀ ਤਾਰੀਫ ਦੇ ਕਾਬਿਲ ਨਹੀਂ ਹੁੰਦੇ। ਤੁਸੀਂ ਭਾਵੇਂ ਇਸ ਚਲਾਕੀ ਨੂੰ ਕਹੋ ਜੀ ਬੜਾ ਸਮਝਦਾਰ ਹੈ ਜੀ, ਕਿਆ ਬੰਦਾ ਹੈ ਜੀ, ਕਿਆ ਜੁਗਾੜ ਲਾ ਲੈਂਦਾ ਜੀ, ਕਿਆ ਕੁੰਡੀ ਲਾ ਲੈਂਦਾ ਜੀ, ਇਹ ਸ਼ਰਮ ਦੀ ਗੱਲ ਹੈ। ਵੈਸੇ ਇਹ ਸ਼ਰਮ ਦੀ ਗੱਲ ਹੈ ਜੇ ਤੁਸੀਂ ਦੂਜੇ ਨੂੰ ਕੁੰਡੀ ਲਾਉਂਦੇ ਹੋ ਤੇ ਦੂਜੇ ਦੇ ਨੁਕਸਾਨ ਲਈ ਤੇ ਆਪਣੇ ਫਾਇਦੇ ਲਈ ਜੁਗਾੜ ਫਿੱਟ ਕਰਦੇ ਹੋ। ਸੋ
ਹਰ ਚੀਜ਼ ਦਾ ਇਸਤੇਮਾਲ ਸਹੀ ਤਰੀਕੇ ਨਾਲ ਹੋਣਾ ਚਾਹੀਦਾ। ਉਹਦੇ ਵਾਸਤੇ ਜ਼ਰੂਰੀ ਹੈ ਸਹੀ ਸੋਚ। ਹੁਣ ਸਹੀ ਸੋਚ ਦੇਖੋ ਕਿੱਦਾਂ ਕੰਮ ਕਰਦੀ ਪਈ ਹੈ। ਜਿਹੜੇ ਕਿਸਾਨ ਅੰਦੋਲਨ ਦੇ ਦੌਰਾਨ ਸ਼ਹੀਦ ਹੋਏ ਨੇ ਕਿਸਾਨ, ਉਹਨਾਂ ਨੂੰ ਵੀ ਫੰਡ ਦਿੱਤਾ ਜਾ ਰਿਹਾ, ਉਹਨਾਂ ਨੂੰ ਵੀ ਚੈੱਕ ਦਿੱਤੇ ਜਾ ਰਹੇ ਨੇ, ਉਹਨਾਂ ਨੂੰ ਵੀ ਫਾਇਦਾ ਦਿੱਤਾ ਜਾ ਰਿਹਾ। ਤੇ ਜਿਹੜੇ ਗਲਵਾਨ ਘਾਟੀ ਦੇ ਵਿੱਚ ਸ਼ਹੀਦ ਹੋਏ ਨੇ ਸਾਡੇ ਸੈਨਿਕ, ਉਹਨਾਂ ਦੇ ਵਾਸਤੇ ਵੀ ਸਾਨੂੰ ਫੰਡ ਦਿੱਤੇ ਜਾ ਰਹੇ ਨੇ ਔਰ ਉਹਨਾਂ ਨੂੰ ਵੀ ਚੈੱਕ ਵੰਡੇ ਜਾ ਰਹੇ ਨੇ। ਇਹ ਕੋਈ ਚੰਗਾ ਕੰਮ ਤਾਂ ਹੋ ਹੀ ਰਿਹਾ ਨਾ, ਇਹ ਚੰਗੀ ਸੋਚ ਦਾ ਨਤੀਜਾ ਹੈ। ਪਰ ਜਿੱਥੇ ਚੰਗਾ ਕੰਮ ਹੋਇਆ, ਬੜਾ ਤਾਰੀਫ ਦੇ ਕਾਬਲ ਆ ਕਿ 10 ਲੱਖ ਦਿੱਤਾ ਉਹਨਾਂ ਨੇ ਜਿਹੜੇ ਗਲਵਾਨ ਦੀ ਘਾਟੀ 'ਚ ਸ਼ਹੀਦ ਬਿਲਕੁਲ ਬਿਲਕੁਲ ਹੈ ਨਾ, ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਉੱਥੇ ਨਿਸ਼ਾਵਰ ਕਰ ਦਿੱਤੀ ਹੈ। ਦੂਜੀ ਗੱਲ ਰਹੀ ਹੈ ਜਿਹੜੇ ਅੰਦੋਲਨ 'ਚ ਸ਼ਹੀਦ ਹੋਏ ਆ, ਉਹਨਾਂ ਨੂੰ ਵੀ ਪੈਸੇ ਦੇ ਚੈੱਕ ਦਿੱਤੇ ਆ ਔਰ ਉਹ ਵੰਡੇ ਗਏ ਆ ਬਕਾਇਦਾ ਤੌਰ ਤੇ। ਔਰ ਇੱਕ ਲੇਡੀ ਇੰਨੀ ਭਾਵੁਕ ਹੋ ਗਈ, ਇੰਨੀ ਵਿਚਾਰੀ ਰੋਈ ਔਰ ਭਗਵੰਤ ਮਾਨ ਨਾਲ ਇਹਨਾਂ ਨੇ ਲਿਆ, ਉਹਨੂੰ ਪਿਆਰ ਕੀਤਾ, ਉਹਨਾਂ ਨੂੰ ਪੁੱਛਿਆ ਵੀ ਕੀ ਗੱਲ, ਉਹ ਰੋਈ ਵਿਚਾਰੀ ਕਿ ਪੈਸੇ ਤੇ ਦੇ ਰਹੇ ਜੇ, ਹੁਣ ਸਾਡਾ ਘਰ ਤਾਂ ਗਿਆ ਉੱਜੜ ਸਾਡਾ, ਹੁਣ ਮੈਂ ਸਾਰੀ ਉਮਰ ਇਹਦੇ ਨਾਲ ਤਾਂ ਨਹੀਂ ਸਾਰੀ ਉਮਰ ਲਗਾ ਸਕਦੀ। ਪਰ ਫਿਰ ਵੀ ਕੁਛ ਨਾ ਕੁਛ ਤਾਂ ਗੌਰਮੈਂਟ ਨੇ ਝੋਲੀ 'ਚ ਪਾਇਆ, ਕੁਛ ਨਾ ਕੁਛ ਦਿੱਤਾ ਗਿਆ। ਪਰ ਉਹਦੇ 'ਚ ਜਿਹੜੇ ਆਏ ਸੀਗੇ ਮੁੱਖ ਮੰਤਰੀ ਸਾਹਿਬਾਨ, ਇੱਕ ਤਾਂ ਆਏ ਸੀ ਆਪਣੇ ਸੁਪਰੀਮੋ ਕੇਜਰੀਵਾਲ ਜੀ ਔਰ ਭਗਵੰਤ ਮਾਨ ਜੀ ਆਏ ਸੀਗੇ, ਤੇ ਤੇਲੰਗਾਨਾ ਤੋਂ ਆਏ ਸੀਗੇ ਮੁੱਖ ਮੰਤਰੀ, ਇਹ ਜਿਹੜੇ ਉਹਨਾਂ ਨੇ ਆਪ ਉੱਥੇ ਆ ਕੇ ਵੰਡ ਵੰਡਾਈ ਕੀਤੀ ਆ। ਪਰ ਉਹਦੇ ਪਿੱਛੇ ਜਿਹੜੀ ਸੈਂਟਰ ਗੌਰਮੈਂਟ ਉਹਦਾ ਹੋਰ ਸ਼ੰਕਾ ਆਇਆ, ਉਹ ਸ਼ੰਕਾ ਨਿਵਰਤ ਨਹੀਂ ਹੋਇਆ। ਉਹਨਾਂ ਨੇ ਕਿਹਾ ਕਿ ਇਹਨਾਂ ਨੇ ਜਿਹੜੀ ਆਪੋਜੀਸ਼ਨ ਆ ਉਹਨਾਂ ਨੂੰ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਇਕੱਠਾ ਕਰਨ ਦਾ ਨਾਅਰਾ ਦਿੱਤਾ ਔਰ 2024 ਦੀਆਂ ਜਿਹੜੀਆਂ ਇਲੈਕਸ਼ਨ ਆ ਰਹੀਆਂ ਉਹਦੇ ਲਈ ਕੀਤਾ ਉਹਨਾਂ ਨੇ। ਉਹਦੇ 'ਚ ਉਹਨਾਂ ਨੇ ਕਿਹਾ ਵੀ ਕਾਂਗਰਸ ਤੋਂ ਲੈ ਕੇ ਜਿਹੜੀ ਨੈਸ਼ਨਲ ਕਾਂਗਰਸ ਆ, ਜਿਹੜੀ ਬਾਕੀ ਜਿਹੜੀਆਂ ਦੂਜੀਆਂ ਪਾਰਟੀਆਂ ਹੈਗੀਆਂ, ਤ੍ਰਿਣਮੂਲ ਕਾਂਗਰਸ ਜਿਹੜੀ ਹੈਗੀ ਆ ਉਹਦੇ 'ਚ ਉਹ ਵੀ ਬੰਗਾਲ ਵਾਲੀ ਕਾਂਗਰਸ ਉਹ ਵੀ ਆਈ ਆ। ਔਰ ਉਹਨਾਂ ਨੇ ਕਿਹਾ ਕਿ ਸਾਰੀਆਂ ਪਾਰਟੀਆਂ ਨੂੰ ਇਕੱਠਾ ਕਰਕੇ ਬੀਜੇਪੀ ਨੂੰ ਥੋੜ੍ਹਾ ਬਹੁਤ ਨੈਸ਼ਨਲ ਲੈਵਲ 'ਤੇ ਢਾਲ ਲਾਉਣਗੇ। ਔਰ ਉਹਨਾਂ ਨੇ ਤੇਲੰਗਾਨਾ ਦੇ ਮੁੱਖ ਮੰਤਰੀ ਨੇ ਆ ਕੇ ਵੈਸੇ ਦੱਸਿਆ ਵੀ ਹੈਗਾ ਕਿ ਅਸੀਂ ਜੇ ਇਕੱਠੇ ਹੋਵਾਂਗੇ ਤਾਂ ਤਦ ਅਸੀਂ ਕਰ ਸਕਦੇ ਹਾਂ। ਇੱਕ ਪਾਰਟੀ ਇਹਨਾਂ ਦੇ ਕੱਦ ਦੇ ਮੇਜ਼ ਦੀ ਨਹੀਂ ਹੈਗੀ, ਇੱਕ ਪਾਰਟੀ ਉੱਥੋਂ ਤੱਕ ਨਹੀਂ ਜਾਊਗੀ ਜੇ ਅਸੀਂ ਇਕੱਠੇ ਹੋ ਕੇ ਕਰਾਂਗੇ ਕੰਮ। ਪਰ ਦੇਖ ਲਓ ਇਹ ਹੈਗਾ, ਇੱਕ ਪਾਸੇ ਅਸੀਂ ਕੰਮ ਕਰ ਰਹੇ ਹਾਂ ਲੋਕਾਂ ਦੇ ਭਲੇ ਦਾ, ਹੈ ਨਾ, ਲੋਕਾਂ ਦੇ ਦੁੱਖ ਦਾ, ਲੋਕਾਂ ਨੂੰ ਪੈਸਾ ਦੇ ਰਹੇ ਹਾਂ। ਦੂਜੇ ਪਾਸੇ ਫਿਰ ਪੋਲੀਟਿਕਸ ਹੈਗੀ। ਤੇਲੰਗਾਨਾ ਦੇ ਮੁੱਖ ਮੰਤਰੀ ਨੂੰ ਇੱਥੇ ਆਉਣ ਦਾ ਮਤਲਬ ਇਹ ਸੀਗਾ ਕਿ ਉਹਨਾਂ ਨੇ ਕੇਜਰੀਵਾਲ ਸਾਹਿਬ ਨੂੰ ਇਕੱਠਾ ਕੀਤਾ ਕਿਉਂਕਿ ਉਹਨਾਂ ਨੂੰ ਪਤਾ ਵੀ ਨੈਸ਼ਨਲ ਲੀਡਰ ਬਣ ਰਹੇ ਆ ਔਰ ਭਗਵੰਤ ਮਾਨ ਚਲੋ ਇਹਨਾਂ ਦੇ ਨਾਲ ਜੋੜੀਦਾਰ। ਔਰ ਉਹਨਾਂ ਨੇ ਆਖਿਆ ਵੀ ਇਹਨਾਂ ਨਾਲ ਮੈਂ ਜਾਣਾ, ਇੱਥੋਂ ਆ ਕੇ ਇਹਨਾਂ ਨੂੰ ਚੰਡੀਗੜ੍ਹ ਜਦੋਂ ਮਿਲੇ ਆ, ਪੈਸੇ ਤਾਂ ਵੰਡੇ ਆ, ਪਰ ਉਹਦੇ ਵਿੱਚ ਆਪਣਾ ਉੱਲੂ ਸਿੱਧਾ ਵੀ ਕੀਤਾ ਉਹਨਾਂ ਨੇ ਕਿ ਇਹਦੇ ਵਿੱਚ ਇਹ ਕਿਉਂ ਨਾ ਕੀਤਾ ਜਾਵੇ ਕਿ ਪਾਰਟੀ ਦਾ ਵੀ ਨਾਅਰਾ ਮਾਰੋ ਜਿਹੜੀ ਦੂਜੀ ਯੂਨਾਈਟ ਕਰਨੀ ਆ, ਉਹਦੇ 'ਚ ਬਾਕੀ ਪਾਰਟੀਆਂ ਨੂੰ ਵੀ ਮੈਸੇਜ ਗਏ ਆ। ਔਰ ਅੱਛੀ ਗੱਲ ਆ, ਕੋਈ ਬੁਰੀ ਗੱਲ ਨਹੀਂ ਹੈਗੀ ਕਿਉਂਕਿ ਤੀਜਾ ਫਰੰਟ ਇੱਕ ਸਿੰਗਲ ਚੱਲ ਰਿਹਾ, ਬੀਜੇਪੀ ਹੈ ਥੋੜੀ ਰਾਜ ਕਰ ਰਹੀ ਹੈ ਸੈਂਟਰ 'ਤੇ, ਉਹਦੇ ਵਿੱਚ ਦੂਜੀ ਕਾਂਗਰਸ ਹੈਗੀ। ਕਾਂਗਰਸ ਕੋਲ ਕੋਈ ਅਹੁਦੇਦਾਰ ਹੈ ਨਹੀਂ, ਉਹਦੇ 'ਚ ਰਾਹੁਲ ਗਾਂਧੀ ਜੀ ਹੈਗੇ ਨੇ, ਸੋਨੀਆ ਗਾਂਧੀ ਜੀ ਆ, ਉਹਨਾਂ ਕੋਲ ਇੰਨਾ ਕੁਛ ਨਹੀਂ ਸੰਭਾਲਿਆ ਗਿਆ ਜੋ ਸੰਭਾਲਣਾ ਚਾਹੀਦਾ ਜਦੋਂ ਜੋ ਇਹਨਾਂ ਦਾ ਨਾਂ ਰਿਹਾ ਜਾਂ ਗਾਂਧੀ ਪਰਿਵਾਰ ਦਾ ਰਿਹਾ ਹੈਗਾ। ਹੁਣ ਮੈਨੂੰ ਲੱਗਦਾ ਕਿ ਕੋਈ ਨਾ ਕੋਈ ਆ ਕੇ ਇਹਦੇ 'ਚ ਦਖਲਅੰਦਾਜ਼ੀ ਕਰਨਗੇ ਔਰ ਕੋਈ ਨਾ ਕੋਈ ਫਰੰਟ ਬਣੂਗਾ, ਤੀਜਾ ਫਰੰਟ ਬਣੂਗਾ ਕਾਂਗਰਸ ਤੋਂ ਬਾਅਦ। ਔਰ ਇਹ ਲੱਗਦਾ ਕਿ 2024 ਦੀਆਂ ਜਿਹੜੀਆਂ ਇਲੈਕਸ਼ਨ ਆ ਰਹੀਆਂ ਲੋਕ ਸਭਾ ਦੀਆਂ, ਉਹਦੇ 'ਚ ਕੋਈ ਨਾ ਕੋਈ ਇਸ ਤਰ੍ਹਾਂ ਦਾ ਪੜੁੱਲ ਬਣਾਇਆ ਜਾਊਗਾ ਜਿਹਦੇ 'ਚ ਰਾਜਨੀਤੀ ਤੌਰ 'ਤੇ ਲੋਕ ਇਕੱਠੇ ਹੋਣਗੇ ਤਾਂ ਕਿ ਇਹਨਾਂ ਨੂੰ ਥੋੜ੍ਹੀ ਬਹੁਤ ਮਾਤ ਪਾਈ ਜਾਊਗੀ। ਇੱਕ ਗੱਲ ਰਹੀ, ਜਦੋਂ ਡੈਮੋਕ੍ਰੇਸੀ ਹੁੰਦੀ ਹੈ ਲੋਕ ਸਭਾ ਦੇ ਵਿੱਚ ਜਿਹੜੇ ਕਰਤਾ ਧਰਤਾ ਇੱਕ ਪਾਰਟੀ ਦੇ ਹੋਣਗੇ, ਰਾਜ ਸਭਾ 'ਚ ਵੀ ਉਹਨਾਂ ਦੇ ਗਿਣੇ-ਮਿਥੇ ਸਾਰੇ ਮੈਂਬਰ ਨੇ, ਪਰ ਫਿਰ ਉਹ ਮਨਮਾਨੀ ਹੁੰਦੀ ਹੈ। ਜੋ ਕੁਝ ਚਾਹੁੰਦੇ ਆ ਹਿੰਦੁਸਤਾਨ 'ਚ ਉਹ ਹੀ ਹੁੰਦਾ, ਚਾਹੇ ਧਰਮ ਦਾ ਮਾਮਲਾ ਹੋਵੇ, ਚਾਹੇ ਰਾਜਨੀਤਿਕ ਦਾ ਮਾਮਲਾ ਹੋਵੇ, ਚਾਹੇ ਕਿਸੇ ਜਗ੍ਹਾ ਦਾ ਹੋਵੇ। ਜਿਸ ਤਰ੍ਹਾਂ ਹੁਣ ਤਾਜ ਮਹਿਲ 'ਤੇ ਵੀ ਜਾਚਕਾਂ ਬੜੀਆਂ ਹੋਈਆਂ, ਰੱਦ ਵੀ ਹੋਈਆਂ ਉਹਦੇ 'ਚ। ਬਿਲਕੁਲ ਸਹੀ ਗੱਲ। ਫਿਰ ਉਹਦੇ ਗਿਆਨ ਵਿਆਪੀ ਜਿਹੜਾ ਉਹਦੇ 'ਤੇ ਮੰਦਿਰ 'ਤੇ ਵੀ ਇਹ ਰੌਲਾ ਪਿਆ ਕਿ ਇਹਦੇ ਵਿੱਚ ਜਿਹੜੇ ਮੰਦਿਰ ਹੈ ਸ਼ਿਵਲਿੰਗ ਆ ਔਰ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਲੋਕਾਂ ਤੱਕ ਪਹੁੰਚਦੀਆਂ। ਲੋਕ ਬੁਰਾ ਵੀ ਮਨਾਉਂਦੇ ਆ ਇਹਨਾਂ ਗੱਲਾਂ ਦਾ ਕਿ ਹੁਣ ਇੰਨੀ ਦੇਰ ਬਾਅਦ ਚੇਤਾ ਆ। ਇਹ ਸਿਰਫ ਇਲੈਕਸ਼ਨ ਆਉਣ ਦਾ ਚੱਕਰ ਹੁੰਦਾ, ਇਲੈਕਸ਼ਨ ਨਾਲ ਲੋਕਾਂ ਨੂੰ ਪਿੱਛੇ ਲਾਉਣ ਦਾ ਚੱਕਰ ਹੁੰਦਾ। ਕਿਉਂਕਿ ਜੇ ਮੁਗਲ ਆਏ ਆ ਜਾਂ ਮੁਸਲਿਮ ਆਏ ਆ, ਸਾਰਾ ਕੁਝ ਧਰਤੀ 'ਤੇ ਆਪਣੀ ਹੈ ਔਰ ਮੁਸਲਮਾਨ ਬਹੁਤ ਲੋਕ ਇੱਥੇ ਬੈਠੇ ਆ, ਉਹ ਤਬਕਾ ਇੱਥੇ ਬੈਠਾ, ਉਹ ਕਮਿਊਨਿਟੀ ਇੱਥੇ ਹੀ ਹੈ। ਜੇ ਹੁਣ ਉਹ ਪੂਜਾ ਕਰ ਰਹੇ ਆ ਜਾਂ ਵਜ਼ੂ ਕਰ ਰਹੇ ਆ ਜਾਂ ਉੱਥੇ ਇਬਾਦਤ ਕਰ ਰਹੇ ਆ ਤਾਂ ਉਹ ਵੀ ਤਾਂ ਵਾਹਿਗੁਰੂ ਦਾ ਨਾਂ ਜਾਂ ਭਗਵਾਨ ਦਾ ਨਾਂ ਜਾਂ ਅੱਲਾ ਦਾ ਨਾਂ ਇੱਕ ਹੀ ਆ, ਗੋਡ ਇਜ਼ ਵਨ ਜੇ ਲੈ ਰਿਹਾ। ਜਦੋਂ ਅਸੀਂ ਪੋਲੀਟੀਕਲ ਤੌਰ 'ਤੇ ਜੇ ਅਸੀਂ ਆਵਾਂਗੇ ਤਾਂ ਫਿਰ ਅਸੀਂ ਵੰਡੀਆਂ ਪਾ ਲੈਂਦੇ, ਅੱਲਾ ਦੀਆਂ ਵੰਡੀਆਂ ਪਾ ਲੈਂਦੇ ਸਾਰੇ ਕੁਛ। ਉਹ ਕੌਣ ਪਾਉਂਦਾ? ਰਾਜਨੀਤਿਵਾਨ ਜਿਹੜੇ ਪਾਉਂਦੇ ਆ ਲੋਕ, ਉਹੀ ਗੱਲ ਕਰਦੇ ਆ। ਕਿਉਂਕਿ ਧਰਮ ਇੱਕ ਐਸੀ ਚੀਜ਼ ਹੈ ਜਿਹਦੇ ਨਾਲ ਇੱਕ ਮੋੜ ਕੱਟਿਆ ਜਾ ਸਕਦਾ। ਆਸਤਾ ਆਸਤਾ ਅਸੀਂ ਉਹਨਾਂ ਲੋਕਾਂ ਨੂੰ ਆਪਣੇ ਨੇੜੇ ਲਿਆ ਸਕਦੇ ਹਾਂ। ਫਿਰ ਉਹਨਾਂ ਨੂੰ ਵਰਤਿਆ ਕਿੱਥੇ ਜਾਂਦਾ? ਇਲੈਕਸ਼ਨ ਦੇ ਟਾਈਮ 'ਤੇ ਉਸੇ ਤਰ੍ਹਾਂ ਹੈਗਾ। ਪਰ ਗੱਲ ਰਹੀ ਜੇ ਆਪਾਂ ਆਪਣੇ ਪੰਜਾਬ 'ਚ ਫਿਰ ਮੋੜ ਆਈ ਤਾਂ ਪੰਜਾਬ 'ਚ ਇੱਦਾਂ ਦਾ ਕੋਈ ਧਰਮ ਦਾ ਮਾਮਲਾ ਨਹੀਂ ਰਿਹਾ। ਬਿਲਕੁਲ ਪੰਜਾਬ ਵਿੱਚ ਕੱਟੜਪੰਥੀ ਨਹੀਂ ਹੈ ਕਿਉਂਕਿ 9ਵੀਂ ਪਾਤਸ਼ਾਹੀ ਸਾਨੂੰ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਹਮੇਸ਼ਾ ਹੀ ਸਿੱਖਿਆ ਦਿੱਤੀ ਹੈ ਕਿ ਧਰਮ ਦੇ ਨਾਂ ਦੇ ਉੱਤੇ
ਕੱਟੜਪੰਥੀ ਬਿਲਕੁਲ ਨਹੀਂ ਚਾਹੀਦੀ। ਧਰਮ ਦੇ ਨਾਂ ਤੇ ਤਾਂ ਖੁੱਲ੍ਹ ਦਿਲੀ ਚਾਹੀਦੀ ਹੈ। ਭਾਸ਼ਾ ਨੂੰ ਹਿੰਦੀ ਚਾਦਰ ਗਿਆ, ਸਭ ਨੂੰ ਸਵੀਕਾਰ ਕਰੋ। ਹਿੰਦੀ ਚਾਦਰ ਗਿਆ ਨਾ, ਬਿਲਕੁਲ ਉਹਨਾਂ ਚਾਦਰ ਓੜੀ ਹੈ ਸਾਰਿਆਂ ਤੇ, ਸੁਰੱਖਿਆ ਕੀਤੀ ਉਹਨਾਂ ਨੇ। ਬਿਲਕੁਲ ਸਭ ਨੂੰ ਸਵੀਕਾਰ ਕਰੋ। ਔਰ ਦਸ਼ਮੇਸ਼ ਪਿਤਾ ਸਾਰਾ ਪਰਿਵਾਰ ਦਿੰਦੇ ਨੇ ਦੇਸ਼ ਵਾਸਤੇ, ਦੇਸ਼ ਵਾਸੀਆਂ ਵਾਸਤੇ। ਸਾਡੇ ਸਾਹਮਣੇ ਇਹ ਉਦਾਹਰਨਾਂ ਨੇ ਜਿਨ੍ਹਾਂ ਦੇ ਉੱਤੇ ਅਸੀਂ ਅਮਲ ਕਰਨਾ, ਜਿਨ੍ਹਾਂ ਦੇ ਉੱਤੇ ਅਸੀਂ ਤੁਰਨਾ, ਤਾਂ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਸਕਦੇ ਹਾਂ। ਸੋ ਗੱਲ ਇਹ ਹੈ ਕਿ ਜਿਹੜੀਆਂ ਇਹ ਸਾਰੀਆਂ ਸਟ੍ਰੈਟੇਜੀਜ਼ ਬਣਦੀਆਂ ਪਈਆਂ ਕਿ ਜਿੱਥੇ ਜਿੱਥੇ ਦੇਸ਼ ਦੇ ਵਿੱਚ ਨਾਨ ਬੀਜੇਪੀ ਗਵਰਨਮੈਂਟਸ ਨੇ, ਉਹ ਸਾਰੇ ਆਪਸ ਦੇ ਵਿੱਚ ਹੱਥ ਮਿਲਾ ਲੈਣ ਤੇ ਇੱਕ ਵੱਡੇ ਕੱਦ ਦੀ ਪਾਰਟੀ ਖੜੀ ਹੋ ਸਕਦੀ ਹੈ ਜਿਹੜੀ ਸਭ ਤੋਂ ਕਾਮਨ ਹੋਏਗੀ, ਤੇ ਅਸੀਂ ਬੀਜੇਪੀ ਨੂੰ ਚੈਲੰਜ ਦੇ ਸਕਾਂਗੇ ਤਾਂ ਕਿ ਉਹ ਲੋਕ ਜਿਹੜੇ ਉਹਨਾਂ ਵਿੱਚ ਸ਼ਾਮਿਲ, ਕੁਝ ਲੋਕ ਐਸੇ ਨੇ ਜਿਹੜੇ ਆਪਣੀ ਮਨਮਾਨੀ ਕਰਨ ਦੇ ਉੱਤੇ ਤੁਲੇ ਹੋਏ ਨੇ, ਉਹਨਾਂ ਨੂੰ ਮਨਮਾਨੀ ਕਰਨ ਦਾ ਮੌਕਾ ਨਹੀਂ ਮਿਲੇਗਾ। ਸਾਰੇ ਦੇ ਸਾਰੇ ਲੋਕ ਸੰਵਿਧਾਨ ਦੇ ਦਾਇਰੇ ਦੇ ਅੰਦਰ ਰਹਿ ਕੇ ਕੰਮ ਕਰਨਗੇ, ਸੰਵਿਧਾਨ ਤੋਂ ਬਾਹਰ ਨਹੀਂ ਜਾ ਸਕਣਗੇ। ਇਸ ਕਰਕੇ ਇਹ ਜ਼ਰੂਰੀ ਹੈ ਕਿ ਸੰਵਿਧਾਨ ਦੀ ਪਾਲਣਾ ਕਰਨੀ। ਹੁਣ ਦੇਖੋ, ਅਸੀਂ ਸੰਵਿਧਾਨ ਦੀ ਪਾਲਣਾ ਨਾਲ ਇਸ ਗੱਲ ਦਾ ਵੀ ਧਿਆਨ ਰੱਖਣਾ ਹੈ ਕਿ ਜਿਹੜਾ ਕੁਦਰਤ ਦਾ ਸੰਵਿਧਾਨ ਹੈ, ਕੁਦਰਤ ਦਾ ਸੰਵਿਧਾਨ ਹੈ ਜਲਵਾਯੂ ਨੂੰ ਸੰਭਾਲ ਕੇ ਰੱਖਣਾ। ਬਿਲਕੁਲ, ਉਹ ਵੀ ਬਹੁਤ ਜ਼ਿਆਦਾ ਜ਼ਰੂਰੀ। ਜਿਵੇਂ ਜਲਵਾਯੂ ਦੇ ਵਿੱਚ ਪਰਿਵਰਤਨ ਹੁੰਦੇ ਪਏ ਨੇ, ਅਸੀਂ ਜਲਵਾਯੂ ਨੂੰ ਬੁਰੀ ਤਰ੍ਹਾਂ ਨਾਲ ਇਸਤੇਮਾਲ ਕਰਦੇ ਪਏ ਹਾਂ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਜੋ ਸਾਡੇ ਗੁਰੂ ਨਾਨਕ ਪਾਤਸ਼ਾਹ, ਗੁਰੂ ਨਾਨਕ ਪਿਤਾ ਦਾ ਸਾਨੂੰ ਸੰਦੇਸ਼ ਹੈ, ਉਸ ਦੀ ਪਰਵਾਹ ਨਹੀਂ ਕਰਦੇ, ਅਸੀਂ ਮਨਮਾਨੀ ਕਰਦੇ ਹਾਂ। ਇੱਕ ਬੜੀ ਸੋਹਣੀ ਕਵਿਤਾ ਹੈ, ਇੱਕ ਕਬੀਲੇ ਨੇ ਲਿਖੀ ਹੈ ਜੋ ਜੰਗਲਾਂ 'ਚ ਰਹਿੰਦੇ ਨੇ, ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਆਦੀਵਾਸੀ ਕਬੀਲਾ। ਉਹਨਾਂ ਨੇ ਬੜੀ ਸੋਹਣੀ ਕਵਿਤਾ ਲਿਖੀ ਹੈ ਕਿ ਜਦੋਂ ਇਸ ਧਰਤੀ ਤੋਂ ਆਖਰੀ ਦਰਖਤ ਕੱਟਿਆ ਗਿਆ, ਜਦੋਂ ਇਸ ਧਰਤੀ ਤੋਂ ਆਖਰੀ ਜਾਨਵਰ ਮਰ ਗਿਆ, ਜਦੋਂ ਇਸ ਧਰਤੀ ਤੋਂ ਆਖਰੀ ਨਦੀ ਸੁੱਕ ਗਈ, ਜਦੋਂ ਇਸ ਧਰਤੀ ਤੋਂ ਆਖਰੀ ਮੱਛੀ ਫੜੀ ਗਈ, ਉਸ ਵੇਲੇ ਇਨਸਾਨ ਨੂੰ ਪਤਾ ਲੱਗੂਗਾ ਕਿ ਪੈਸੇ ਨੂੰ ਖਾਧਾ ਨਹੀਂ ਜਾ ਸਕਦਾ। ਕੀ ਬਾਤ, ਕਿਉਂਕਿ ਉਹ ਪੈਸੇ ਦੇ ਵਿੱਚ ਹੀ ਸਭ ਚੀਜ਼ ਨੂੰ ਤਬਦੀਲ ਕਰਨ 'ਚ ਲੱਗਾ ਹੋਇਆ ਹੈ। ਪੈਸਾ ਪੈਸਾ ਕਮਾਓ ਕਮਾਓ। ਬਿਲਕੁਲ ਬਿਲਕੁਲ। ਕੁਦਰਤ ਨੂੰ ਕੌਣ ਸੰਭੂ? ਸਹੀ ਗੱਲ। ਜੇ ਕੁਦਰਤ ਜਿਉਂਦੀ ਰਹੇਗੀ ਤਾਂ ਹੀ ਅਸੀਂ ਜਿਉਂਦੇ ਰਵਾਂਗੇ। ਪੈਸੇ ਨੇ ਥੋੜਾ ਸਾਨੂੰ ਜਿਉਂਦਾ ਰੱਖਣਾ ਹੈ, ਸਾਨੂੰ ਕੁਦਰਤ ਨੇ ਜਿਉਂਦਾ ਰੱਖਣਾ ਹੈ। ਸਾਨੂੰ ਪੈਸੇ ਨੇ ਨਹੀਂ ਜਿਉਂਦਾ ਰੱਖਣਾ। ਕੁਦਰਤ ਨੇ ਸਾਨੂੰ ਆਕਸੀਜਨ ਦੇਣੀ ਹੈ, ਪੈਸੇ ਨੇ ਆਕਸੀਜਨ ਨਹੀਂ ਦੇਣੀ। ਹਾਂ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ, ਬੜੀ ਅੱਛੀ ਗੱਲ ਹੈ। ਔਰ ਬਹੁਤ ਲੋਕ ਇਹਦੇ ਲਈ ਸੁਚੇਤ ਵੀ ਆ ਜੀ। ਵਾਤਾਵਰਨ ਦਾ ਬਦਲਣਾ, ਜਿਹੜਾ ਵਿਗੜਾਅ ਪੈਦਾ ਹੋ ਗਿਆ, ਕਿਉਂਕਿ ਜਦੋਂ ਪਹਿਲਾਂ ਸ਼ਾਂਤ ਵਾਤਾਵਰਨ ਸੀਗਾ, ਕੋਈ ਇਦਾਂ ਦੀ ਗੱਲ ਨਹੀਂ ਸੀ, ਕੋਈ ਜ਼ੋਰ ਨਹੀਂ ਸੀਗਾ, ਕੋਈ ਇੰਨੀ ਗਰਮੀ ਨਹੀਂ ਸੀ, ਇੰਨੀ ਇਹਦੇ ਵਿੱਚ ਇੰਨੀ ਤਪਸ਼ ਨਹੀਂ ਸੀਗੀ। ਔਰ ਇਹ ਸਾਰਾ ਕੁਝ ਇਸ ਬਲਬੂਤੇ ਹੋਇਆ ਕਿ ਰੁੱਖ ਕੱਟੇ ਗਏ ਇੱਥੋਂ, ਪਾਣੀ ਦੇ ਝਰਨੇ ਸੁੱਕ ਗਏ ਇੱਥੋਂ, ਜਿਹੜੀ ਬਰਫ਼ ਪੈਂਦੀ ਪਾਣੀ ਆਉਂਦੀ ਸੀ, ਦਰਿਆਵਾਂ 'ਚ ਆਉਂਦਾ ਸੀ ਪਾਣੀ ਰੁੜ ਕੇ, ਬਿਆਸ, ਸਤਲੁਜ, ਰਾਵੀ, ਚਨਾਬ, ਇਹਨਾਂ ਸਾਰਿਆਂ ਜਿਹਲਮ ਭਰੇ ਹੁੰਦੇ ਸੀ ਪਾਣੀ ਨਾਲ। ਔਰ ਈਵਨ ਕੀ ਹੈ, ਪਿੰਡ ਦੇ ਛੱਪੜਾਂ 'ਚ ਵੀ ਪਾਣੀ ਵੱਧ ਹੁੰਦਾ ਸੀ, ਮੱਝਾਂ ਨਹਾਉਂਦੀਆਂ ਸੀ ਉੱਥੇ, ਔਰ ਡੌਗ ਵੀ ਵੜਦੇ ਸੀ, ਕੁੱਤੇ ਵੀ ਉੱਥੇ ਨਹਾਉਂਦੇ ਸੀ, ਔਰ ਬੱਚੇ ਵੀ ਨਹਾਉਂਦੇ ਸੀਗੇ। ਔਰ ਨਹਿਰਾਂ 'ਚ ਪਾਣੀ ਇਸ ਤਰ੍ਹਾਂ ਠਾਠਾਂ ਮਾਰਦਾ ਸੀ, ਸਾਫ਼ ਸੁਥਰਾ ਪਾਣੀ, ਲੋਕ ਨਹਾਉਂਦੇ ਸੀ ਔਰ ਪਾਣੀ ਪੀਂਦੇ ਸੀ ਉੱਥੇ, ਔਰ ਇਸ਼ਨਾਨ ਕਰਦੇ ਸੀ ਲੋਕ ਜਾ ਕੇ। ਉਹ ਕੁਦਰਤ ਤੇ ਜਿਹੜੇ ਨੇੜਤਾ ਸੀ, ਅਸੀਂ ਆਪਣੇ ਆਪ ਤੋਂ ਵਿਛੁੰਨੇ ਗਏ, ਦੂਰ ਹੋ ਗਏ, ਇਸ ਕਰਕੇ ਕਿ ਅਸੀਂ ਤੁਹਾਡੀ ਗੱਲ ਤੋਂ ਕਿ ਅਸੀਂ ਰੁੱਖ ਕੱਟ ਦਿੱਤੇ ਔਰ ਉਹਨਾਂ ਦੇ ਇਮਾਰਤੀ ਵਰਤੋਂ 'ਚ ਲੈਣ ਦਾ ਬਾਲੇ ਬਣਾ ਲਏ, ਉਹਦੀਆਂ ਸ਼ਤੀਰੀਆਂ ਬਣਾ ਲਈਆਂ, ਉਹਦੇ ਬੂਹੇ ਬਣਾ ਲਏ, ਉਹਦਾ ਬੜਾ ਕੁਝ ਬਣਾ ਲਿਆ। ਔਰ ਇਹ ਹੌਲੀ ਹੌਲੀ ਕਰਦਿਆਂ ਭੁੱਖਮਰੀ ਵੱਲ ਵਧੂਗਾ। ਇਸ ਵੇਲੇ 6.5 ਕਰੋੜ ਦਾ ਅਗਲਾ ਅੰਦਾਜ਼ਾ 2030 'ਚ ਜਿਹੜੇ ਲੋਕ, ਇੰਨੇ ਲੋਕ ਭੁੱਖੇ ਰਹਿਣਗੇ, ਇਸ ਕਰਕੇ ਕਿ ਵਾਤਾਵਰਨ 'ਚ ਗੜਬੜ ਹੋ ਗਈ। ਗੜਬੜ ਨਾਲ ਮੀਂਹ ਨਹੀਂ ਪਊਗਾ, ਕੁਛ ਨਹੀਂ ਹੋਊਗਾ, ਪੈਦਾਵਾਰ ਨਹੀਂ ਹੋਊਗੀ, ਫਸਲਾਂ ਉੱਗਣਗੀਆਂ ਨੇਗੀਆਂ ਤੇ ਸਾਰਾ ਕੁਝ ਹੋਊਗੀ। ਬਿਲਕੁਲ ਜੀ। ਐਤਕੀ ਵੇਖ ਲਓ, ਇਹ ਐਗਜ਼ਾਮਪਲ ਹੈ, ਉਦਾਹਰਨ ਨਹੀਂ ਹੈਗੀ। ਕਣਕ ਜਦੋਂ ਹੋਈ ਹੈ, ਇਹਦੇ 'ਚ ਕਣਕ ਦੇ ਵਿੱਚੋਂ 20 ਕਣਕ ਸੁੱਕੀ ਵਿੱਚੋਂ 18% ਸਰਕਾਰ ਨੇ ਲੈਣੀ, ਜਿਹੜੀ ਥੱਲੇ ਵਾਲੀ ਸੀ ਨਾ 6%, 7.5%, 10% ਉਹ ਸਰਕਾਰ ਨੇ ਨਹੀਂ ਖਰੀਦੀ, ਕਿਉਂਕਿ ਉਹਦੇ 'ਚੋਂ ਆਟਾ ਪੀਸਣ ਕਰਨ ਵਾਲੀ ਪੈਦਾਵਾਰ ਹੀ, ਆਟਾ ਬਣਨਾ ਹੀ ਨਹੀਂ ਉਹਦਾ, ਉਸ ਕਰਕੇ ਉਹ ਕਣਕ ਨਹੀਂ ਹੋਈ। ਇਹ ਹੈਗੀ ਆ ਵਾਤਾਵਰਨ 'ਚ ਬਦਲਾਅ ਦੀ ਗੱਲ। ਜਦੋਂ ਮੀਂਹ ਨਹੀਂ ਪਊਗਾ, ਬੂਟਾ ਨਹੀਂ ਉੱਗੂਗਾ, ਬੂਟੇ 'ਚ ਗਰੋਥ ਨਹੀਂ ਹੋਊਗੀ, ਬੂਟਾ ਗਰੋਥ ਹੋਊਗਾ, ਸਿੱਟੇ 'ਚ ਦਾਣਾ ਨਹੀਂ ਬਣੂਗਾ। ਨਵੀਂ ਨਹੀਂ ਰਹੀ, ਨਵੀਂ ਸੁੰਗੜ ਗਈ ਤੇ ਉਹ ਇਸ ਕਰਕੇ ਉਹਦਾ ਸਾਈਜ਼ ਸੁੰਗੜ ਗਿਆ। ਉਹਨੂੰ ਚਾਹੀਦਾ, ਜਦੋਂ ਗਰੋਥ ਹੁੰਦੀ ਹੈ ਉਹਨੂੰ ਪੋਟਾਸ਼ੀਅਮ ਚਾਹੀਦਾ, ਨਾਈਟ੍ਰੋਜਨ ਚਾਹੀਦੀ ਹੈ, ਉਹਨੂੰ ਆਕਸੀਜਨ ਚਾਹੀਦੀ, ਉਹਨੂੰ ਸਾਰਾ ਕੁਝ ਚਾਹੀਦਾ। ਉਹ 'ਚ ਜਿਹੜੀ ਡੈਫੀਸ਼ੀਐਂਸੀ ਹੁੰਦੀ ਹੈ ਨਾ, ਘਾਟ ਹੁੰਦੀ ਹੈ, ਜਿਹਦੇ 'ਚ ਉਹਨਾਂ ਨੂੰ ਗਰੋਥ ਮਿਲਣੀ ਚਾਹੀਦੀ ਹੈ, ਉਹ ਨਹੀਂ ਮਿਲੂਗੀ। ਜੋ ਕੁਝ ਉਹਨੂੰ ਚਾਹੀਦਾ ਵਾਤਾਵਰਨ 'ਚੋਂ, ਤਾਂ ਉਹ ਸਾਰਾ ਕੁਝ ਖਤਮ ਹੋ ਜਾਊਗਾ। ਇਹ ਹੈਗੀ ਆ ਊਣਤਾਈ ਸਾਰੇ ਲੋਕਾਂ ਦੀ, ਔਰ ਇਸੇ ਕਰਕੇ ਕਿਸਾਨ ਰੋ ਰਹੇ ਆ, ਇਸ ਕਰਕੇ ਰੋ ਰਹੇ। ਹੁਣ ਮੀਂਹ ਤਾਂ ਕਿਸਾਨਾਂ ਨੇ ਆਪ ਨਹੀਂ ਪਾਲਣਾ, ਔਰ ਨਾ ਤਾਂ ਕਿਸੇ ਸਰਕਾਰ ਨੇ ਮੀਂਹ ਪਾਉਣਾ, ਉਹ ਕੁਦਰਤ ਦੀ ਗੱਲ ਹੈ। ਕੁਦਰਤ ਨੇ ਮੀਂਹ ਪਾਉਣਾ ਤਾਂ ਹੀ ਹੋਣਾ। ਮੀਂਹ ਪਊਗਾ ਤੇ ਟਿੱਬਿਆਂ 'ਤੇ ਬਾਜਰਾ ਹੋਊਗਾ, ਛੋਲੇ ਹੋਣਗੇ ਉੱਥੇ, ਮਸਰ ਹੋਣਗੇ ਉੱਥੇ, ਮੂੰਗੀ ਹੋਊਗੀ। ਹੁਣ MSP ਦਾ ਤਾਂ ਰੌਲਾ ਪੈ ਗਿਆ, ਪਰ ਜਿਹੜੀ ਫਸਲ ਹੋਣੀ ਕਿੱਦਾਂ, ਪੈਦਾਵਾਰ ਤਾਂ ਬਿਲਕੁਲ ਉੱਥੇ ਦੀ ਉੱਥੇ ਕੁਦਰਤੀ ਹੈ ਨਾ, ਕੁਦਰਤ ਹੈ। ਸੋ ਕੁਦਰਤ ਨੂੰ ਸਾਂਭੀਏ। ਜਿੱਦਾਂ ਸਾਨੂੰ ਸੰਤੁਲਿਤ ਭੋਜਨ ਚਾਹੀਦਾ, ਸੰਪੂਰਨ ਭੋਜਨ ਚਾਹੀਦਾ, ਉਵੇਂ ਸਾਡੀਆਂ ਫਸਲਾਂ ਨੂੰ ਵੀ ਸੰਤੁਲਿਤ ਭੋਜਨ, ਸੰਪੂਰਨ ਭੋਜਨ ਚਾਹੀਦਾ। ਜਲਵਾਯੂ ਦਾ ਖਿਆਲ ਰੱਖੀਏ।
ਔਰ ਪੰਜਾਬ ਦਾ ਖਿਆਲ ਰੱਖੀਏ ਔਰ ਭਾਰਤ ਦਾ ਖਿਆਲ ਰੱਖੀਏ, ਪੂਰੀ ਦੁਨੀਆ ਦਾ ਖਿਆਲ ਰੱਖੀਏ, ਨਾਲ ਆਪਣੀ ਸਿਹਤ ਦਾ ਵੀ ਖਿਆਲ ਰੱਖੀਏ। ਬਿਲਕੁਲ ਚੱਲੀਏ ਜੀ ਹੁਣ ਫਿਰ। ਬਿਲਕੁਲ, ਇਜਾਜ਼ਤ ਲਓ ਜੀ। ਜੋ ਜੀ ਬਹੁਤ ਬਹੁਤ ਸ਼ੁਕਰੀਆ, ਤੇ ਆਪਣੇ ਵਿਚਾਰ ਸਾਨੂੰ ਇਨਬਾਕਸ ਜ਼ਰੂਰ ਕਰਿਓ। ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।